ਜਾਂ ਮੇਰੀ ਕੋਈ ਗੱਲ ਵਹਾ ਦੇ, ਜਾਂ ਮੇਰੀ ਕੋਈ ਗੱਲ ਵਹਾ ਦੇ। ਹਾਂ ਬਹਰਹਾਲ ਨਾ ਕੱਢਿਆ ਕਰੋ ਤੇ ਤੁਮਰ ਨੂੰ ਗੱਲਾਂ ਕਿਉਂ ਕਿ ਤਲੀ ਨੇ ਆਪਣੀ ਬੇਟੀ ਦਾ ਰਿਸ਼ਤਾ ਉਹਨਾਂ ਨੂੰ ਦਿੱਤਾ ਹੈ। ਮੈਂ ਕੀ ਪਿਆ ਤੁਹਾਡੀ ਮਿਹਰਬਾਨੀ ਹੈ। ਉਹ ਮੈਂ ਜਜ਼ਾਕ ਅੱਲਾਹ। ਉਹ ਕਰਮਾਂ ਨੂੰ ਕਿਹਾ ਤੇ ਤੁਹਾਡੀ ਜਾਨ ਛੁੱਟ ਗਈ। ਹੋ ਗਏ ਤੇ ਅਸੀਂ ਤੁਹਾਡੇ ਪਣਵਈਏ ਹੁੰਨੇ ਆ, ਨਾ ਗੱਲਾਂ ਕਰਿਆ ਕਰੋ। ਚਵਲ ਮਾਰ ਗਿਆ ਸਾਡਾ ਕੋਈ ਇੱਕ ਲੱਗਦਾ ਲੈਂਦਾ ਤੇ ਇਹਦਾ ਕਸੂਰ, ਚਲੋ ਉਹਨਾਂ ਨੂੰ ਕੀ ਆਖੀਏ। ਬੱਚੀਆਂ ਸਨ ਨਿੱਕੀਆਂ ਨਿੱਕੀਆਂ, ਰਾਲਾਂ ਸੱਟਣ ਲੱਗ ਪਿਆ। ਇਹ ਕਿੰਨੀ ਉਮਰ ਸੀ ਆਮਰ ਭਾਈ ਉਹਦੀ? ਮੁਬਾਰਕਾ ਬੇਗਮ ਆਵਾਜ਼ ਬੰਦ। ਹਮ ਨਾ ਬਾਜ਼ ਆਏਂਗੇ ਮੁਹੱਬਤ ਸੇ, हम ना बाज आएंगे मोहब्बत से, जान जाएगी और क्या होगा। ਇਹ ਲੋਕਾਂ ਨੂੰ ਦੱਸ ਕੇ ਜਾਾਂਗੇ ਇਨਸ਼ਾਅੱਲਾ ਕਿ ਤੁਹਾਡੇ ਮਿਰਜ਼ਾ ਕਾਦੀਆਨੀ ਨੇ ਕੀ ਗੰਦ ਖਿਲਾਰਿਆ ਹੈ। ਉਹ ਕਿਹੜੀ ਗੰਢੜੀ ਗੰਦ ਦੀ ਭਰ ਕੇ ਦੇ ਗਿਆ ਜਿਹੜੇ ਮਰਜ਼ਈਆਂ ਕੋ ਚੁੱਕਣ ਨਹੀਂ ਪਈ ਹੁੰਦੀ। ਟਰੁੱਥ ਸੀਕਰ कर रिकॉर्डिंग। हम ना बाज आएंगे मोहब्बत से, जान जाएगी और क्या होगा। हम ये लोगों को बता के जाएंगे, मिर्जा कादियानी ने नबी दी गठड़ी भर के रख गया है जो मिर्जाइयों से उठाई नहीं जा रही है। हम ना बाज आएंगे मोहब्बत से, जान जाएगी और क्या होगा। मरण तो पहले मिर्जाइयां नू बच्चे बच्चे नू दस जाएंगे। जे अल्लाह पाक ने आसमान तो कली है ना खबर कि जा जेड़ा मेरे नबी दे नवासे नू कहंदा सी एक कस्तूरी दी कोल, कस्तूरी दी खुशबू दे कोल गूं दा ढेर है, जाए मरेगा इनू गूं नाल याद किया जाएगा। जे अल्लाह ताला ने आसमान तो गल घल दी है तो साडा भी फर्ज है असी लोगों नू दसीए इस गंद की वजह तो इनू गूं नाल याद किया जाता जे। इहदे नाल जिहड़ी गूं दी निस्बत हुई है ना, इस गंदगी की वजह तो हुई है। नबी दे उस प्यारे नवासे दे बारे इन्हें यह बकवास की, जेड़ा प्यारा नवासा, वाह। नबी पाक मिंबर ते खलो के खुतबा पे देंदे सी, मिंबर दे उत्ते खलो के खुतबा पे देंदे सी ते सामने मस्जिद नबवी दा सामने जिहड़ा दरवाजा सी उत्थों दाखिल होए हसन हुसैन, छोटे छोटे बच्चे सी, 3-3 साल 4-4 साल दे, दोए एक दूजे दी जूंडी फड़ के अंदर आ रहे सी मस्जिद दे। ते छोटा भाई डिग पिया, हुसैन डिग पिया ते हसन ने उन्हें उठाया ते नबी पाक मिंबर तू खुतबा छोड़ के थले उतर आए ते दौड़ के जाके चुक लिया नवासिया, प्यार किया, चुमिया, मुंडे उत्ते बहा लिया। उस नवासे दे बारे, उस नबी दे नवासे दे बारे मिर्जा कादियानी ने आख्या कि जिक्र हुसैन कस्तूरी दी खुशबू दे कोल गूं दा ढेर, ये लोगों नूं दसांगे, ये लोगों नूं दसांगे ते मिर्जाइयां कोल गंढड़ी नहीं चुकी जाएगी, मिर्जाइयां कोल गंढड़ी नहीं चुकी जाएगी। बार बार गंढड़ी मिर्जाइयां दे सिर दे उत्ते रोज शामी धरना मैं उत्ते सैनी साहब दी बराड़ ते चुको। मैं क्या गंढड़ी मिर्जाइयो, वो क्यों नहीं चुकते? मरन वाले हो गए। साहिल भाई सुनाओ। अस्सलाम वालेकुम रहमतुल्लाहि व बरकातहू। माशाल्लाह आपका ये कलाम जो आपने ताज़ा ताज़ा जो आपको आमद हुई है, हम ना आएंगे बाज मोहब्बत, ये सुन के मज़ा आ गया है, तो जारी रखें इसको। नहीं वो वैसे ही 1122 आया ना एक नवा चल करके वाया तो मैनू हासा आया। मैं क्या लै भाई ਇਹਦੀ ਮੱਤ ਵੱਜੀ, ਕਹਿੰਦਾ ਵਾਲੇकुम सलाम रहमतुल्लाह। थोड़ी मैं सुनी सी राती आपू लाए भी उस ਵੇਲੇ। ਉਹ ਨਹੀਂ, ਉਹ ਤੇ ਲਾਮਾ ਸਾਹਿਬ ਨਵਾਂ ਹੀ ਗਰੁੱਪ ਨਹੀਂ ਬਣ ਗਿਆ, ਵਰਿਆਮ ਤੇ ਉਹ ਨਾਸਰ ਅਹਿਮਦ ਤੇ 4-5 ਹੋਰ ਉੱਥੇ ਰਲ ਕੇ ਉਹ ਕਹਿੰਦੇ ਨੇ, ਜਿਹਨੇ ਕਹਿੰਦੇ ਨੇ ਮਿਰਜ਼ਾ ਸਾਹਮਣੇ ਦਾਵਾ ਨਬੂਵਤ ਕੀਤੇ ਤੇ ਲਿਆ ਕੇ ਸਾਨੂੰ ਤਹਰੀਰ ਵਿਖਾਓ। ਉਹ ਵੱਖਰੇ ਗਰੁੱਪ ਬਣ ਗਿਆ। ਹਾਂਜੀ ਹਾਂਜੀ ਹਾਂਜੀ।
ਉਹਨਾਂ ਦਾ ਆਪਣਾ ਇੱਕ ਗਰੁੱਪ ਹੈ। ਦੇਖੋ ਕਾਦੀਆਨੀਅਤ ਜਿੰਨੇ ਬੰਦੇ ਨੇ, ਵੱਲਾ ਮੈਂ ਇਹ ਗੱਲ ਇਹਦੇ 'ਚ ਕੋਈ ਗੁਲਵ ਨਹੀਂ ਕਰਨ ਲਗਾ। ਅੱਜ ਤੋਂ 18 ਸਾਲ ਤੇ ਮੈਨੂੰ ਇੱਥੇ ਆਇਆ ਹੋ ਗਏ ਨੇ ਨਾ ਯੂਰਪ ਵਿੱਚ। ਕੋਈ ਤਕਰੀਬਨ 20 ਸਾਲ ਪਹਿਲੇ ਮੇਰੇ ਭਾਈ ਨੇ ਮੈਨੂੰ ਕਿਹਾ ਸੀ, ਉਹਨੇ ਕਿਹਾ ਇਹ ਜਿੰਨੇ ਮਰਜ਼ਾਈ ਹੈ ਨਾ, ਹਰ ਮਰਜ਼ਾਈ ਦੀ ਆਪਣੀ ਸਾਇੰਸ ਹੈ। ਇੱਕ ਮਰਜ਼ਾਈ ਦੀ ਗੱਲ ਦੂਜੇ ਮਰਜ਼ਾਈ ਨਾਲ ਰਲਦੀ ਨਹੀਂ ਹੈ। ਹਰ ਇੱਕ ਆਪਣੀ ਸਾਇੰਸ ਨਵੀਂ ਲੈ ਕੇ ਆਉਂਦਾ। 12 ਉਹ ਜਿਹੜੀ ਗੱਲ ਕਰਦੇ ਨੇ ਨਾ, ਉਹਨਾਂ ਦਾ ਉਹ ਜੁਰਮ ਨਹੀਂ ਹੈ। ਮੈਂ ਤੁਹਾਨੂੰ ਦੱਸਾਂ, ਵਰਿਆਮ ਦਾ ਤੇ ਉਹ ਦੂਜੇ ਦਾ ਨਾਸਰ ਦਾ ਇਹ ਜੁਰਮ ਨਹੀਂ ਹੈ ਕਿ ਉਹ ਕੁਰਾਨ ਨਾਲ ਗੱਲ ਕਰਦੇ ਨੇ ਤੇ ਰੂਹੁਲ ਕੁਦਸ ਨਾਲ ਕਹਿੰਦਾ, ਰੂਹੁਲ ਕੁਦਸ ਨਾਲ ਗੱਲ। ਉਹਨਾਂ ਦਾ ਜੁਰਮ ਅਸਲ ਹੈ ਵੇ, ਉਹਨੇ ਆਮਰ ਨਜ਼ੀਰ ਨੂੰ ਬਰਾੜ ਤੇ ਇੱਕ ਦਿਨ ਚਾੜਿਆ ਸੀ। ਉਹ ਪਤਾ ਮੈਨੂੰ ਇੱਕ ਦਿਨ ਅਟਵਾਲ ਕਹਿੰਦਾ, ਤੂੰ ਮੇਰੀ ਬਰਾੜ ਤੇ ਮੇਰੀ ਬਰਾੜ ਹੀ ਪਲੀਤ ਹੋ ਗਈ। ਉਹਨੇ ਵਰਿਆਮ ਨੇ ਮੈਨੂੰ ਬਰਾੜ ਤੇ ਚੁੱਕਿਆ ਸੀ। ਅਸਲ ਉਹਦੇ ਤੇ ਸਾਰਾ ਨਜ਼ਲਾ ਇਸ ਵਜ੍ਹਾ ਤੋਂ ਡਿੱਗਦਾ ਪਿਆ। ਉਹ ਰਾਤੀ ਬਾਰ-ਬਾਰ ਜ਼ਿਕਰ ਕਰਦਾ। ਤੁਸੀਂ ਇਹ ਵੀਡੀਓ ਜਿਹੜੀ ਅਬੂਬਕਰ ਭਾਈ ਕਰ ਲਈ ਹੈ ਨਾ, ਆਂਦੇ ਤਾਂ ਮੈਂ ਪਲੇ ਕਰ ਦੇਣਾ, ਉਹਦੇ 'ਚ ਵੀ ਉਹ ਬਾਰ-ਬਾਰ ਜ਼ਿਕਰ ਕਰਦਾ। ਕਹਿੰਦਾ ਉਹ ਮੇਰਾ ਜੁਰਮ ਤੇ ਆਨਾ ਹੀ ਹੈ, ਮੈਂ ਅਮਰ ਨਜ਼ੀਰ ਨੂੰ ਭਾਲ ਬੈਠਾ ਬਰਾੜ ਦੇ, ਤੁਸੀਂ ਉਹਦਾ ਖੱਤੇ ਪਏ ਹੋ, ਉਸ ਦਿਨ ਤੇ ਮੇਰੇ ਖੱਤੇ ਪਏ ਹੋ, ਹੋਰ ਤੇ ਮੇਰਾ ਜੁਰਮ ਕੋਈ ਨਹੀਂ। ਹਾਂ ਉਹ ਨਾ ਅਮਰ ਭਾਈ ਇੱਕ ਬੰਦਾ ਕਹਿੰਦਾ ਕਿ ਮੈਂ ਨਾ ਇੱਕ ਦਿਨ ਸਵੇਰ ਉੱਠ ਕੇ ਤੇ ਮੈਂ ਐਵੇਂ ਟਿਕਟੌਕ ਖੋਲੀ ਤੇ ਇੱਕ ਲਾਈਵ ਮਰਜ਼ਾਈਆਂ ਦੀ ਤੇ 4 ਮਰਜ਼ਾਈ ਬੈਠੇ ਤੇ ਚਾਰੇ ਹੀ ਆਪਸ ਚ ਲੜਨ ਡਏ ਤੇ ਲੜਨ ਕਿਹੜੇ ਤੋਂ ਡੇ ਨੇ ਰੂਹਾਨੀ ਖਜ਼ਾਨ ਤੋਂ। ਉਹ ਇੱਕ ਕਹਿੰਦਾ ਉਹ ਮੁਜੱਦਦ ਸਨ, ਉਹ ਵੀ ਰੂਹਾਨੀ ਖਜ਼ਾਨ, ਤੇ ਇੱਕ ਕਹਿੰਦਾ ਨਬੀ, ਉਹ ਵੀ ਰੂਹਾਨੀ ਖਜ਼ਾਨ ਹੈ। ਚਾਰੇ ਆਪਸ ਚ ਲੜਨ ਡਏ ਨੇ। ਆਪਣੀ ਹਰ ਕਿਸੇ ਨੇ ਮਿਰਜ਼ੇ ਦੇ ਟੁਕੜੇ ਕੀਤੇ ਨੇ। ਕਿਸੇ ਨੇ ਲੱਤ ਬੜੀ ਹੈ, ਕਿਸੇ ਨੇ ਬਾਹ ਬੜੀ ਹੈ, ਕਿਸੇ ਨੇ ਸਿਰ ਬੜੇ ਹੈ, ਤੇ ਖਿੱਚੀ ਹੁੰਦੇ ਨੇ, ਤਰੋਈ ਹੁੰਦੇ ਨੇ ਇਸ ਲਾਸ਼ ਨੂੰ। ਨਾ ਜਗ੍ਹਾ ਲੱਭਦੀ ਪਈ ਦਫਨਾਉਣ ਦੀ। ਮੈਂ ਨਾ ਲੋਡ ਚੈੱਕ ਕਰਨ ਲੱਗੇ ਆ, ਇੱਥੋਂ ਨਾ ਲੋਡ ਨਜ਼ਰ ਪਿਆ ਹੁੰਦਾ ਕਿੰਨਾ ਹੋ ਗਿਆ ਪਿੱਛੇ, ਤੇ ਫਿਰ ਨਿਕਲਨੇ ਆ ਤੇ ਫਿਰ ਆਰਾਮ ਨਾਲ ਗੱਲ ਕਰਨੇ ਆ। ਲੇਕਿਨ ਮਰਜ਼ਾਈਆਂ ਨੂੰ ਮੈਂ ਤੁਹਾਨੂੰ ਦੱਸਾਂ, ਕਸਮ ਚਕਾ ਲਓ, ਜ਼ਲੀਲ ਕਰਾ ਦਿੱਤਾ ਇਸ ਟਿਕਟਾਕ ਨੇ ਨਾ, ਜ਼ਲੀਲ ਔਰ ਰੁਸਵਾ ਕਰਾ ਦਿੱਤਾ ਮਰਜ਼ਾਈਆਂ ਨੂੰ ਇਸ ਟਿਕਟਾਕ ਦਾ। ਇਹ ਵੇਖੋ ਨਾ ਕੀ ਝੂਠ ਬੋਲ ਰਿਹਾ ਤੇ ਕਿੰਜ ਮੁੱਕਰ ਰਿਹਾ। ਵੇਖੋ ਨਾ ਇਹ ਗੱਲ ਸੱਚੀ ਸੀ। ਰੋਜ਼ ਦੀ ਬੁਨਿਆਦ ਤੇ ਇੰਨੀਆਂ ਚਲਾਵਾਂਗਾ ਐਸੀ ਜ਼ਾਤ ਦੀ ਚਲਾਵਾਂਗਾ, ਤੁਸੀਂ ਇਹ ਭੁੱਲ ਜਾਓਗੇ। ਐਸੀ ਜ਼ਾਤ ਦੀ ਚਲਾਵਾਂਗਾ, ਤੁਸੀਂ ਇਹ ਭੁੱਲ ਜਾਓਗੇ। ਮੈਂ ਰੋਜ਼ ਇੱਕ ਨਵਾਂ ਬੰਦਾ ਲੈ ਕੇ ਆਵਾਂ ਕਰਾਂਗਾ, ਔਰ ਐਸੀ ਜ਼ਾਤ ਦੀ ਉਹ ਕੱਢੇ ਕਰੇਗਾ, ਐਸੀ ਜ਼ਾਤ ਦੀ ਤਬਰਾਬਾਜ਼ੀ ਕਰੇਗਾ ਜਿਹੜੀ ਤੁਹਾਡੇ ਵਹਿਮੋ ਗੁਮਾਨ ਚ ਨਹੀਂ ਹੋਣੀ। एक तो उन्होंने ये जो एक किस्म का कोई बात समझी, गलत समझी है या आउट ऑफ कॉन्टेक्स्ट बयान करने की कोशिश की है। सही है। यहाँ कोई हरगिज ऐसा कभी हुआ है, ना ही कोई ऐसा किसी ने इरादा किया है कि सैयदना हजरत अक़दस मोहम्मद मुस्तफ़ा सल्लल्लाहु अलैहि वसल्लम हमारे सैयदना हजरत अक़दस मोहम्मद मुस्तफ़ा सल्लल्लाहु अलैहि वसल्लम वाला ਜਿਹੜਾ ਤੁਸੀਂ ਨਾਂ ਲੈਂਦੇ ਹੋ ਨਾ, ਇਹ ਤੁਹਾਡਾ ਡਰਾਮਾ ਹੁਣ ਲੋਕਾਂ ਨੇ ਫੜ ਲਿਆ। ਲੋਕਾਂ ਨੂੰ ਪਤਾ ਲੱਗ ਗਿਆ ਜਿਹੜਾ ਤੁਸੀਂ ਇਸ ਡਰਾਮੇਬਾਜ਼ੀ ਨੂੰ ਕਰਦੇ ਹੋ। ਸੈਯਦਨਾ ਹਜ਼ਰਤ ਅਕਦਸ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਲਾਂਤੀਓ ਇੱਕ ਪਾਸੇ ਪਿਆਂਦੇ ਹੋ ਕਿ ਅਸੀਂ ਮੁਲਹਿਦੀਨ ਨੂੰ ਲਿਆ ਕੇ ਐਸੀ ਗੰਦੀ ਗਾਲ ਕਢਾਵਾਂਗੇ, ਐਸੀ ਉਹਨਾਂ ਦੇ ਮੈਸੇਜ ਚਲਾਵਾਂਗੇ ਇੱਥੇ। ਜਿਹੜਾ ਨਬੀ ਪਾਕ ਨੂੰ ਨਾ ਗਾਲਾਂ ਕੱਢਦੇ ਨੇ ਉਹ ਮੁਲਹਿਦ, ਇੱਕ ਪਾਸੇ ਉਹ ਆਂਦੇ ਹੋ, ਇੱਕ ਪਾਸੇ ਹੁੰਦੇ ਸੈਯਦਨਾ ਹਜ਼ਰਤ ਅਕਦਸ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ। ਇਹ ਫਰਾਡ ਤੁਹਾਡਾ ਫੜਿਆ ਗਿਆ। ਹੁਣ ਤੁਸੀਂ ਮੂੰਹ ਵਹਾਨ ਜੋ ਲੋਕਾਂ ਨਹੀਂ ਰਹੇ, ਇਹ ਡਰਾਮਾ ਬੰਦ ਕਰ ਦਿਓ। ਅਮਰ ਭਾਈ ਇਹ ਜਿਹੜੇ ਕਿੱਸਾ ਹੋਇਆ ਵੀ, ਤੁਹਾਨੂੰ ਪਤਾ ਇਹ ਜਿਹੜਾ ਕਿੱਸਾ ਹੋਇਆ ਵੀ ਉਸ ਤੇ ਉਹ F16 ਤੁਹਾਨੂੰ ਪਤਾ ਉਹ ਬੜੀ ਉੱਚੀ ਬੋਲਦਾ, ਉਹਦਾ ਰੋਣਾ ਵੀ ਸੁਣਿਆ ਜੇ ਰੋਣ ਡਿਆ ਜਿਹੜਾ ਉਹਨਾਂ ਦੀ ਲਾਈਫ 'ਚ ਬਹਿ ਕੇ। ਨਹੀਂ ਮੈਂ ਨਹੀਂ ਸੁਣਿਆ। ਉਹ ਜਦੋਂ ਸੀਕਰ ਤੇ ਫਾਤਿਹ ਕਾਦੀਆਨ ਦੀ ਹੋਈ ਹੈ ਨਾ ਗੱਲ, ਤੇ ਉਸ ਤੋਂ ਬਾਅਦ ਜਾ ਕੇ ਤੇ ਫੇਬਰੁਅਰੀ 49 ਦੀ ਲਾਈਵ 'ਚ ਰੋਇਆ ਹੈ ਕਿ ਅੱਜ ਬੜਾ ਦੁੱਖ ਹੋਇਆ, ਉਹ ਸੀਕਰ ਨੇ ਮਸੀਹੇ ਮੌਤ ਨੂੰ ਇਹ ਕਰ ਦਿੱਤਾ, ਉਹ ਕਰ ਦਿੱਤਾ, ਰੋਣ ਡਿਆ। ਉਹ ਮੈਂ ਸੁਣਿਆ ਥੋੜਾ ਜਿਹਾ, ਜਿਹੜਾ ਕਹਿੰਦਾ ਉੱਥੇ ਨਹੀਂ ਸੀ ਹੋਣਾ ਚਾਹੀਦਾ, ਆਪਣੀ ਮੀਆਂ ਜੀ ਬਰਾੜ ਤੇ ਲੈ ਆਉਣਾ ਸੀ। ਬੜੀ ਦੁੱਖ ਹੋਏ, ਬੜੀ ਤਕਲੀਫ ਹੋਈ।
ਤੇ ਸੀਕਰ ਸਾਹਿਬ ਤੁਹਾਨੂੰ ਨਹੀਂ ਪਤਾ, ਜੇ ਅਗਰ ਇਸ ਮੈਦਾਨ 'ਚ ਉਤਰੋਗੇ ਨਾ ਤੇ ਯਕੀਨ ਜਾਨੋ ਮੈਂ ਰੋਜ਼ ਦੀ ਬੁਨਿਆਦ ਤੇ ਇੰਨੀਆਂ ਚਲਾਵਾਂਗਾ ਔਰ ਐਸੀ ਜ਼ਾਤ ਦੀ ਚਲਾਵਾਂਗਾ ਤੁਸੀਂ ਇਹ ਭੁੱਲ ਜਾਓਗੇ, ਔਰ ਐਸੀ ਜ਼ਾਤ ਦੀ ਚਲਾਵਾਂਗਾ ਤੁਸੀਂ ਇਹ ਭੁੱਲ ਜਾਓਗੇ। ਮੈਂ ਰੋਜ਼ ਇੱਕ ਨਵਾਂ ਬੰਦਾ ਲੈ ਕੇ ਆਵਾਂ ਕਰਾਂਗਾ ਔਰ ਐਸੀ ਜ਼ਾਤ ਦੀ ਉਹ ਕੱਢੇ ਕਰੇਗਾ, ਐਸੀ ਜ਼ਾਤ ਦੀ ਤਬਰਾਬਾਜ਼ੀ ਕਰੇਗਾ ਜਿਹੜੀ ਤੁਹਾਡੇ ਵਹਿਮੋ ਗੁਮਾਨ 'ਚ ਨਹੀਂ ਹੋਣੀ। एक तो उन्होंने ये जो एक किस्म का बात समझी, गलत समझी है या आउट ऑफ कॉन्टेक्स्ट बयान करने की कोशिश की है। यहाँ कोई हरगिज ऐसा कभी हुआ है ना, कोई ऐसा किसी ने इरादा किया है ना 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 तुझे तो बड़ा मंदिर सैयदना हजरत अक़दस मोहम्मद मुस्तफ़ा सल्लल्लाहु अलैहि वसल्लम, हमारे माँ बाप उन पर कुर्बान, कि उनके हवाले से जो गैरों ने कोई की है कोई बातें, ਤੁਹਾਡੇ ਮਾਂ-ਬਾਪ ਕੁਰਬਾਨ ਵਾਲਾ ਡਰਾਮਾ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਹੈ। ਤੁਹਾਡੇ ਮਾਂ-ਬਾਪ ਮਿਰਜ਼ੇ ਕਾਦੀਆਨੀ ਤੋਂ ਕੁਰਬਾਨ ਹੁੰਦੇ ਨੇ। ਜਿਹੜਾ ਆਂਦਾ ਨਾ ਕਿ ਜ਼ਿਕਰੇ ਹੁਸੈਨ ਗੂੰ ਦਾ ਢੇਰ ਕਸਤੂਰੀ ਦੀ ਖੁਸ਼ਬੂ ਦੇ ਕੋਲ, ਤੁਹਾਡੇ ਮਾਂ-ਬਾਪ ਇਸ ਮਿਰਜ਼ੇ ਕਾਦੀਆਨੀ ਤੋਂ ਕੁਰਬਾਨ ਹੁੰਦੇ ਮਰ ਗਏ ਨੇ। ਤੁਹਾਡੇ ਮਾਂ-ਬਾਪ ਅਗਰ ਸੈਯਦਨਾ ਹਜ਼ਰਤ ਅਕਦਸ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਂ ਤੋਂ ਕੁਰਬਾਨ ਹੁੰਦੇ ਨਾ, ਇਹਨੂੰ ਦਜਾਲ ਜਾਣਦੇ, ਜਿਹੜਾ ਕਹਿੰਦਾ ਹੈ कि मैं हसन हुसैन तो अफजल हाँ मेरा खुदा साबित कर देगा मैं उन्हें तो अल्लाह वा 100 हुसैन मेरी जेब च ए बारे ਤੁਹਾਡੇ ਮਾਂ ਪਿਓ ਅਗਰ ਸੁਣਦੇ ਨਾ ਤੇ ਜੇ ਸੈਯਦਨਾ ਹਜ਼ਰਤ ਅਕਦਸ ਤੋਂ ਕੁਰਬਾਨ ਹੁੰਦੇ ਤੇ ਇਹਦੇ ਤੇ ਲਾਨਤ ਪਾਉਂਦੇ ਤੇ ਕਹਿੰਦੇ ਜਿਹੜਾ ਸੈਯਦਨਾ ਹਜ਼ਰਤ ਅਕਦਸ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੇ ਨਵਾਸੇ ਦੇ ਬਾਰੇ ਇਹ ਬਕਵਾਸ ਕਰੇ, ਅਸੀਂ ਉਹਨੂੰ ਮੰਨ ਕੇ ਕਰਨਾ ਕੀ ਹੈ? ਸਾਡੇ ਵਾਸਤੇ ਸੈਯਦਨਾ ਹਜ਼ਰਤ ਅਕਦਸ ਮੁਹੰਮਦ ਮੁਸਤਫਾ सल्लल्लाहु अलैहि वसल्लम ਦੀ ਜ਼ਾਤ ਕਾਫੀ। सब कुछ खुदा से मांग लिया उनको मांग कर, उठते नहीं है हाथ मेरे इस दुआ के बाद। ਤੁਹਾਡੇ ਮਾਂ ਪਿਓ ਆਂਦੇ ਕਿ ਅਸੀਂ ਨਬੀ ਪਾਕ ਨੂੰ ਮੰਨ ਲਿਆ, ਸਾਨੂੰ ਇਹਨੂੰ ਮੰਨਣ ਦੀ ਲੋੜ ਕਿਹੜੀ? ਜਿਹੜਾ ਆਂਦਾ ਕਿ ਨਬੀ ਪਾਕ ਦੇ ਨਵਾਸਿਆਂ ਤੋਂ ਮੈਂ ਅਫਜ਼ਲ ਹਾਂ ਮੇਰਾ ਖੁਦਾ ਸਾਬਤ ਕਰ ਦੇਗਾ। ਇਹ ਹੁਣ ਗੰਢੜੀ ਚੁੱਕਣ ਨਹੀਂ ਹੁੰਦੀ ਵੀ ਮਰਜ਼ਾਈਆਂ ਕੋਲੋਂ, चुक चुक के सिर देते धरने मरजाई थले सुट देने नसानियां चुकनी है। ये उन्होंने कोई ऐसे खुद से निकाल ली बात। खबीस फितरत लोगों ने मेरे हाल एक चीज मनसूब की थी है जी, मनसूब करती झूठी कि वो जुमला मैं किसी भी जगह पे इस्तेमाल नहीं की। नहीं तू बड़ा भला मान से तू नहीं। और मैं इस चीज ਨੂੰ अंडर ओज कहना कि अल्लाह ताला दी लानत होए छुट्टियां ते मैं किते क्या होए कि मैं ये लानत पैन लगी है, ये लानत पैन लगी है। गाला कटोगे तो मैं माज़अल्लाह हज़रत सल्लल्लाहु अलैहि हज़रत सल्लल्लाहु अलैहि वसल्लम का नाम लेते मौजूद। लेकिन एक बदबख्त इंसान ने इल्जाम लाया है मेरे ते और उस क्लिप चो भी और नहीं काट सके। जो ये एतराज करेंगे ना, उनकी जिस जुबान से ये करेंगे वैसा ही इनको, अब तो इतने सोशल मीडिया पे मीडियम्स खुल गए हैं कि वो रोज बैठ के शातिबियत हज़रत सल्लल्लाहु अलैहि वसल्लम और उनके ऊपर तबराबाजी कर रहे होते। वो रोज बैठ के शातिबियत हज़रत सल्लल्लाहु अलैहि वसल्लम और उनके ऊपर तबराबाजी कर रहे होते, तो उनकी जुबानी इनको सुनाएंगे। हम न बाज आएंगे मोहब्बत से, सलाम जान जाएगी और क्या होगा। वालेकुम सलाम रहमतुल्लाह, करो गल। अच्छा, लानत ते आमिर भाई तुसी आप ही सुना दी है कि खुद मुंह मांगी लानत जो है वो ये अनीस साहब ने वसूल की है। इन्होंने बिल्कुल यही अल्फाज इस्तेमाल किए थे, वो ऑडियो भी आपने प्ले की है और इसी के जवाब में किए थे कि मिर्ज़ा कादियानी के ऊपर अगर आप इतराज़ करेंगे, मिर्ज़ा कादियानी को गुस्ताख या शातिम कहेंगे, तो मैं मुल्हिदीन की या ये जो लोग वहाँ पे बैठ के इस्लाम पे एतराज़ करते हैं, रसूल खुदा के ऊपर और उम्महातुल मोमिनीन के ऊपर बकवास करते हैं, उनकी मैं यहाँ पे ऑडियो चलाऊँगा। इस बंदे ने एक ऑडियो उत्थे प्ले भी की थी जो जी सीकर नाल गल हो रही थी, आमिर भाई ने एक ऑडियो प्ले भी की थी। कोई अननोन बंदा है, मैं तो बंदे पहली बारी वेखे ने, बराड़ पहली बारी वेखी है, बंदे कौन ने, तो वह बह के हज़रत आयशा सदीका ते असहाबे रसूल नूं गालां कढण ने। और गल उही तुहाडे वाली है जिहड़ी तुसीं बार बार करदे हो कि जिस बंदे नूं असीं जाणदे ही नहीं कि वो बंदा है कौन है, ਉਹਦੇ ਪਿਓ ਮਾਂ ਦਾ ही नहीं पता,
ਉਹਦੀ ਤੁਸੀਂ ਆ ਕੇ ਇੱਥੇ ਆਡੀਓ ਪਲੇ ਕਰ ਦਿੰਦੇ ਹੋ। ਸਾਨੂੰ ਕੀ ਪਤਾ ਉਹ ਆਪ ਮਰਜ਼ਈ ਹੋਵੇ। ਤੁਹਾਡੇ ਤੇ ਆਪਣੇ ਕਈ ਮਰਜ਼ਈ ਮੁਲਦ ਹੋ ਕੇ ਬੈਠੇ ਨੇ ਜਿਹੜੇ ਇਸਲਾਮ ਨੂੰ ਤੇ ਅੰਬੀਆ ਨੂੰ ਗਾਲਾਂ ਕੱਢਦੇ ਨੇ, ਸਾਹਬੇ ਰਸੂਲ ਨੂੰ ਗਾਲਾਂ ਕੱਢਦੇ ਨੇ। ਤੇ ਆ ਜਿਹੜਾ ਤੁਸੀਂ ਸਾਨੂੰ ਸੁਣਵਾਉਂਦੇ ਹੋ, ਇਹ ਗੰਦ ਗਲਾਦਤ ਜਿਹੜੀ ਸੁਣਾਉਂਦੇ ਹੋ, ਸਾਨੂੰ ਤੇ ਕਾਮਲ ਯਕੀਨ ਹੈ ਕਿ ਮੁਸਲਮਾਨ ਜਿਹੜਾ ਹੈ ਉਹ ਇਹ ਹਰਕਤ ਕਰ ਹੀ ਨਹੀਂ ਸਕਦਾ। ਇਸ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਨੇ ਤੁਹਾਡੇ ਜਿਹੜੇ ਮਰਜ਼ਈਅਤ ਤੋਂ ਤਾਇਬ ਹੋ ਕੇ ਇਹ ਆਖਰੀ ਸੀੜੀ ਅੰਮ੍ਰਿਤ ਪੀ ਕੇ ਮਰਜ਼ਈਅਤ ਦਾ ਤੇ ਇਲਾਹਾਦ ਦੀ ਤਰਫ ਤੁਰ ਪਏ ਨੇ। ਉਹ ਜਿਵੇਂ ਉਹ ਕਮਰ ਸੀ ਤੇ ਉਹ ਅਫਾਫ ਫਜ਼ਰ ਹੈ, ਇਸ ਤਰ੍ਹਾਂ ਦੀਆਂ ਕਈ ਔਰਤਾਂ ਵੀ ਤੇ ਮਰਦ ਵੀ। ਤੁਹਾਡੀ ਤੇ ਅੱਧੀ ਨਸਲ ਮੁਲਤ ਹੋਈ ਪਈ ਹੈ। ਸਾਰਾ ਦਿਨ ਤੁਸੀਂ ਇਹੀ ਕੰਮ ਕਰਦੇ ਹੋ। ਇਹਨੇ ਅਮਰ ਭਾਈ ਇਹੀ ਗੱਲ ਕੀਤੀ ਸੀ ਤੇ ਇਹਦੇ ਜਵਾਬ ਦੇ ਵਿੱਚ ਨਾ ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਤੁਸੀਂ ਆਪਣਾ ਸਾਰਾ ਜ਼ੋਰ ਲਾ ਲਿਆ, ਜ਼ਿਆਦਾ ਤੋਂ ਜ਼ਿਆਦਾ ਤੁਸੀਂ ਕੀ ਕਰ ਸਕਦੇ ਹੋ? ਸਿੱਧੀਆਂ ਗਾਲਾਂ ਹੀ ਕੱਢ ਸਕਦੇ ਹੋ ਨਾ ਅੰਬੀਆ ਨੂੰ। ਇਸ ਤੋਂ ਇਲਾਵਾ ਤੇ ਹੋਰ ਤੁਸੀਂ ਕੁਛ ਨਹੀਂ ਕਰ ਸਕਦੇ। ਹੋਰ ਤੁਹਾਡੇ ਵੱਸ 'ਚ ਹੈ ਕੁਛ ਨਹੀਂ, ਤੁਸੀਂ ਕੁਛ ਨਹੀਂ ਕਰ ਸਕਦੇ। ਮੁਸਲਮਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਤਕਲੀਫ ਤੁਸੀਂ ਕੀ ਦੇ ਸਕਦੇ ਹੋ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ, ਅਸਾਬੇ ਰਸੂਲ ਨੂੰ ਜਾਂ ਮੁਹਾਤਿਲ ਮੋਮਿਨੀਨ ਨੂੰ ਗਾਲਾਂ ਕੱਢ ਸਕਦੇ ਹੋ ਸਾਡਾ ਦਿਲ ਦੁਖਾਉਣ ਵਾਸਤੇ। ਇਸ ਤੋਂ ਵੱਧ ਤੁਹਾਡੇ ਉਹ ਗੰਜੀ ਨਹਾਏਗੀ ਕਿਆ, ਨਚੋੜੇਗੀ ਕਿਆ? ਇਸ ਤੋਂ ਬਾਅਦ ਤੁਹਾਡੇ ਕੋਲ ਹੈ ਹੀ ਕੁਛ ਨਹੀਂ ਨਾ। ਇਹ ਤੁਸੀਂ ਆਪਣਾ ਸਾਰਾ ਜ਼ੋਰ ਲਾ ਲਿਆ। ਗਾਲਾਂ ਵੀ ਤੁਸੀਂ ਕੱਢ ਕੇ ਵੇਖ ਲਈਆਂ ਨੇ, ਤਬਰਰਾ ਵੀ ਤੁਸੀਂ ਕਰਕੇ ਵੇਖ ਲਿਆ। ਜੋ ਤੁਸੀਂ ਕਰ ਸਕਦੇ ਸੋ। ਸ਼ਰਾਬ ਪੀਣ ਦੇ ਇਲਜ਼ਾਮ ਤੁਸੀਂ ਲਾ ਲਏ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੇ, ਨਾਊਜ਼ ਬਿल्ला। ਹਜ਼ਰਤ ਆਇਸ਼ਾ ਦੇ ਉੱਤੇ, ਹਜ਼ਰਤ ਅਬੂ ਬਕਰ ਸਿੱਦੀਕ ਦੇ ਉੱਤੇ, ਹਜ਼ਰਤ ਉਮਰ ਦੇ ਉੱਤੇ ਜੋ ਬਕਵਾਸ ਤੁਸੀਂ ਕਰ ਸਕਦੇ ਸੋ ਤੁਸੀਂ ਆਪਣਾ ਸਾਰਾ ਜ਼ੋਰ ਲਾ ਕੇ ਵੇਖ ਲਿਆ। ਇਸ ਤੋਂ ਇਲਾਵਾ ਹੁਣ ਤੁਹਾਡੇ ਪੱਲੇ ਕੁਛ ਨਹੀਂ ਹੈ। ਔਰ ਇਹੀ ਜਿਹੜੀ ਇਹਨੇ ਗੱਲ ਪਹਿਲੇ ਕੀਤੀ ਹੈ ਨਾ, ਇਹਦਾ ਹੀ ਇਹਨੂੰ ਮੈਂ ਜਵਾਬ ਦਿੱਤਾ ਸੀ ਕਿ ਤੂੰ ਹੁਣ ਕਰਕੇ ਵੇਖ, ਇਸ ਤੋਂ ਅੱਗੇ ਤੂੰ ਕੀ ਕਰਕੇ ਵੇਖ ਸਕਦਾ। ਤੇ ਪੁੱਤਰ ਤੁਸੀਂ ਤੇ ਹੈਗੇ 4 ਟੋਟਰੂ ਹੋ ਨਾ ਇੱਥੇ ਸੋਸ਼ਲ ਮੀਡੀਆ ਦੇ ਉੱਤੇ, ਤੇ ਮੁਸਲਮਾਨ ਤੇ ਅਲਹਮਦੁਲਿਲਾ। ਫਿਰ ਤੁਹਾਨੂੰ ਪਤਾ ਹੈ ਕਿ ਮੀਆਂ ਨੇ ਇੱਕ ਵਾਰੀ ਸਿਰਫ ਲਿਖਿਆ ਸੀ ਅੱਗੇ 69 ਤੇ ਬਾਂਹ ਪਾ ਕੇ ਮਿਰਜ਼ਾ ਕੋਲੋਂ ਫਿਰ ਆਪਣਾ ਮੀਆਂ 49 ਕੋਲੋਂ ਮਾਫੀ ਮੰਗਾਈ ਸੀ ਤੇ ਨਾਂ ਵੀ ਬਦਲਵਾਇਆ ਸੀ। ਤੇ ਮੁਸਲਮਾਨ ਤੇ ਫਿਰ ਇੰਜ ਬਾਂਹ ਦੇ ਕੇ ਮਨਵਾਉਂਦੇ ਨੇ ਤੇ ਵਾਪਸੀਆਂ ਕਰਵਾਉਂਦੇ ਹੁੰਦੇ ਨੇ। ਤੇ ਤੁਸੀਂ ਕਰਕੇ ਵੇਖ ਲਓ ਜੇ ਤੁਹਾਡੇ ਕੋਲ ਜ਼ੋਰ ਲੱਗਦਾ ਜੇ। ਤੇ ਬਾਕੀ ਕਸਰਤ ਤੁਸੀਂ ਪਹਿਲੇ ਕੋਈ ਨਹੀਂ ਛੱਡੀ ਹੋਈ ਸੀ। ਹੁਣ ਤੁਸੀਂ ਸਿਰਫ ਇਹ ਕਰਨਾ ਕਿ ਮੁਲਹੀਦੀਨ ਦਾ ਸਿਰਫ ਜਿਹੜਾ ਨਾਮ ਇਸਤੇਮਾਲ ਕਰਨਾ ਹੈ। ਕੰਮ ਉਹੀ ਤੁਸੀਂ ਮਿਰਜ਼ਾ ਕਾਦੀਆਨੀ ਵਾਲਾ ਹੀ ਕਰਨਾ ਹੈ, ਲੇਕਿਨ ਸਿਰਫ ਮੁਲਹੀਦੀਨ ਦਾ ਨਾਮ ਇਸਤੇਮਾਲ ਕਰਕੇ ਕਰਨਾ है कि मुल्हिद है। कहते थे जिवें बशीरुद्दीन महमूद ने कहा ना कि गाली देने का एक तरीक ये भी है कि फलां नूं जाके कहो जी फलां तेरे प्यो नूं गाल कढ़ रहा सी या मां नूं गाल कढ़ रहा सी। तुसीं हुण बशीरुद्दीन महमूद दे फार्मूले ते चलना है। ਤੁਸੀਂ ਗੱਲ ਹੀ ਉਸ ਤਰ੍ਹਾਂ ਦੇਣੀ ਹੈ ਜਿਸ ਤਰ੍ਹਾਂ ਤੁਹਾਨੂੰ ਬਸ਼ੀਰੁੱਦੀਨ ਮਹਿਮੂਦ ਨੇ ਦੱਸਿਆ ਸੀ। ਉਹਦੀ ਸੁਨਨਤ ਤੇ ਤੁਸੀਂ ਅਮਲ ਕਰਦੇ ਹੋਏ ਆ। ਹੁਣ ਤੁਸੀਂ ਗਾਲ ਕੱਢਣੀ ਹੈ ਤੇ ਤੁਸੀਂ ਕੱਢ ਕੇ ਵੇਖ ਲਓ। ਇਹ ਵੀ ਤੁਸੀਂ ਆਪਣਾ ਸ਼ੌਕ ਪੂਰਾ ਕਰਕੇ ਵੇਖ ਲਓ। ਇਨਸ਼ਾਅੱਲਾ ਜੇ ਸਾਡੇ 'ਚ ਹਿੰਮਤ ਹੋਈ ਤੇ ਅਸੀਂ ਤੁਹਾਡੇ ਮੂੰਹ 'ਚ ਜੁੱਤੀ ਦੇ ਲਾਂਗੇ। ਤੇ ਹੁਣ ਫਿਰ ਤਾਂ ਢਿੱਲੇ ਮੱਠੇ ਪਏ ਨੇ। वालेकुम सलाम भाई मैं एक शेर बनाया है थल्ले दुध सीकर वास्ते, अगर चाहो तो मैं तुम सुना सकूं। मोहताज तवज्जो है। अब बस ये समझो मोहताज तवज्जो है। सुना दो। तितली की तलाश में तुम इल्हाद के कितने पास आ गए। बस यही से यार। तितली की तलाश में तुम इल्हाद के कितने पास आ गए। ये इहदा दूसरा मिसरा तलाश पे करते मेरे ख्याल है। ओ नहीं हो अजे तक जेड़ा ने ज़ेरे तमीर है। ज़ेरे तमीर ठीक हो गया। बहुत अल्लाह। अस्सलामु अलैकुम रहमतुल्लाहि व बरकातहू। वालेकुम अस्सलाम व रहमतुल्लाहि व बरकातहू। मूसा भाई डिसोकुपासियों ने कितने जब लाए? नहीं उस्ताद जी। क्यों? उस्ताद मोहतरम कटराका जेड़ा सी मैं कटा के चला गया सा ना। नहीं आप कटवाया सी? क्यों जी जी उन्होंने लारा लाया सी कि तू वापसी आ जा ते तैनूं असीं काम ते रख लांगे, मगर उन्होंने फिर वो 2 नंबरी कीती ते मैं ਉਹਦੇ ਫਿਰ ਉਸ ਮੂਸਾ ਭਾਈ ਇੰਨੀ ਨਾ ਕਰੀਦਾ ਹੈ। ਹੁਣ ਅਸੀਂ ਵੀ ਜਾਣੇ ਆ ਨਾ, ਸਾਡੀਆਂ ਟਿਕਟਾਂ ਦੇ ਹੋਲਡ ਤੇ ਕਰ ਜਾਂਦਾ, ਕਟਵਾਈ ਤਾਂ ਨਹੀਂ ਹੈ। ਮਾਲਕ ਜੋ ਮਰਜ਼ੀ ਕਿਹਾ ਜੀ ਉਹਨੂੰ ਕੋਈ ਹੋਲਡ ਤੇ ਰੱਖ ਦੋ। ਅਹਿਮਦ ਭਾਈ ਤੁਹਾਡੀ ਗੱਲ ਠੀਕ ਹੈ, ਮਗਰ ਉਹ ਕਹਿੰਦੇ ਨੇ ਕਿ ਬੰਦਾ ਫਸੀ ਨੂੰ ਕੌਣ ਫੜਕ ਸਕਦਾ। ਫਿਰ ਜ਼ਾਹਿਰੀ ਬਾਤ ਹੈ, ਫਿਰ ਹੁਣ ਫਸੇ ਸਾਂ, ਮਜਬੂਰੀ ਸੀ। ਫੜਕਣ ਕੀ ਆਖੇ ਜੀ ਆ ਜੀ ਉਸਤਾਦ। ਸਾਦੇ मोहतरम सेहत भी ठीक है। मूसा भाई ਦੇ ਨਾਲ ਵੀ ਕਿਉਂ ਫੋਨ ਹੈ ਕੋਈ ਹੋਰ ਬੰਦਾ ਹੀ। ਇਹ ਪੀਰ ਕੁੱਤੇ ਮਾਰ ਕੌਣ ਹੈ? जी मैं कुत्ते मारन वाला। अल्लाह की कसम है मैनू 99% यकीन सी है हुण।
ਮੈਨੂੰ 99 ਫੀਸਦ ਸੀ। ਮੈਂ ਕਿਹਾ ਮਲਕ ਜਵਾਬ ਜ਼ਹੂਰ ਦੀ ਬਰਾੜ ਤੇ ਚੰਗੀ ਕਰਕੇ ਆਇਆ ਵੇ। ਕੀ ਗੱਲ ਹੋਈ? ਮੈਂ ਲਿਆਂ ਤੇ ਇਹ ਚੜ ਗਿਆ ਫਿਰ। ਉਹ ਚਾਹੁੰਦੇ ਹੀ ਸਨ ਅਲੀ ਭਾਈ, ਉਹ ਚਾਹੁੰਦੇ ਹੀ ਸਨ। ਉਹ ਭਾਈ ਜੀ ਇਹ ਆਪਣੀ ਆਈਡੀ ਲੈ ਕੇ ਨਾ ਤੇ ਉਧਰ ਜਾਇਆ ਕਰੋ, ਆਪਣਾ ਕਿਸੇ ਹੋਰ ਬਰੋਡ ਤੇ ਉਧਰ ਵੀ ਲੈ ਕੇ ਜਾਇਆ ਕਰੋ ਜ਼ਰਾ ਇਹ ਵਾਲੀ। ਕਿੱਥੇ? ਜਿੱਥੇ ਜਿਹਦੇ ਨਾਲ ਪੀਰ ਲਿਖਿਆ ਹੁੰਦਾ। ਨਹੀਂ ਇਹਦੇ ਅੱਗੇ ਨਾ ਬ੍ਰੈਕਟ ਵਿੱਚ ਇਹ ਲਿਖ ਲਓ ਨਾ, ਸਰਾਜੁਲ ਹਕ ਨਮਾਨੀ ਪੀਰ ਕੁੱਤੇ ਮਾਰ, ਬ੍ਰੈਕਟ ਵਿੱਚ ਲਿਖ ਲਓ ਸਰਾਜੁਲ ਹਕ ਨਮਾਨੀ, ਕਲੀਅਰ ਹੋ ਜਾਏ ਕੌਣ ਹੈ। ਹਾਂ ਬਿਲਕੁਲ ਬਿਲਕੁਲ। ਉਸਤਾਦ ਜੀ ਬਸ ਦੁਆ ਕਰੋ ਕਿ ਅਗਲੇ ਮਹੀਨੇ ਇੱਕ ਬੰਦੇ ਨੇ ਉਮੀਦ ਫਿਰ ਲਾਈ ਹੈ ਤੇ ਇਨਸ਼ਾਅੱਲਾ ਕੋਈ ਲਾਗੇ ਲੱਗ ਜਾਏ। ਨਹੀਂ ਮੂਸਾ ਬਾਈ ਕੰਮ ਹੋ ਜਾਣਾ ਸੀ। ਅਮਰ ਬਾਈ ਨੂੰ ਪਤਾ ਇਹਨਾਂ ਦੀ ਗੱਲ ਕਰਾਈ ਹੈ, ਸਾਡਾ ਦਾ ਕੰਮ ਬਹੁਤ ਡੱਡਾ ਖਰਾਬ ਹੋਇਆ ਨਾ, ਕਿਉਂ ਅਮਰ ਬਾਈ? ਉਹ ਚਲੋ ਕੋਈ ਮਸਲਾ ਨਹੀਂ ਹੈ, ਅੱਲਾ ਖੈਰ ਕਰੇਗਾ ਇਨਸ਼ਾਅੱਲਾ। ਅਹਿਮਦ ਭਾਈ ਕੰਮ ਕਰਨ ਵਾਲਿਆਂ ਤੇ ਸਾਡਾ ਕੇਸ ਜ਼ਿਆਦਾ ਕੰਮ ਕਰਨ ਵਾਲਿਆਂ ਤੁਹਾਨੂੰ ਪਤਾ ਢੇਰ ਕੰਮ ਨੇ ਤੇ ਜੀ ਜੀ ਸ਼ਾਰਪ ਸ਼ੂਟਰ ਉਹ ਕੱਲ ਵੀ ਤੇ ਅੱਜ ਵੀ ਮਰਜ਼ਾਈਆਂ ਨਾਲ ਰਲ ਕੇ ਤੇ ਉਹ ਮਰਜ਼ਾਈਆਂ ਦੀ ਭਰਜਾਈ ਜਿਹੜੀ ਏ 4 ਬੱਚਿਆਂ ਦੀ ਮਾਂ, ਦਰੀਸ ਦੇ 4 ਬੱਚਿਆਂ ਦੀ ਮਾਂ, ਉਹਦੀ ਦਰੀਸ ਮਰਜ਼ਈ ਦੀ ਮਨਕੂਹਾ, ਉਹ ਕੱਲ ਵੀ ਗਾਲਾਂ ਕੱਢਦੀ ਰਹੀ ਤੇ ਅੱਜ ਵੀ ਉਹ ਮੁਸਲਮਾਨਾਂ ਤੇ ਤਬਰਰਾ ਕਰਦੀ ਰਹੀ। ਆਪਣੇ ਵਿੱਚ ਜੀ ਜੀ ਮੈਂ ਸੁਣਿਆ ਹੈ, ਮੈਂ ਰਿਕਾਰਡਿੰਗ ਵੀ ਕੀਤੀ ਹੈ। ਪਹਿਲੇ ਤਾਂ ਮੈਂ ਕਾਫੀ ਸਮਝਾਇਆ ਸਟਾਰਟ ਵਿੱਚ ਤੇ ਪਹਿਲੇ ਤੇ, ਲੇਕਿਨ ਫਿਰ ਜਿਸ ਤੇ ਮੈਂ ਥੋੜਾ ਹੋਰਾਂ ਪਰਾਂ ਹੋਇਆ ਤੇ ਫਿਰ ਉਹ ਪਟਰੀ ਤੋਂ ਲੈ ਗਏ ਨੇ। ਤੇ ਅਸਕਾਨੀ ਸਾਹਿਬ ਨੂੰ ਵੀ ਸੁਣਿਆ ਤੁਸੀਂ? ਨਹੀਂ ਮੈਂ ਨਹੀਂ ਸੁਣਿਆ। ਅੱਛਾ 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 ਅੱਛਾ। ਅੱਜ ਹਾਂ ਅੱਜ ਅਸਕਾਨੀ ਸਾਹਿਬ ਨੇ ਕੱਲ ਵੀ ਕਾਫੀ ਸਹੀ ਗੱਲ ਕੀਤੀ ਹੈ ਤੇ ਅੱਜ ਵੀ ਸਹੀ ਗੱਲ ਕੀਤੀ ਹੈ। ਮਰਜ਼ਾਈਆਂ ਦੀ ਬਰਾੜ ਤੇ ਹਾਂ ਮਰਜ਼ਾਈਆਂ ਦੀ ਬਰਾੜ ਤੇ ਜਿਹੜਾ ਵੀ ਬੰਦਾ ਮਰਜ਼ਾਈਆਂ ਦੇ ਜਾ ਕੇ ਬਰਾੜ ਦੇ ਉੱਤੇ ਚੜ੍ਹ ਕੇ ਤੇ ਮੁਸਲਮਾਨਾਂ ਤੇ ਤਬਰਰਾ ਕਰਦਾ ਉਹ ਇਨਸਾਨ ਦਾ ਬੱਚਾ ਹੋ ਸਕਦਾ? ਨਹੀਂ ਨਹੀਂ ਨਹੀਂ, ਗਲਤ ਹੈ ਗਲਤ ਹੈ, ਬੇਇੰਤਹਾ ਗਲਤ ਹੈ ਜੀ। ਅਸੀਂ ਤੇ ਸਰੇਆਮ ਆਮਰ ਭਾਈ ਕਹਿੰਦੇ ਹਾਂ ਇਹ ਗੱਲ ਸਹੀ ਨਹੀਂ ਹੈ। ਇੱਕ ਮਤਲਬ ਕੋਈ ਇਸ਼ੂ ਹੈ ਤੇ ਤੁਸੀਂ ਗੱਲ ਕਰੋ ਬਾਈ ਇਹ ਇਸ਼ੂ ਮੈਨੂੰ ਕੋਈ ਗੱਲ ਪਤਾ ਹੋਵੇ ਤੇ ਤਾਂ ਨਾ, ਪਤਾ ਕੁਝ ਹੋਵੇ ਨਾ ਇੰਝ ਜਾ ਕੇ ਬੰਦਾ ਕਰੇ ਤੇ ਸਹੀ ਨਹੀਂ ਚੀਜ਼। ਕੁਝ ਵੀ ਇਸ਼ੂ ਹੋਵੇ, ਕੁਝ ਵੀ ਇਸ਼ੂ ਮੁਸਲਮਾਨਾਂ ਦਾ ਇਸ਼ੂ ਮੁਸਲਮਾਨਾਂ ਨਾਲ ਬਹਿ ਕੇ ਡਿਸਕਸ ਕਰੋ। ਬਿਲਕੁਲ ਬਿਲਕੁਲ ਮੁਸਲਮਾਨਾਂ ਨਾਲ ਬਿਲਕੁਲ ਮਰਜ਼ਾਈਆਂ ਦੇ ਨਾਲ ਰਲ ਕੇ ਮੁਸਲਮਾਨਾਂ ਦਾ ਇਸ਼ੂ ਡਿਸਕਸ ਕਰਨਾ ਇਹ ਗਲਤ ਹੈ ਜੀ, ਬਿਲਕੁਲ ਗਲਤ ਹੈ, ਇੰਜ ਨਹੀਂ ਹੋਣਾ ਚਾਹੀਦਾ। ਤੇ ਉਹ ਮਰਜ਼ਾਈ ਚੀਖਾ ਮਾਰ ਰਹੇ ਨੇ ਉੱਥੇ ਜਵਾਦ ਦੀ ਬਰਾੜ ਤੇ। ਐ ਹੁਣ ਉਹ ਤੇ ਸਵੇਰ ਦੇ ਚੀਖਾ ਮਾਰ ਰਹੇ ਨੇ ਪੇ ਲੱਗੇ ਹੋਏ। ਐ ਰਿਕਾਰਡਿੰਗ ਕੋਈ ਸੁਣਾਉਣ ਵਾਲੀ ਸੁਣਾ ਦਿਓ। ਮੈਂ ਰਿਕਾਰਡਿੰਗ ਕੀਤੀ ਹੈ ਲੇਕਿਨ ਮੈਂ ਇਸ ਟਾਈਮ ਬਾਹਰ ਹਾਂ, ਉਹ ਮੈਂ ਤੁਹਾਨੂੰ ਸੈਂਡ ਕਰ ਦਿਆਂਗਾ। ਦੇਖੋ ਮਰਜ਼ਾਈ ਜਿਹੜੇ ਨੇ ਉਹ ਤੇ ਆਪਣੇ ਐਬਾਂ ਤੇ ਪਰਦਾ ਪਾਉਣ ਵਾਸਤੇ ਨਾ ਉਹ ਇੱਕ ਸਟ੍ਰੈਟੇਜੀ ਪੇ ਅਪਣਾਉਂਦੇ ਨੇ ਕਿ ਤੁਸੀਂ ਸਾਰੇ ਮਰਜ਼ਾਈ ਇਕੱਠੇ ਹੋ ਕੇ ਨਾ, ਮੈਂ ਵੇਖਿਆ ਸਵੇਰੇ ਮੈਂ ਕਿਹਾ ਵੀ ਉਹ ਜਵਾਰੀ ਹਾਰ ਕੇ ਆਇਆ ਹੋਵੇ ਨਾ ਜੂਆ, ਤੇ ਜਵਾਰੀ 4 ਤੇ ਮੰਜੀ 1, ਤੇ ਜੇ ਜਵਾਰੀ ਜਿੱਤ ਕੇ ਆਇਆ ਹੋਵੇ ਤੇ ਜਵਾਰੀ 1 ਤੇ ਮੰਜੀਆਂ 4, 4 ਮੰਜੀਆਂ ਦੇ ਉੱਤੇ ਖਿਲਰ ਕੇ ਪਿਆ ਹੁੰਦਾ ਹੈ। ਬਿਲਕੁਲ ਇਹ ਹਰ ਮਰਜ਼ਾਈ ਹਰੇ ਪਏ ਨੇ ਇੱਥੇ ਟਿਕਟਾਕ ਦੇ ਉੱਤੇ। ਮਰਜ਼ਾਈਆਂ ਦੀ ਇੱਕ ਕੈਫੀਅਤ ਹੋਈ ਪਈ ਵੀ 8 ਮਰਜ਼ਾਈ ਲਾਸ਼ਾਂ ਬਣ ਕੇ ਨਾ ਸਕੂਤ ਤਾਰੀ ਹੋਏ ਅਸੀਂ ਉਹਨਾਂ ਦੇ ਉੱਤੇ, ਪਰਿੰਦੇ ਬੈਠੇ ਸੀ ਉਹਨਾਂ ਦੇ ਸਿਰਾਂ ਦੇ ਉੱਤੇ, ਤੇ ਉਹ ਇਹਨੂੰ ਆਪਣੀ ਭਰਜਾਈ ਨੂੰ ਅੱਗੇ ਲਾ ਕੇ ਤੇ ਉਹਨੂੰ ਕਹਿੰਦੇ ਸਨ ਵੀ ਬੱਕ ਮੁਸਲਮਾਨਾਂ ਦੇ ਉੱਤੇ ਬੱਕ 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 ਬੱਕ। ਬਿਲਕੁਲ ਐਗਜ਼ੈਕਟਲੀ ਉੱਤੇ ਆਏ ਜੀ ਅਮਰ ਬਾਈ, ਹੋਰ ਤੇ ਕੋਈ ਆਂਦਾ ਪਿਆ ਨਹੀਂ ਹੈ। ਫੀਸ ਸਾਹਿਬ ਨੂੰ ਪੁੱਛ ਲਿਆ। ਅੱਛਾ ਕਰਨਾ ਫੀਸ ਸਾਹਿਬ ਨੂੰ। ਤੇ ਮਰਜ਼ਾਈ ਜਿਹੜੇ ਨੇ ਉਹਨਾਂ ਦੀ ਤੇ ਇਹ ਕੈਫੀਅਤ ਹੋਈ ਪਈ ਹੈ ਕਿ ਉਹ ਇਹ ਚਾਹੁੰਦੇ ਨੇ ਕਿ ਜਿਹੜਾ ਸਾਨੂੰ ਗੰਢੜੀ ਬੰਨ੍ਹ ਕੇ ਦੇ ਗਿਆ ਉਹ ਸਾਡੇ ਕੋਲ ਚੁੱਕਣ ਨਹੀਂ ਪਈ ਹੁੰਦੀ, ਤੇ ਅਸੀਂ ਕਿਸੇ ਤਰੀਕੇ ਗੱਲ ਨੂੰ ਮੋੜੀਏ ਮੁਸਲਮਾਨਾਂ ਨਾਲ। ਤੇ ਸਾਰੇ ਮਰਜ਼ਾਈ ਅਵਲ ਤੇ ਇੱਕੋ ਬਰਾੜ ਤੇ 8 ਇਕੱਠੇ ਹੋ ਜਾਂਦੇ ਨੇ, ਤੇ ਜੇ ਉਹ 8 ਮਰਜ਼ਾਈ ਨੇ ਉਹ 8 ਬਰਾਡਾਂ ਵੀ ਲਾ ਲੈਣ ਤੇ ਹਰ ਬਰਾੜ ਤੇ ਉਹ ਇੱਕੋ ਹੀ ਗੱਲ ਪੇ ਕਰਦੇ ਹੁੰਦੇ ਨੇ, ਉਹ ਮੁਸਲਮਾਨ ਨੇ ਫਲਾਣੇ ਨੇ ਸ਼ਾਤਮ ਕਰ ਛੜੀ, ਫਲਾਣਾ ਸ਼ਾਤਮੀਅਤ, ਫਲਾਣਾ ਫਲਾਣਾ ਫਲਾਣਾ, ਤਾਂ ਕਿ ਸਾਡੇ ਵੱਲ ਤਵੱਜੋ ਹਟ। ਬਈ ਤੁਹਾਡਾ ਜਿਹੜਾ ਲਿਟਰੇਚਰ ਹੈ ਉਹ ਸੈਣੀ ਸਾਹਿਬ ਰਾਤੀ ਮੈਨੂੰ ਆਉਂਦੇ ਨੇ ਯਾਰ ਗੱਲ ਇੱਕ ਵਾਰੀ ਹੋਈ ਤੇ ਕੀਤੀ। ਮੈਂ ਕਿਹਾ ਜਿਹੜੀ ਗੱਲ ਮੂੰਹ 'ਚ ਨਿਕਲੀ ਉਹ ਤੇ ਕੀਤੀ ਤੇ ਗਈ, ਟੁਰ ਗਈ, ਤੇ ਜਿਹੜੀ ਕਿਤਾਬ 'ਚ ਲਿਖੀ ਹੈ ਉਹ ਤੇ ਨਹੀਂ ਜਾਂਦੇ। ਉਹ ਤੇ ਜਿੰਨੀ ਵਾਰੀ ਪੜ੍ਹੋਗੇ ਉਨੀ ਵਾਰੀ ਉੱਥੇ ਹੀ ਹੈ ਨਾ। ਐਗਜ਼ੈਕਟਲੀ। ਉਹ ਤੇ ਮੈਂ ਕਿਹਾ ਕਿਤਾਬ ਦੇ ਵਿੱਚ ਜਾਜ਼ੇ ਅਹਿਮਦੀ 'ਚ ਇੱਕ ਕਸੀਦਾ ਲਿਖਿਆ, ਤੇ ਇਹਨਾਂ ਨੂੰ ਆਖੋ ਵੀ ਮੇਰੇ ਸਾਹਮਣੇ ਮੰਨ ਜਾਣ ਵੀ ਅਸੀਂ ਮਿਰਜ਼ਾ ਕਾਦੀਆਨੀ ਨੂੰ ਈਸਾ ਅਲੈਹਿਸਲਾਮ ਤੋਂ ਵੀ ਅਫਜ਼ਲ ਮੰਨਦੇ ਹਾਂ,
ਤੇ ਮਿਰਜ਼ਾ ਕਾਦੀਆਨੀ ਨੂੰ ਹਸਨ ਹੁਸੈਨ ਤੋਂ ਵੀ ਅਫਜ਼ਲ ਮੰਨਦੇ ਆ। ਇਹ ਮੰਨ ਜਾਣ ਸੈਣੀ ਸਾਹਿਬ ਨੂੰ ਆਂਦੇ ਨੇ ਪਤਾ ਨਹੀਂ ਕਿਉਂ ਨਹੀਂ ਮੰਨਦੇ ਹਨ, ਕੀ ਇਹਨਾਂ ਨੂੰ ਮਸਲਾ ਲਿਖਿਆ ਤਾਂ ਹੈ, ਪਤਾ ਨਹੀਂ ਕਿਉਂ ਨਹੀਂ ਮੰਨਦੇ। ਪਤਾ ਨਹੀਂ ਮੰਨਣ 'ਚ ਇਹਨਾਂ ਨੂੰ ਕੀ ਰੁਕਾਵਟ ਹੈ, ਮੈਨੂੰ ਨਹੀਂ ਪਤਾ ਇਹਨਾਂ ਨੂੰ ਕੀ ਮਸਲਾ ਹੈ। ਚੌਹਾਨ ਸਾਹਿਬ ਮੰਨਦੇ ਸਨ, ਚੌਹਾਨ ਸਾਹਿਬ ਕਹਿੰਦੇ ਸਨ ਮੈਂ ਮੰਨਣਾ, ਮਿਰਜ਼ਾ ਸਾਹਿਬ ਜੋ ਆਖਿਆ ਮੈਂ ਮੰਨਣਾ। ਮੈਂ ਕਿਹਾ ਵੀ ਤੁਹਾਡਾ ਤੇ ਉਹ ਮਰਾਸੀ ਵਾਲਾ ਹਿਸਾਬ ਹੈ ਵੀ ਪਿੰਡ ਸਲਾਬ ਆ ਗਿਆ ਨਾ ਤੇ ਸਾਰਾ ਪਿੰਡ ਜਿਹੜਾ ਨਾ ਉਹਨੇ ਦੌੜਾਂ ਲਾ ਦਿੱਤੀਆਂ, ਸਲਾਬ ਆ ਗਿਆ, ਕੋਈ ਡੰਗਰ ਲਈ ਜਾਂਦਾ, ਕੋਈ ਮੰਝੀਆਂ ਚੁੱਕੀ ਜਾਂਦਾ, ਕੋਈ ਬੈੱਡ ਚੁੱਕੀ ਜਾਂਦਾ, ਕੋਈ ਬੂਹਾ ਸਾਂਭਦਾ, ਕੋਈ ਮਿੱਟੀ ਪਿਆ ਪਾਉਂਦਾ। ਇੱਕ ਮਰਾਸੀ ਸੀ ਤੇ ਉਹਨੇ ਨਾ ਇੱਕ ਨਿੱਕੀ ਜਿਹੀ ਹੁੱਕਾ ਵੀ ਛੋਟਾ ਸਾਈਜ਼ ਦਾ ਜਿਹਨੂੰ ਹੁੱਕੀ ਕਹਿੰਦੇ ਨੇ ਪਿੰਡਾਂ 'ਚ, ਉਹਨੇ ਹੁੱਕੀ ਚੁੱਕੀ ਤੇ ਉਹ ਉੱਚੀ ਥਾਂ ਜਾ ਕੇ ਬਹਿ ਗਿਆ ਮੈਰੇ ਤੇ ਨਾ ਜਿੱਧਰ ਪਾਣੀ ਨਹੀਂ ਸੀ ਹੈ। ਉਹ ਕਿਸੇ ਬੰਦੇ ਆਖਿਆ ਉਹ ਮੀਰਜ਼ਾਦਿਆ ਉਹ ਸਾਰਾ ਪਿੰਡ ਦੌੜਨ ਲੱਗੇ ਐ ਤੇ ਤੂੰ ਇੱਥੇ ਹੁੱਕੀ ਲੈ ਕੇ ਤੇ ਇੱਥੇ ਸੂਟਾ ਮਾਰਨੇ ਪੇ ਬਹਿ ਕੇ ਆਰਾਮ ਨਾਲ, ਤੈਨੂੰ ਨਹੀਂ ਪਤਾ ਲੱਗਾ ਸਲਾਬ ਆ ਗਿਆ ਤੇ ਦੁਨੀਆ ਨੂੰ ਦੌੜ ਲੱਗ ਗਈ ਹੈ। ਆਂਦਾ ਜੀ ਚੌਧਰੀ ਸਾਹਿਬ ਗਰੀਬੀ ਦਾ ਸਵਾਦ ਹੀ ਅੱਜ ਆਇਆ ਬਈ, ਇਹ ਹੁੱਕੀ ਹੈ ਅਸੀਂ ਤੇ ਲੈ ਕੇ ਇੱਥੇ ਟੁਰਾ, ਨਾ ਸਾਡਾ ਮਾਲ, ਨਾ ਡੰਗਰ, ਨਾ ਮੱਝਾਂ, ਨਾ ਗਾਵਾਂ, ਨਾ ਬੈੱਡ, ਨਾ ਬਿਸਤਰੇ, ਨਾ ਮੰਜੀਆਂ, ਨਾ ਪੀੜੇ, ਇਹ ਹੁੱਕੀ ਹੈ ਅਸੀਂ ਲੈ ਕੇ ਇੱਥੇ ਆ ਗਏ। ਮੈਂ ਕਿਹਾ ਚੌਹਾਨ ਸਾਹਿਬ ਤੁਹਾਡਾ ਤਾਂ ਹਿਸਾਬ ਹੀ ਉਸ ਮਰਾਸੀ ਦੀ ਹੁੱਕੀ ਵਾਲਾ ਵੀ ਤੁਸੀਂ ਉਸ ਹੁੱਕੀ ਨੂੰ ਲੈ ਕੇ ਤੇ ਟੁਰ ਜਾਂਦੇ ਹੋ ਪਰਾਂ, ਤੁਹਾਡਾ ਤੇ ਗੁੰਮਰਾਹ ਕੱਖ ਨਹੀਂ। ਤੇ ਇਹਨਾਂ ਦੀ ਤੇ ਦੁਕਾਨ ਹੀ ਬੰਦ ਹੋ ਜਾਣੀ ਜੇ ਇਹ ਗੱਲਾਂ ਲੋਕਾਂ ਦੇ ਅੱਗੇ ਬਾਰ-ਬਾਰ ਪੇਸ਼ ਕੀਤੀਆਂ ਜਾਣ। ਲੋਕਾਂ ਚੌਹਾਨ ਸਾਹਿਬ ਜੂੰ ਹੀ ਚੌਹਾਨ ਸਾਹਿਬ ਮੰਨੇ ਨੇ ਤੇ ਉਸੇ ਟਾਈਮ ਆਪਣਾ ਸਲਾਬ ਦੇ ਵਿੱਚੋਂ ਅਜ਼ਦਹਾ ਨਿਕਲੇ ਆ ਤੇ ਉਹ ਉਹਨਾਂ ਦੀ ਹੁੱਕੀ ਜਿਹੜੀ ਨੇ ਤਬਾਹ ਕਰ ਗਿਆ, 1 ਮਿੰਟ ਨਹੀਂ ਲੱਗਾ। ਉਮਰ ਵੀ ਇੱਕ ਵਾਰ ਮੈਂ ਤਾਰਿਕ ਚੌਹਾਨ ਸਾਹਿਬ ਨੂੰ ਪੁੱਛਿਆ, ਤਾਰਿਕ ਸਾਹਿਬ ਤੁਸੀਂ ਮਿਰਜ਼ਾ ਸਾਹਿਬ ਨੂੰ ਯੂਸੁਫ ਸਲਾਮ ਤੋਂ, ਹਜ਼ਰਤ ਯੂਸੁਫ ਅਲੈਹਿ ਸਲਾਮ ਤੋਂ ਅਫਜ਼ਲ ਮੰਨਦੇ ਹੋ? ਕਹਿੰਦੇ ਨਹੀਂ। ਮੈਂ ਕਿਹਾ ਮਿਰਜ਼ਾ ਸਾਹਿਬ ਨੇ ਲਿਖਿਆ ਹੈ ਲੋ ਹਵਾਲਾ, ਕਹਿੰਦੇ ਨੇ ਹਾਂ ਮੈਂ ਮੰਨਣਾ। ਮੈਂ ਕਿਹਾ ਪਹਿਲੇ ਤੇ ਕਹਿ ਰਹੇ ਸੀ ਨਹੀਂ ਮੰਨਦਾ, ਕਹਿੰਦੇ ਨੇ ਨਹੀਂ ਹੁਣ ਤੇ ਮੈਂ ਮਿਰਜ਼ਾ ਸਾਹਿਬ ਦਾ ਉਹ ਪੜ੍ਹ ਲਿਆ ਨਾ ਕਿ ਉਹ ਮੰਨਦੇ ਨਹੀਂ ਤੇ ਮੈਂ ਮੰਨਣਾ ਬਸ। ਮੈਂ ਕਿਹਾ ਵਾਹ ਜੀ ਕੀ ਬਾਤ ਹੈ, ਇਹ ਜਿਹਾ ਹੋਣਾ ਚਾਹੀਦਾ ਬੰਦਾ। ਤਾਰਿਕ ਚੌਹਾਨ ਇਸ ਗੱਲੇ ਮੈਂ ਤੁਹਾਨੂੰ ਆਨਾ ਕਿ ਤਾਰਿਕ ਚੌਹਾਨ ਨਾਲ ਨਾ ਲੜਿਆ ਕਰੋ। ਤਾਰਿਕ ਚੌਹਾਨ ਨੂੰ ਜਿਹੜੀ ਗੱਲ ਤੁਸੀਂ ਦੱਸੋਗੇ ਨਾ ਸਹੀ ਹੈ ਉਹ ਮੰਨ ਲੇਗਾ। ਹਾਂ ਮਿਰਜ਼ਾ ਕਾਦੀਆਨੀ ਦੀ ਹਰ ਗੱਲ ਨੂੰ ਉਹ ਮੰਨਦਾ, ਮਿੰਨੋ ਅਨ ਮੰਨਦਾ, ਉਹਦੀ ਤਵੀਲਾ ਵੀ ਨਹੀਂ ਕਰਦਾ। ਮਰਜ਼ਾਈ ਉਹਨਾਂ ਗੱਲਾਂ ਨੂੰ ਮੰਨਣ ਵਾਸਤੇ ਤਿਆਰ ਨਹੀਂ ਹਨ, ਉਹਦੀਆਂ ਬਾਤਲ ਤਵੀਲਾਂ ਕਰਦੇ ਨੇ, ਉਹਦੇ ਤੇ ਪੰਚਰ ਲਾਉਂਦੇ ਨੇ, ਉਹਨੂੰ ਅੱਗੋਂ ਵਲੇਟਦੇ ਨੇ ਗੱਲਾਂ ਨੂੰ, ਉਹਨਾਂ ਤੇ ਪਰਦਾ ਪਾਉਂਦੇ ਨੇ। ਰਾਤੀ ਮਰਜ਼ਾਈ ਚੀਕਾਂ ਮਾਰਨ ਤੇ ਆਖਣ ਇਹ ਸ਼ਰਾਰਤ ਕਰਨਾ ਆਉਂਦਾ, ਸੈਣੀ ਸਾਹਿਬ ਤੁਹਾਡੀ ਬਰਾੜ ਤੇ ਸ਼ਰਾਰਤ ਕਰਨਾ ਆਉਂਦਾ ਹੈ, ਇਹ ਸ਼ਰਾਰਤੀ ਬੰਦਾ ਹੈ। ਉਹ ਸੈਣੀ ਸਾਹਿਬ ਆਖਣ ਬਈ ਸ਼ਰਾਰਤ ਉਹਨੇ ਕਿਹੜੀ ਕੀਤੀ ਹੈ? ਉਹਨੇ ਭਾਰਤ ਪੇਸ਼ ਕੀਤੀ ਹੈ ਤੇ ਤੁਸੀਂ ਉਸ ਭਾਰਤ ਨੂੰ ਮੰਨ ਲਓ। ਜੇ ਤੁਸੀਂ ਉਹਨੂੰ ਮੰਨ ਲਓ ਤੇ ਡਰ ਵਾਲੀ ਕਿਹੜੀ ਗੱਲ, ਭੰਡੀ ਮੁੱਕ ਜੇ। ਤੁਸੀਂ ਉਸ ਇਬਾਰਤ ਨੂੰ ਨਾ ਮੰਨਦੇ ਹੋ ਪਏ ਤੇ ਨਾ ਉਹਨੂੰ ਬਿਆਨ ਕਰਨ ਪੇ ਦਿੰਦੇ, ਤੁਸੀਂ ਆਂਦੇ ਸ਼ਰਾਰਤ ਕੀਤੀ। ਕਿਹੜੀ ਸ਼ਰਾਰਤ ਉਹਨੇ ਕੀਤੀ? ਇਹ ਮਰਜ਼ਾਈ ਹੁਣ ਇੰਨੇ ਜੋਗੇ ਰਹਿ ਗਏ ਨੇ। ਸੈਣੀ ਸਾਹਿਬ ਇਹ ਸ਼ਰਾਰਤ ਕਰਨਾ ਆਉਂਦਾ ਹੈ, ਇਹ ਰੋਜ਼ ਹਜ਼ਰਤ ਇਮਾਮ ਹੁਸੈਨ ਦੀਆਂ ਉਹ ਗੱਲਾਂ। ਭਾਈ ਮੈਂ 101 ਵਾਰੀ ਦਿਹਾੜੀ 'ਚ ਲੋਕਾਂ ਨੂੰ ਦੱਸਾਂਗਾ ਕਿ ਮਿਰਜ਼ਾ ਕਾਦੀਆਨੀ ਨੇ ਆਪਣੇ ਆਪ ਨੂੰ ਹਜ਼ਰਤ ਇਮਾਮ ਹਸਨ ਔਰ ਹੁਸੈਨ ਤੋਂ ਨਾ ਸਿਰਫ ਅਫਜ਼ਲ ਆਖਿਆ, ਅੱਲਾ ਆਖਿਆ, ਬਲਕਿ ਉਹਨਾਂ ਦੀ ਤੋਹੀਨ ਕਰਦੇ ਜੀ, ਉਹਨਾਂ ਦੀ ਤੋਹੀਨ ਕਰਕੇ ਕਹਿੰਦਾ ਹੈ ਕਿ ਜ਼ਿਕਰ ਹੁਸੈਨ ਤੇ ਇੰਜ ਕਿ ਇਸਲਾਮ ਦੇ ਉੱਤੇ ਇੱਕ ਭਾਰੀ ਮੁਸੀਬਤ ਹੈ। ਨਾ ਕਰੋ ਨਾਉਜ਼ ਬਿੱਲਾ। ਜਿਸ ਤਰ੍ਹਾਂ ਕਸਤੂਰੀ ਦੀ ਖੁਸ਼ਬੂ ਦੇ ਕੋਲ ਗੂੰ ਦਾ ਢੇਰ ਹੈ, ਅੱਲਾਹ ਪਾਕ ਨੇ ਇਹਨੂੰ ਗੂੰ ਦਾ ਢੇਰ ਬਣਾ ਦਿੱਤਾ ਨਾ। ਜਿਹੜਾ ਨਬੀ ਦੇ ਨਵਾਸੇ ਨੂੰ ਬਾਰੇ ਇੰਜ ਕਹਿੰਦਾ ਸੀ, ਅੱਜ ਉਹਨੂੰ ਲੋਕੀ ਕਿਹਦੇ ਨਾਲ ਯਾਦ ਕਰਦੇ ਨੇ? ਗੂੰ ਦੇ ਢੇਰ ਨਾਲ ਯਾਦ ਕਰਦੇ ਨੇ ਨਾ। ਬਿਲਕੁਲ ਐਗਜ਼ੈਕਟਲੀ ਨਿਸ਼ਾਨ ਜ਼ਾਹਿਰ ਕਰ ਦਿੱਤਾ। ਨਹੀਂ ਆਮਰ ਵੀ ਦੇਖੋ ਮਿਰਜ਼ਾ ਸਾਹਿਬ ਨੇ ਖੁਦ ਹੀ ਤੇ ਕਿਹਾ ਕਿ ਭਾਈ ਮੇਰੇ ਮਸੀਹ ਹੋਣੇ ਦੀ ਨਿਸ਼ਾਨੀ ਮੇਰੇ ਪੇਚਸ ਤੇ ਮੇਰਾ ਮੂਤਰ ਹੈ ਜੀ। ਅੱਲਾਹ ਪਾਕ ਨੇ ਵੇਖੋ ਯਾਦਾਸ਼ਤ ਕੀ ਰੱਖੀ। ਆਖਰੀ ਗੱਲ ਕਰਕੇ ਤੇ ਮੈਂ ਨੀਚੇ ਉਤਰਾਂਗਾ। ਸੱਚੀ ਉਹ ਜਿਹੜਾ ਰਾਤੀ ਆਇਆ ਸੀ ਨਾ ਤੁਹਾਡੇ ਕੋਲ, ਇੱਥੇ ਰਾਤੀ ਗੁਫ਼ਤਗੂ ਕਰ ਰਿਹਾ ਸੀ ਮਲਕ ਕੈਸਰ ਸਾਹਿਬ ਦੀ ਬਰੋਡ ਤੇ, ਉਹ ਤੁਹਾਡੇ ਨਾਲ ਤਕਰੀਬਨ 1.5 ਤੋਂ ਪੌਣੇ 2 ਸਾਲ ਪਹਿਲੇ ਵੀ ਆਇਆ, ਇੱਕ ਵਾਰੀ ਆਇਆ ਸੀ ਔਰ ਗੁਫ਼ਤਗੂ ਕਰਕੇ ਗਿਆ ਸੀ ਔਰ ਦੱਸ ਕੇ ਗਿਆ ਸੀ ਕਿ ਮੇਰਾ ਵਾਲਦ ਸਾਹਿਬ ਜਿਹੜੇ ਨੇ ਉਹ ਆਪਣਾ ਕਿਹਦਾ ਨਾਂ ਹੈਗੇ ਨੇ, ਅੱਲਾਹ ਭਲਾ ਕਰੇ, ਮੁਰੱਬੀ ਸਾਹਿਬ ਨੇ, ਔਰ ਸਾਰਾ ਆਪਣਾ ਤਰਫ ਕਰਾ ਕੇ ਗਿਆ ਸੀ। ਉਹ ਪ੍ਰੋਫੈਸਰ ਨਹੀਂ ਪ੍ਰੋਫੈਸਰ ਨਹੀਂ, ਆਪਣਾ ਉਹ ਆਇਆ ਸੀ ਮਲੇਸ਼ੀਆ ਤੋਂ, ਸ਼ਹਜ਼ਾਦ ਨਾਮ ਦਾ ਮੁੰਡਾ ਸੀ ਕੋਈ, ਸ਼ਹਜ਼ਾਦ। ਬਿਲਕੁਲ ਸ਼ਹਜ਼ਾਦ ਨਾਮ ਹੈ ਜੀ, ਬਿਲਕੁਲ ਹਾਂਜੀ। ਉਹ ਤੁਹਾਡੇ ਨਾਲ ਪਹਿਲੇ ਵੀ ਗੱਲ ਗੁਫ਼ਤਗੂ ਕਰਕੇ ਗਿਆ ਸੀ ਔਰ ਇਸ ਤਰ੍ਹਾਂ ਹੀ ਗੁਫ਼ਤਗੂ ਕੀਤੀ ਸੀ ਔਰ ਕੋਈ ਬਦਤਮੀਜ਼ੀ ਕੋਈ ਬੁਰਾ ਲਹਿਜਾ ਨਹੀਂ ਉਹਨੇ ਇਸਤੇਮਾਲ ਕੀਤਾ। ਉਹਨੇ ਦੱਸਿਆ ਸੀ ਕਿ ਮੇਰਾ ਵਾਲਦ ਜਿਹੜਾ ਨਾ ਮੁਰੱਬੀ ਹੈ ਤੇ ਮੈਂ ਪਦੈਸ਼ੀ ਅਹਿਮਦੀ ਹਾਂ ਤੇ ਇਹ ਉਹ ਇਸ ਤਰ੍ਹਾਂ ਕਰਕੇ। ਤੇ ਮੈਂ ਰਾਤੀ ਸੁਣ ਰਿਹਾ ਸੀ ਤੇ ਮੈਂ ਕੋਸ਼ਿਸ਼ ਕਰਨ ਲੱਗਾ ਸੀ ਕਿ ਉੱਪਰ ਆਵਾਂ, ਫਿਰ ਮੈਂ ਕਿਹਾ ਚਲੋ ਇਨਸ਼ਾਅੱਲਾ ਜੇ ਇਸ ਵਾਰ ਮੁਲਾਕਾਤ ਹੋਈ ਤੇ ਫਿਰ ਮੈਂ ਜ਼ਰੂਰ ਦੱਸ ਦਿਆਂਗਾ ਤੁਹਾਨੂੰ। ਉਹਦੀ ਆਵਾਜ਼ ਮੈਨੂੰ ਉਸੇ ਨਾਲ ਹੀ ਲੱਗੀ ਹੈ ਕਿ ਜਾਣੀ ਪਛਾਣੀ ਜੀ ਆਵਾਜ਼ ਹੈ ਕਿ ਅੱਗੇ ਇਹਦੇ ਨਾਲ ਗੱਲ ਜ਼ਰੂਰ ਹੋਈ, ਭਾਵੇਂ WhatsApp ਤੇ ਹੋਈ ਹੈ ਭਾਵੇਂ ਇੱਥੇ ਹੋਈ ਹੈ।
ਪਰ ਮੈਂ ਪੁੱਛਿਆ ਨਹੀਂ, ਮੈਂ ਕਿਹਾ ਚਲੋ ਕੋਈ ਹੁੰਦੀ ਰਹਿੰਦੀ ਨਹੀਂ ਗੱਲ। WhatsApp ਦਾ ਤੇ ਸਰ ਜੀ ਮੈਨੂੰ ਇਲਮ ਨਹੀਂ, ਮਗਰ ਇਹ ਹੈ ਕਿ ਇੱਥੇ ਮੁਲਾਕਾਤ ਤੁਹਾਡੀ 1.5-2 ਸਾਲ ਪਹਿਲੇ ਹੋਈ ਸੀ ਔਰ ਗੁਫ਼ਤਗੂ ਇਸ ਤਰ੍ਹਾਂ ਹੀ ਹੋਈ ਸੀ ਜੀ ਹਾਂ। ਔਰ ਮੈਂ ਉਹਦੀ ਆਵਾਜ਼ ਵੀ ਪਹਿਚਾਨੀ ਸੀ ਔਰ ਉਹਦੀ ਜਿਹੜੀ ਗੁਫ਼ਤਗੂ ਨਾ ਉਹ ਵੀ ਪਹਿਚਾਨ ਲਈ ਸੀ ਔਰ ਦੱਸਿਆ, ਜ਼ਿਹਨ 'ਚ ਆ ਗਿਆ ਸੀ ਮੇਰੇ, ਤੇ ਮੈਂ ਕਿਹਾ ਚਲੋ ਮੈਂ ਸੁਬਾਹ ਇਨਸ਼ਾਅੱਲਾ ਜ਼ਰੂਰ ਦੱਸਾਂਗਾ ਇਹਨਾਂ ਨੂੰ। ਬਹੁਤ ਸ਼ੁਕਰੀਆ ਸਰ ਜੀ। ਆਮਿਰ ਵੀ ਇੱਕ ਹਵਾਲਾ ਯਾਰ ਮੈਨੂੰ ਬੜਾ ਕਨਫਿਊਜ਼ ਕਰ ਰਿਹਾ ਹੈ, ਇੱਕ ਹਵਾਲਾ ਮੈਨੂੰ ਬੜਾ ਕਨਫਿਊਜ਼ ਕਰ ਰਿਹਾ ਹੈ। मिर्ज़ा साहब ਉਹਦੇ ਵਿੱਚ ਕਹਿੰਦੇ ਨੇ ਕਿ और तूने मुझे मुश्त जन और या लकत जन की तरह ਜ਼ਖਮੀ ਕਰ ਦਿਆ, ਇਹਦਾ ਕੀ ਮਤਲਬ ਹੈ? ਚਲੋ ਇਹਦਾ ਮਤਲਬ ਅਸੀਂ ਇਹ ਵੇ ਕਿ ਇਹਦਾ ਸਾਨੂੰ ਫਾਇਦੇ ਦੀ ਬਜਾਏ ਨੁਕਸਾਨ ਹੈ। ਇਹਦੇ ਨਾਲ ਉਹ ਕਹਿੰਦੇ ਨੇ ਕਿ ਦੇਖੋ ਜੀ ਤੁਸੀਂ ਮਿਰਜ਼ਾ ਕਾਦੀਆਨੀ ਦੀ ਤੋਹੀਨ ਕਰ ਦਿਓ, ਤੇ ਹੈ ਤੇ ਉਹ ਗੰਦਾ ਜਿਹਾ ਮੈਨਾ ਹੈ, ਲੇਕਿਨ ਅਸੀਂ ਉਹ ਗੰਦਾ ਮੈਨਾ ਕੱਢ ਕੇ ਉਹਨਾਂ ਦੇ ਅੱਗੇ ਪੇਸ਼ ਕਰਨ ਦੇ ਆਖਣਗੇ ਤੁਸੀਂ ਵੇਖੋ ਬਿਲਾ ਇਸ਼ਤਿਆਲ ਬਗੈਰ ਪ੍ਰੋਵੋਕੇਸ਼ਨ ਦੇ ਤੁਸੀਂ ਤੋਹੀਨ ਕਰਨਾ ਚਾਹੁੰਦੇ, ਅਸੀਂ ਤੋਹੀਨ ਨਹੀਂ ਕਰਨਾ ਚਾਹੁੰਦੇ। ਉਹ ਖੁਦ ਤੋਹੀਨ ਕਰਕੇ ਗਿਆ, ਅਸੀਂ ਉਹਦੀ ਤੋਹੀਨ ਲੋਕਾਂ ਦੇ ਅੱਗੇ ਰੱਖ ਕੇ ਲੋਕਾਂ ਨੂੰ ਅਪੀਲ ਕਰਾਂਦੇ ਕਿ ਇਹਨੇ ਹਸਨੈਨ ਕਰੀਮੈਨ ਦੀ ਤੋਹੀਨ ਕੀਤੀ ਹੈ, ਸੈਯਦਨਾ ਮਸੀਹ अलैहिस्सलाम ਦੀ ਤੋਹੀਨ ਕੀਤੀ ਹੈ, ਸਾਰੇ ਅੰਬੀਆ ਦੀ ਤੋਹੀਨ ਕੀਤੀ ਹੈ, ਹੱਤਾ ਕਿ ਇਮਾਮੁਲ ਅੰਬੀਆ ਦੀ ਜਿਹੜੇ ਸੈਯਦ ਵਲਦ ਆਦਮ ਨੇ ਉਹਨਾਂ ਦੀ ਵੀ ਤੋਹੀਨ ਕੀਤੀ ਹੈ, ਜਿਹੜੇ ਇਸ ਦੁਨੀਆ ਦੇ ਸਭ ਤੋਂ ਆਲਾ ਇਨਸਾਨ ਨੇ। ਜੀ ਕਰੋ ਆਮਿਰ ਭਾਈ, ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਮੈਂ ਸਿਰਫ ਤੁਹਾਨੂੰ ਇੱਕ 10 ਸੈਕਿੰਡ ਦੀ ਇੱਕ ਆਡੀਓ ਸੁਣਾਣੀ ਹੈ, ਤੁਸੀਂ ਮੈਨੂੰ ਨਤੀਜਾ ਕੱਢ ਕੇ ਦੇਣਾ ਹੈ ਕਿ ਇਹ ਜਿਹੜੀ ਆਡੀਓ ਹੈ ਇਹਦਾ ਨਤੀਜਾ ਕੀ ਨਿਕਲਦਾ ਹੈ, ਮਤਲਬ ਹੈ ਕੀ ਕਹਿਣਾ ਕੀ ਚਾਹੁੰਦੇ ਨੇ, ਕੀ ਹੈ ਸਾਡੀ ਉਹਦਾ ਮਕਸਦ ਹੈ ਤੇ ਕੀ ਇਹਦਾ ਨਤੀਜਾ ਨਿਕਲਦਾ ਹੈ। ਇਹ ਸੁਣੋ ਜ਼ਰਾ। और इल्जामी जवाब देना कोई कुफर नहीं है, कोई गुस्ताखी नहीं। असूली बात करने का शौक होता है, जिसको शौक हो इस पे मेरे से बात कर सकता है। ਆਇਆ ਜੀ ਆਮਿਰ ਭਾਈ, ਇੰਨੀ ਕੁ ਜਿਹੜੀ ਨਾ ਇਹਦਾ ਮੈਨੂੰ ਤੁਸੀਂ ਨਤੀਜਾ ਦੱਸਣਾ ਹੈ ਕਿ ਇਲਜ਼ਾਮੀ ਜਵਾਬ ਜਿਹੜਾ ਹੈ ਕੋਈ ਕੁਫਰ ਨਹੀਂ ਹੈ, ਕੋਈ ਗੁਸਤਾਖੀ ਨਹੀਂ। ਦੁਬਾਰਾ ਸੁਣਾ ਸਕਦੇ ਹੋ ਜ਼ਰਾ, ਲਫ਼ਜ਼ ਥੋੜੇ ਮਿਸ ਹੋ ਗਏ ਨੇ। ਮੈਂ ਦੁਬਾਰਾ ਸੁਣਾ ਦਿੰਦਾ। और इल्जामी जवाब देना कोई कुफर नहीं है, कोई गुस्ताखी नहीं। असूली बात करने का शौक होता है, जिसको शौक हो इस पे मेरे से बात कर सकता है। जी इतनी गल है। असूली बात जिसको करने का शौक हो की कर सकता है? कहना जिन्होंने असूली गल करने का शौक है मेरे से गल कर लवे कि इल्जामी जवाब देना कोई कुफर नहीं है, कोई गुस्ताखी नहीं है। नहीं, इन्हां दे नज़दीक इंज ही है जाहिद भाई, जेड़ा मिर्ज़ा कादियानी इल्ज़ामी जवाब दे के ईसा अलैहिस्सलाम दी तोहीन करदा रहा, ते जे उहनूं तोहीन नज़र आउंदी हुंदी ते क्यों दिंदा? वो तो आप कहना मैं यहूदियां दीयां किताबां पढ़ के ਤੇ ਲੋਕਾਂ ਨੂੰ ਪੰਜੋਰ ਲੋਕਾਂ ਨੂੰ ਟ੍ਰੇਨਿੰਗ ਦੇਣਾ ਪਿਆ, ਆਪਣੇ ਮੁਰੀਦਾਂ ਨੂੰ ਟ੍ਰੇਨਡ ਕਰ ਰਿਹਾ ਵਾਂ ਕਿ ਤੁਸੀਂ ਇਹ ਜਵਾਬ ਦੇਣੇ ਕਰਨਾ ਨੇ ਈਸਾਈਆਂ ਨੂੰ। ਇਹਨਾਂ ਦੇ ਨਜ਼ਦੀਕ ਇਹ ਤੋਹੀਨ ਨਹੀਂ ਹੈ, ਸਾਡੇ ਨਜ਼ਦੀਕ ਇਹੋ ਜਿਹਾ ਇਲਜ਼ਾਮੀ ਦਲੀਲ, ਇਹੋ ਜਿਹੀ ਇਲਜ਼ਾਮੀ ਜਵਾਬ ਜਿਹਦੇ ਵਿੱਚ ਅਗਲੇ 'ਚੋਂ ਗੱਲ ਵੀ ਨਾ ਪਾਈ ਜਾਂਦੀ ਹੋਵੇ ਔਰ ਤੁਸੀਂ ਉਹਦੀ ਤਰਫ ਉਹ ਗੱਲ ਮਨਸੂਬ ਕਰਨ ਦੀ ਕੋਸ਼ਿਸ਼ ਕਰੋ ਔਰ ਉਹਨਾਂ ਦੇ ਵਿੱਚ ਜ਼ਬਰਦਸਤੀ ਦਾਖਲ ਕਰਨ ਦੀ ਕੋਸ਼ਿਸ਼ ਕਰੋ ਤੇ ਉਮਣ ਵੀ ਉਹ ਆਲਾ ਇਨਸਾਨ ਤੇ ਉਹਨਾਂ ਦੀ ਤੋਹੀਨ ਹੈ। ਮਿਸਾਲ ਦੇ ਤੌਰ ਤੇ ਤੁਸੀਂ ਮੈਨੂੰ ਕਹਿ ਦਿੱਤਾ ਹੈ ਕਿ ਮੈਂ ਚੋਰ ਹਾਂ ਜਾਂ ਮੇਰਾ ਵਾਲਿਦ ਚੋਰ ਹੈ, ਤੇ ਤੁਹਾਡਾ ਤੇ ਮੇਰਾ ਦਾਦਾ ਇੱਕ ਹੀ ਹੋਵੇ ਤੇ ਮੈਂ ਉਸ ਦਾਦੇ ਦੇ ਬਾਰੇ ਇਹੋ ਜਿਹੀ ਗੱਲ ਕਰਾਂ ਜਿਹੜੀ ਮੇਰੇ ਦਾਦੇ ਨੇ ਨਹੀਂ ਕੀਤੀ। ਬਈ ਦਾਦਾ ਵੀ ਤਾਂ ਜਦੋਂ ਲੱਕੜੀਆਂ ਚੁੱਕ ਕੇ ਲਿਆਇਆ ਸੀ ਤਾਂ ਪਤਾ ਲੋਕਾਂ ਨੇ ਚੋਰੀ ਦਾ ਇਲਜ਼ਾਮ ਲਾਇਆ ਸੀ ਨਾ, ਹਾਲਾਂਕਿ ਉੱਥੇ ਉਹ ਗੱਲ ਨਾ ਪਾਈ ਜਾਂਦੀ ਹੋਵੇ। ਦਰਅਸਲ ਕੀ ਮੈਂ ਕਰ ਰਿਹਾ, ਮੈਂ ਤੋਹੀਨ ਕਰ ਰਿਹਾ ਕਿਉਂਕਿ ਉਹ ਦਾਦਾ ਤੇ ਮੇਰੇ ਨਜ਼ਦੀਕ ਵੀ ਸੱਚਾ ਆਦਮੀ ਸੀ, ਅੱਛੇ ਅਸੀਂ ਪਿਓ ਦੇ ਪੁੱਤਰ ਹਾਂ, ਚੰਗੇ, ਲੇਕਿਨ ਮੈਂ ਜ਼ਬਰਦਸਤੀ ਦਾਦੇ ਵੱਲ ਮਨਸੂਬ ਕਰ ਰਿਹਾ ਇੱਕ ਗੱਲ ਜਿਹੜੀ ਦਾਦੇ 'ਚ ਪਾਈ ਵੀ ਨਹੀਂ ਜਾਂਦੀ ਔਰ ਉਹ ਮੇਰੇ ਨਜ਼ਦੀਕ ਹੈ ਵੀ ਮੁਕੱਦਸ ਔਰ मोहतरम शख्सियत। ਤੋਹੀਨ ਸਾਡੇ ਨਜ਼ਦੀਕ ਤੇ ਇਹ ਗੁਸਤਾਖੀ ਔਰ ਤੋਹੀਨ ਹੈ, ਇਹਨਾਂ ਦੇ ਨਜ਼ਦੀਕ ਨਹੀਂ ਹੈ। ਇਲਜ਼ਾਮੀ ਜਵਾਬ ਹੀ ਇਹਨਾਂ ਦੀ ਬੁਨਿਆਦ ਹੈ, ਇਲਜ਼ਾਮੀ ਜਵਾਬ ਹੀ ਇਹਨਾਂ ਦਾ ਕੁੱਲ ਅਸਾਸ ਹੈ। ਇਹ ਨਹੀਂ ਕਿ ਸਿਰਫ ਇਲਜ਼ਾਮੀ ਜਵਾਬ ਨਾਲ ਇਹ ਲੋਕਾਂ ਦਾ ਮੂੰਹ ਬੰਦ ਕਰਦੇ ਨੇ, ਇਹਨਾਂ ਕੋਲ ਇਲਜ਼ਾਮੀ ਜਵਾਬ ਦੇ ਇਲਾਵਾ ਹੋਰ ਹੈ ਹੀ ਕੱਖ ਨਹੀਂ। ਇੱਥੇ ਮੈਂ ਇੱਕ ਸਵਾਲ ਪੁੱਛਾਂ ਨਾ, ਕਿਸੇ ਮਰਜ਼ਾਈ ਨੂੰ ਜਵਾਬ ਨਹੀਂ ਆਉਣ ਲੱਗਾ, ਤਹਿਕੀਕੀ ਇਲਮੀ ਜਵਾਬ ਨਹੀਂ ਦੇ ਸਕਣ ਲੱਗੇ, ਲੇਕਿਨ ਇਲਜ਼ਾਮੀ ਆਖੋ 101 ਗੱਲਾਂ ਕਰਨ ਦੇ, 101 ਡਰਾਮੇ ਕਰਨ ਦੇ। ਹਫੀਜ਼ ਸ਼ੇਖ ਸਾਹਿਬ ਮੌਜੂਦ ਹੋ? ਅੱਛਾ ਆਮਿਰ ਭਾਈ, ਇਹ ਅਸੂਲ ਤੇ ਇਹਨਾਂ ਨੇ ਆਪ ਹੁਣ ਕਾਇਮ ਕੀਤਾ ਹੈ ਨਾ ਕਿ ਇਲਜ਼ਾਮੀ ਜਵਾਬ ਜਿਹੜਾ ਹੈ ਕੋਈ ਕੁਫਰ ਨਹੀਂ, ਕੋਈ ਗੁਸਾਖੀ ਨਹੀਂ ਹੈ।
ਔਰ ਮੈਂ ਵੀਡੀਓ ਨਾ ਸਿਰਫ ਇਸ ਵਾਸਤੇ ਪਲੇ ਕੀਤੀ ਸੀ ਕਿ ਸ਼ਾਰਪ ਸ਼ੂਟਰ ਬੈਠਾ ਹੈ ਨਾ, ਸ਼ਾਰਪ ਸ਼ੂਟਰ ਨੂੰ ਆ ਕੇ ਕੱਢਦੇ ਨੇ ਗਾਲ, ਇਹਦੀ ਬੇਟੀ ਦਾ ਨਾਂ ਲੈ ਕੇ ਤੇ ਥੱਲੇ ਬੜੇ ਗੰਦੇ ਅਲਫਾਜ਼ ਲਿਖ ਕੇ ਤੇ ਇਹਨੂੰ ਕਹਿ ਦਿੰਦੇ ਨੇ। ਹੁਣ ਸ਼ਾਰਪ ਸ਼ੂਟਰ ਅੱਗੋਂ ਜਿਹੜਾ ਹੈ ਫਿਰ ਸਬੂਈ ਬੇਗਮ ਤੇ ਸਿੱਧਾ ਨੁਸਰਤ ਜਹਾਲ ਜਾਂਦਾ। ਜਿਵੇਂ ਇਹਨਾਂ ਨੇ ਆਪ ਅਸੂਲ ਕਾਇਮ ਕੀਤਾ ਹੈ ਨਾ ਕਿ ਮਿਰਜ਼ਾ ਕਾਦੀਆਨੀ ਦੇ ਖਿਲਾਫ ਤੁਸੀਂ ਕੋਈ ਗੱਲ ਕਰੋਗੇ ਤੇ ਅਸੀਂ ਰਸੂਲ ਕਰੀਮ ਨੂੰ ਜਾਂ ਉਮਹਾਤੁਲ ਮੋਮਿਨੀਨ ਸਾਹਬੇ ਰਸੂਲ ਨੂੰ ਜਿਹੜੀ ਵੀ ਗਾਲ ਕੱਢੀਏ ਉਹ ਕੁਫਰ ਤੇ ਗੁਸਤਾਖੀ ਨਹੀਂ ਹੈ, ਕਿਉਂਕਿ ਇਲਜ਼ਾਮੀ ਜਵਾਬ ਹੈ। ਤੇ ਇਸੇ ਤਰ੍ਹਾਂ ਫਿਰ ਸ਼ਾਰਪ ਸ਼ੂਟਰ ਹੱਕ ਰੱਖਦਾ ਹੈ ਨਾ ਉੱਥੇ ਜਾਣ ਦਾ, ਕਿ ਨੁਸਰਤ ਜਹਾਂ ਨੂੰ ਕਵੇ ਤੇ ਸਬੂਈ ਬੇਗਮ ਨੂੰ ਕਵੇ ਤੇ ਜਿਹਨੂੰ ਮਰਜ਼ੀ ਕਵੇ, ਕਿਉਂਕਿ ਅਸੂਲ ਤਾਂ ਇਹਨਾਂ ਦਾ ਆਪਣਾ ਹੈ ਨਾ ਕਿ ਨਹੀਂ ਗੁਸਤਾਖੀ ਤੇ ਨਾ ਕੁਫਰ ਹੈ। ਬਿਲਕੁਲ, ਜਿਹੜਾ ਅਸੂਲ ਆਪ ਬਣਾਇਆ ਹੈ ਉਸ ਅਸੂਲ ਦੀ ਜ਼ਦ ਚ ਆਉਂਦੇ ਨੇ ਤੇ ਅੱਛਾ ਜ਼ਾਦ ਭਾਈ ਔਰ ਆਮਰ ਭਾਈ, ਇਹ ਹੁਣ ਥੋੜੀ ਦੇਰ ਪਹਿਲੇ ਨਾ ਇੱਕ ਬਰੋਡ ਤੇ ਮੈਂ ਉਹਨਾਂ ਨੂੰ ਪਹਿਲੇ ਹੀ ਡਿਸਕਲੇਮਰ ਦਿੱਤਾ, ਮੈਂ ਕਿਹਾ ਮਲਕ ਸਾਹਿਬ ਇਹ ਥੱਲੇ ਗਾਲਾਂ ਲਿਖ ਰਹੇ ਨੇ ਤੇ ਮੈਂ ਜਵਾਬ ਦਿਆਂਗਾ ਤੇ ਫਿਰ ਤੁਸੀਂ ਕਹਿੰਦੇ ਨਾ ਬਸ ਛੋੜ ਦੇ। ਉਹਨੇ ਇਹ ਵੀ ਤੇ ਆਖਿਆ ਨਾ ਕਿ ਸ਼ਾਹ ਸ਼ੂਟਰ ਦੀ ਬੇਟੀ ਮੇਰੀ ਬੇਟੀ, ਉਹ ਬਾਜ਼ ਨਹੀਂ ਆਇਆ ਤੇ ਫਿਰ ਉਹ ਸਹੀ ਤੋਂ ਠੋਕ ਕੇ ਕੀਤਾ। ਹਾਂ, ਉਹ ਮੈਂ ਕਿਹਾ ਕਿ ਮੇਰੀਆਂ 100 ਆਈਡੀਆਂ ਨੇ, ਮੈਂ ਹਰ ਆਈਡੀ ਤੋਂ ਆ ਕੇ ਤੁਹਾਨੂੰ ਕਰਾਂਗਾ, ਠੋਕਾਂਗਾ ਨਾ। ਤੇ ਉਹ ਮੈਂ ਤਰਿਆਂ ਚੋਹਾਂ ਤੋਂ ਕੀਤਾ ਤੇ ਉਹਨਾਂ ਦਾ ਮਗਜ਼ ਹੀ ਕਰੈਕ ਹੋ ਗਿਆ। ਉਹ ਇੱਕ ਦੂਜੇ ਨਾਲ ਲੱਗੇ ਹੋਏ ਸਨ ਤੇ ਮੈਂ ਕਾਲ ਮਲਾਈਏ ਮੇਰੇ ਵੀ ਚੱਕ ਲਈ ਨੇ ਚਲੀ ਦੇ ਪੁੱਤਰ। ਉਹ ਉਹਨਾਂ ਨੂੰ ਪਤਾ ਵੀ ਹੈ ਕਿ ਅਸੀਂ ਇਹ ਗੱਲ ਕਰਾਂਗੇ ਤੇ ਇਹ ਕੋਈ ਜਵਾਬ ਇਹਨੇ ਇਹੀ ਦੇਣਾ। ਇਹਦਾ ਮਤਲਬ ਵੀ ਉਹ ਮਲਕ ਸਾਹਿਬ ਨੇ ਕਿਹਾ ਹੈ ਜਾਣ ਬੁੱਝ ਕੇ ਗਾਲਾਂ ਕਢਾਉਂਦੇ ਨੇ। ਇਹ ਜਿਹੜੇ ਮਿਰਜ਼ਾਈ ਨੇ ਇਹ ਜਾਣ ਬੁੱਝ ਕੇ ਜਦ ਤੱਕ ਗਾਲਾਂ ਜਾਂ ਮਿਰਜ਼ਾ ਸਾਹਿਬ ਨੂੰ ਨਾ ਠਕਵਾਵਣ ਜਾਂ ਉਹਨਾਂ ਦੀ ਵਾਈਫ ਨੂੰ ਜਾਂ ਇਹ ਸਬੂਈ ਸਾਹਿਬਾਂ ਨੂੰ ਨਾ ਠਕਾਵਣ, ਇਹਨਾਂ ਨੂੰ ਚੈਨ ਹੀ ਨਹੀਂ ਆਉਂਦਾ। ਥੋੜਾ ਬਹੁਤਾ ਵੀ ਹੋਸ਼ ਹਵਾਸ ਵਾਲਾ ਬੰਦਾ ਹੋਵੇ ਨਾ ਤੇ ਉਹ ਇਹ ਗੱਲ, ਇਹ ਸੱਚ ਹੈ, ਇਹ ਸੱਚੀ ਗੱਲ ਉਹ ਕਰ ਦਿੰਦਾ ਕਿ ਤੂੰ ਖੁਦ ਪਹਿਲ ਕਰਕੇ ਤੇ ਤੂੰ ਇਬਤਦਾ ਕਰਕੇ ਤੇ ਇਹ ਆਪਣੀ ਤਰਫ ਲੋਕਾਂ ਦਾ ਰੁਖ ਮੋੜ ਰਿਹਾ। ਮੈਂ ਵੀ ਹੁਣ ਇੱਕ ਸੁਬਾ ਪਹਿਲਾ ਮੈਸੇਜ ਹੀ WhatsApp ਤੇ ਇੱਕ ਮੁਸਲਮਾਨ ਨੂੰ ਕਰ ਰਿਹਾ ਸੀ ਤੇ ਮੈਂ ਉਹਨੂੰ ਇਹੀ ਕਹਿ ਰਿਹਾ ਸੀ ਕਿ ਬਈ ਤੁਸੀਂ ਕਿਉਂ ਉਹਨਾਂ ਦੇ ਤੋਪਾਂ ਦਾ ਰੁਖ ਆਪਣੇ ਵੱਲ ਮੋੜਨਾ ਚਾਹੁੰਦੇ ਹੋ? ਜਾਣ ਬੁੱਝ ਕੇ ਤੇ ਨਾ ਤੋਹੀਨ ਕਰਵਾਓ, ਤੋਹੀਨ ਵਾਲੇ ਮੌਜ਼ੂਆਤ ਨੂੰ ਅਵਾਇਡ ਕਰੋ। ਕਿਸੇ ਹੋਰ ਕੌਮ ਦੀ ਗੱਲ ਹੋ ਰਹੀ ਸੀ ਤੇ ਜਿਹੜੇ ਬੰਦੇ ਆਪ ਇਹੋ ਜਿਹੀਆਂ ਗੱਲਾਂ ਕਰਦੇ ਨੇ, ਇਹੋ ਜਿਹੇ ਅਸੂਲ ਵਜ਼ਾ ਕਰਦੇ ਨੇ, ਉਹ ਆਪ ਤੋਹੀਨ ਕਰਵਾਉਂਦੇ ਨੇ। ਜਿਹੜੇ ਦੂਜੇ ਦੀ ਜਾ ਕੇ ਆਪ ਇਨਸਲਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਫਿਰ ਉਹ ਗਾਲ ਆਪਣੇ ਪੈਂਦੀ ਹੈ, ਫਿਰ ਚੀਕਾਂ ਨਿਕਲਦੀਆਂ। ਉਹ ਜ਼ੈਦ ਭਾਈ ਅੱਜ ਉਹ ਡਾਕਟਰ ਜ਼ਕਰੀਆ ਸਾਹਿਬ ਕੀ ਕਹਿ ਰਹੇ ਸਨ ਕਿ ਮੂਸਾ ਸਲਾਤੁਸਲਾਮ ਜ਼ਿੰਦਾ ਨੇ, ਹੁਣ ਵੀ ਮੌਜੂਦ ਨੇ? ਕੀ ਕਹਿ ਰਹੇ ਸਨ ਜ਼ਰਾ ਉਹ ਥੋੜਾ ਜਿਹਾ ਦੱਸੋ। ਫਿਰ ਫਸ ਗਏ ਨੇ ਜਿਸਲੇ ਤੇ ਉਹ ਦਰੂਦੋ ਸਲਾਮਾਂ ਪੜ੍ਹਨੇ ਲੱਗ ਪਏ ਨੇ, ਪਹਿਲੇ ਨਹੀਂ ਪੜ੍ਹੀਆਂ। ਉਹ ਕੀ ਚੱਕਰ ਹੋਇਆ ਸੀ? ਮੈਂ ਥੋੜੀ ਦੇਰ ਉਹ ਸੁਣੀ ਹੈ ਗੱਲ। ਡਾਕਟਰ ਜ਼ਿਕਰੀਆ ਸਾਹਿਬ ਗੱਲ ਕਰ ਰਹੇ ਸੀ ਉਸਾਮਾ ਨਾਲ ਨਾ, ਤੇ ਉਸਾਮਾ ਨੇ ਹਵਾਲਾ ਰੱਖਿਆ ਹੋਇਆ ਸੀ ਕਿ ਮਿਰਜ਼ਾ ਸਾਹਿਬ ਨੇ ਲਿਖਿਆ ਹੋਇਆ ਕਿ ਹਜ਼ਰਤ ਈਸਾ ਇਬਨ ਮਰੀਮ ਜਿਹੜੇ ਨੇ ਉਹ ਆਪਣੇ ਦੌਰ ਦੇ ਮੁਕਰਬੀਨ ਦੇ ਵਿੱਚੋਂ ਸਨ, ਯਾਨੀ ਕਿ ਹੋਰ ਵੀ ਜਿਹੜੇ ਹੈ ਨੇ ਉਸ ਦੌਰ ਦੇ ਵਿੱਚ ਹੋਰ ਮੁਕਰਬ ਮੌਜੂਦ ਸਨ। ਠੀਕ ਹੈ, ਤੇ ਉਹਨੇ ਕਿਹਾ ਜੀ ਕੋਈ ਦੱਸ ਦਿਓ ਮੈਨੂੰ ਕਿਹੜਾ ਸੀ। ਇਹਨਾਂ ਨੇ ਕਿਹਾ, ਡਾਕਟਰ ਜ਼ਿਕਰੀਆ ਸਾਹਿਬ ਨੇ ਕਿਹਾ ਜੀ ਹਜ਼ਰਤ ਮੂਸਾ ਅਲੈਹਿਸਲਾਮ ਉਹਨਾਂ ਤੋਂ ਅਫਜ਼ਲ ਸਨ। ਉਹਨੇ ਕਿਹਾ ਜੀ ਮਿਰਜ਼ਾ ਸਾਹਿਬ ਨੇ ਲਿਖਿਆ ਹੋਇਆ ਕਿ ਉਹਨਾਂ ਦੇ ਦੌਰ ਦੇ ਵਿੱਚ, ਹਜ਼ਰਤ ਈਸਾ ਦੇ ਦੌਰ 'ਚ ਤੇ ਹਜ਼ਰਤ ਮੂਸਾ ਦੇ ਦੌਰ 'ਚ ਮੌਜੂਦ ਨਹੀਂ ਸਨ। ਡਾਕਟਰ ਜ਼ਿਕਰੀਆ ਸਾਹਿਬ ਕਹਿੰਦੇ ਨੇ ਕਿ ਹਜ਼ਰਤ ਮੂਸਾ ਜਿਹੜੇ ਨੇ ਉਹਨਾਂ ਤੋਂ ਪਹਿਲੇ ਵੀ ਮੌਜੂਦ ਸਨ, ਉਹਨਾਂ ਦੇ ਦੌਰ 'ਚ ਵੀ ਮੌਜੂਦ ਨੇ ਤੇ ਕਿਆਮਤ ਤੱਕ ਮੌਜੂਦ ਰਹਿਣਗੇ। ਤੇ ਉਹਦੇ 'ਤੇ ਉਸਾਮਾ ਬਾਰ-ਬਾਰ ਪੁੱਛ ਰਿਹਾ ਸੀ ਕਿ ਉਹ ਜ਼ਿੰਦਾ ਮੌਜੂਦ ਸਨ ਹਜ਼ਰਤ ਮੂਸਾ ਅਲੈਹਿਸਲਾਮ ਉਹਨਾਂ ਦੇ ਦੌਰ 'ਚ? ਤੇ ਕਹਿੰਦਾ ਜੀ ਨਹੀਂ, ਉਹ ਮੌਜੂਦ ਤਾਂ ਹੈ ਨਾ ਹਜ਼ਰਤ ਮੂਸਾ। ਉਹਨੇ 2-3 ਵਾਰੀ ਪੁੱਛਿਆ कि हज़रत मूसा जिंदा मौजूद सी उस दौर दे विच या नहीं, तो कहना हाँ जैसा भी आप समझ लें जिंदा ही थे ना, मौजूद तो है ना। बस जलेबियां बनाण डिया सी डॉक्टर ज़िकरिया, फसिया बहुत भैड़ा सी। तो जो उन्होंने होर जवाब कोई नहीं आया, फिर उस मिर्ज़ा कादियानी के उत्ते पढ़न लग पिया सियालकोट। उन्हें फिर 4-5 लानतां पा के थले ला छड्डिया।
ਅਬੂ ਬਕਰ ਭਾਈ, ਮੈਂ ਤੁਹਾਡਾ ਸਵਾਲ ਪੜ੍ਹਿਆ ਸੀ, ਜਿਹੜਾ ਤੁਸੀਂ ਸਵਾਲ ਕਰ ਰਹੇ ਸੀ ਨਾ, ਮੈਂ ਉਹ ਵੀ ਪੜ੍ਹਿਆ ਸੀ, ਲੇਕਿਨ ਉਹ ਮੁਕੰਮਲ ਜਿਹੜਾ 2-3 ਵਾਰੀ ਅੱਗੇ ਡਿਸਕਸ਼ਨ ਹੋਈ ਹੈ ਨਾ, ਬਾਰ-ਬਾਰ ਉਸਾਮਾ ਬਾਰ-ਬਾਰ ਪੁੱਛ ਰਿਹਾ ਸੀ, ਉਹਦੇ ਡਾਕਟਰ ਜ਼ਿਕਰੀਆ ਨਬੀ ਵਾਲੀ ਗੱਲ ਤੋਂ ਅੱਗੇ ਗਿਆ ਜੇ, ਕਿਉਂਕਿ ਉਹ ਇਸੇ ਗੱਲ ਤੇ ਰਗੜਾ ਦੇਣ ਡਿਆ ਸੀ ਇਹਨੂੰ। ਬਹਰਹਾਲ ਡਾਕਟਰ ਜ਼ਿਕਰੀਆ ਕੋਲ ਜਵਾਬ ਕੋਈ ਨਹੀਂ ਸੀ ਉਹਦਾ। ਫਿਰ ਦੂਸਰੀ ਗੱਲ ਹੈ ਕਿ ਬਹੁਤ ਸਾਰੇ ਸਵਾਲ, ਤੁਹਾਨੂੰ ਪਤਾ ਜਿਵੇਂ ਲੰਬੀ ਡਿਸਕਸ਼ਨ ਚੱਲਦੀ ਰਹੀ ਹੈ, ਸਵਾਲ ਤਾਂ ਕਾਫੀ ਸਾਰੇ ਸਨ ਜਿਨ੍ਹਾਂ ਦਾ ਜਵਾਬ ਕੋਈ ਨਹੀਂ ਸੀ ਉਹਦੇ ਕੋਲ, ਅਤੇ ਐਂਡ 'ਤੇ ਫਿਰ ਉਹੀ ਨਤੀਜਾ ਉਹੀ ਨਿਕਲਿਆ ਕਿ ਉਹਨੇ ਮਿਰਜ਼ਾ ਕਾਦੀਆਨੀ ਤੇ ਉਹ ਪੜ੍ਹਨਾ ਸ਼ੁਰੂ ਕਰਤਾ ਦਰੂਦ ਸਲਾਮ। ਤੇ ਉਹਨੂੰ ਪਤਾ ਸੀ ਕਿ ਹੁਣ ਰਸਤਾ ਇਹੀ ਹੈ ਕਿ ਮੈਂ ਉਹਦੇ 'ਤੇ ਦਰੂਦ ਸਲਾਮ ਪੜ੍ਹਨਾ, ਅਤੇ ਇਹਨਾਂ ਨੇ ਉਹਨੂੰ ਕਜ਼ਾਬ ਦਜਾਲ ਕਹਿਣਾ, ਅਤੇ ਮਾਮਲਾ ਗੜਬੜ ਹੋ ਜਾਣਾ, ਅਤੇ ਗੱਲ ਇੱਥੇ ਆ ਕੇ ਮੁੱਕਣੀ ਹੈ, ਨਹੀਂ ਤਾਂ ਸਵਾਲਾਂ ਦੇ ਜਵਾਬ ਮੇਰੇ ਕੋਲ ਕੋਈ ਨਹੀਂ ਹੈ। ਫਿਰ ਉਹਨੇ ਉਹੀ ਹਰਕਤ ਕੀਤੀ ਹੈ, ਮਿਰਜ਼ਾ ਕਾਦੀਆਨੀ ਵਾਸਤੇ ਲਾਹਨਤਾਂ ਇਕੱਠੀਆਂ ਕਰਕੇ ਤੇ ਲੈ ਗਿਆ। ਚਲੋ ਕੋਈ ਨਹੀਂ, ਅਮਰ ਭਾਈ ਆ ਜਾਂਦੇ ਨੇ। ਚੱਲ ਰਿਹਾ ਕੋਈ ਤਕਰੀਬਨ 1 ਹਫ਼ਤੇ ਤੋਂ ਇਹੀ ਚੱਲ ਰਿਹਾ, ਜਿਹੜੀਆਂ ਗੁਸਤਾਖੀਆਂ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੇ ਕੀਤੀਆਂ ਨੇ, ਜਿਹੜੀ ਹਜ਼ਰਤ ਖਸੂਸਨ ਟਾਰਗੇਟ 'ਤੇ ਹਜ਼ਰਤ ਈਸਾ ਇਬਨ ਮਰੀਮ अलैहिस्सलाम ਅਤੇ ਹਜ਼ਰਤ ਮਰੀਮ अलैहिस्सलाम ਨੂੰ ਰੱਖਿਆ, ਅਤੇ ਬਿਲਅਮੂਮ ਜਿਹੜਾ ਮਾफ़ ਤਾਂ ਕਿਸੇ ਨੂੰ ਵੀ ਨਹੀਂ ਕੀਤਾ, ਅਤੇ ਮੁਹੰਮਦ ਰਸੂਲੁल्लाह सल्लल्लाहु अलैहि वसल्लम ਨੂੰ ਨਹੀਂ ਮਾफ़ ਕੀਤਾ। ਬਾਕੀ ਜਿਹੜੇ ਅੰਬੀਆ ਨੇ ਕੋਈ ਵੀ ਇਹਦੇ ਸ਼ਰ ਤੋਂ ਬਚ ਨਹੀਂ ਸਕਿਆ। ਜਿੱਥੇ ਜਿੱਦਾਂ ਇਹਦਾ ਹੱਥ ਪਿਆ, ਜਿੱਥੇ ਤੱਕ ਉੱਥੇ ਤੱਕ ਤਾਂ ਇਹਨੇ ਗੁਸਤਾਖੀ ਕੀਤੀ ਹੈ। ਅਤੇ ਬਾਕੀ ਹਜ਼ਰਤ ਇਮਾਮ ਹੁਸੈਨ ਅਤੇ ਹਜ਼ਰਤ ਹਸਨ ਦੇ ਬਾਰੇ, ਹਜ਼ਰਤ ਫਾਤਮਾ ਦੇ ਬਾਰੇ ਜੋ ਇਹਨੇ ਲਿਖਿਆ, ਮੁਸਲਮਾਨਾਂ ਵਾਸਤੇ ਤਾਂ ਕਾਬਿਲ ਕਬੂਲ ਨਹੀਂ ਹੈ, ਜ਼ਾਹਿਰੀ ਗੱਲ ਹੈ। ਮੁਸਲਮਾਨਾਂ ਦਾ ਇੱਕ ਤਕੱਦੁਸ ਦਾ ਰਿਸ਼ਤਾ ਹੈ, ਦੂਸਰਾ ਉਹ ਹਸਤੀਆਂ ਐਸੀਆਂ ਨੇ ਕਿ ਮੁਸਲਮਾਨ ਉਹਨਾਂ ਵਾਸਤੇ ਕੋਈ ਐਸੇ ਅਲਫਾਜ਼ ਬਰਦਾਸ਼ਤ ਨਹੀਂ ਕਰ ਸਕਦਾ। ਅਤੇ ਉਹਨੇ ਜੋ ਅਲਫਾਜ਼ ਲਿਖੇ ਨੇ, ਜ਼ਾਹਿਰੀ ਗੱਲ ਹੈ, ਇਸ਼ਤਿਆਲ ਅੰਗੇਜ਼ ਨੇ, ਔਰ ਮੁਸਲਮਾਨ ਜਿਹੜੇ ਨੇ ਉਹ ਬਰਦਾਸ਼ਤ ਨਹੀਂ ਕਰਦੇ। ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਨਵੇਂ ਆਉਂਦੇ ਨੇ ਇੱਥੇ ਸੋਸ਼ਲ ਮੀਡੀਆ ਦੇ ਉੱਤੇ, ਅਤੇ ਅਸੀਂ ਤਾਂ ਹੁਣ ਮਤਲਬ ਸਾਨੂੰ ਤਾਂ ਪਤਾ ਨਾ ਇਹਨਾਂ ਦਾ ਮਜ਼ਹਬ ਕੀ ਹੈ ਅਤੇ ਲਿਟਰੇਚਰ ਕੀ ਹੈ, ਅਕੀਦਾ ਕੀ ਹੈ, ਲੇਕਿਨ ਕੁਛ ਲੋਕ ਨਵੇਂ ਆਉਂਦੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਮਿਰਜ਼ਈਅਤ ਦਾ, ਕਾਦੀਆਨੀਅਤ ਦਾ, ਅਤੇ ਜਦੋਂ ਉਹ ਆ ਕੇ ਇਸ ਤਰ੍ਹਾਂ ਦੇ ਅਲਫਾਜ਼ ਸੁਣਦੇ ਨੇ, ਜ਼ਾਹਿਰੀ ਗੱਲ ਹੈ ਫਿਰ ਬੜਾ ਸਖਤ ਕਿਸਮ ਦਾ ਰਿਐਕਸ਼ਨ ਵੀ ਹੁੰਦਾ। ਕੁਛ ਲੋਕ ਤਾਂ ਐਸੇ ਜਜ਼ਬਾਤੀ ਨੇ ਕਿ ਫਿਰ ਉਹ ਤੁਹਾਨੂੰ ਪਤਾ ਕਿ ਗਾਲਾਂ ਕੱਢਣ ਤੱਕ ਆ ਜਾਂਦੇ ਨੇ, ਅਤੇ ਉਹ ਫਿਰ ਇਹ ਲੈ ਕੇ ਬੈਠੇ ਹੁੰਦੇ ਨੇ, ਵੇਖੋ जी ये मुसलमान जो हैं ये गालियाँ दे रहे हैं, इन्होंने तौहीन कर दी है हमारे मिर्ज़ा साहब की। हालांकि वो सारा एक्शन का रिएक्शन होता है। इस किस्म की तौहीन कोई बंदा भी बर्दाश्त नहीं करता। हज़रत इमाम हुसैन दी, हज़रत हसन दी, हज़रत फातिमा दी नहीं करता, हज़रत अली दी नहीं कर सकता, साहब रसूल जिहड़े ने खुलफा राशिदीन ने उन्हां दी नहीं कर सकता, तो रसूल करीम सल्लल्लाहु अलैहि वसल्लम जिहड़े ने वो तो बड़ी आला रफा हस्ती ने, उन्हां दे बारे दे विच ते बिल्कुल जिहड़ा इस तरह के जुमले बर्दाश्त नहीं होंगे। और हज़रत ईसा इबन मरीम अलैहिस्सलाम जिन्होंने वजीह फिर दुनिया वाल आखिरा, हज़रत मरीम अलैहिस्सलाम जिन्होंने सदीका कहता कुरान उन्होंने पाक दामनी की गवाही देंदा, वो उत्ते कैसे कैसे शर्मनाक इल्ज़ाम लाए ने, नाउज़ बिल्ला यहूदियां वाले जिहड़े ने इल्ज़ामात उन्होंने पाक दामनी के उत्ते इतराज़ उठाया, उन्होंने जिहड़ा नाउज़ बिल्ला अल्लाह माफ़ करे बदकिरदार साबित करने की कोशिश की। तो हज़रत ईसा के बारे, उन्होंने मौजज़ात के बारे, उन्होंने किरदार के बारे कैसियां कैसियां गंदियां ते गलीज़ गल्लां लिखियां ने, तो मुसलमानों वास्ते काबिल बर्दाश्त नहीं है। मुसलमान नहीं बर्दाश्त करते। इत्थे जिहड़े डायलॉग वास्ते बैठे ने लोगों ने सिर्फ चेहरा विखाण वास्ते कि असल मिर्ज़ईयत या कादियानियत की किस चीज़ का नाम है, किस गंदगी और गलाजत के ढेर का नाम मिर्ज़ईयत या कादियानियत है, वो इत्थे सुनते हैं लोगों को सिर्फ साबित कराने वास्ते कि यार है, या पढ़ते हैं इत्थे बह के सिर्फ इस वास्ते पढ़िया जाता है। वो कुफर जिहड़ा है सिर्फ ज़ुबान तो इस वास्ते अदा किया जाता है कि गंदगी ते गलाजत जिहड़ी है, इस कुफर का नाम जिहड़ा है कादियानियत या मिर्ज़ईयत है, तो यही इन्हां दा मज़हब तो यही इन्हां दा अकीदा। बाकी कोई भी मुसलमान जिहड़ा है वो नहीं बर्दाश्त करता इस तरह दी बकवासां ते खराफात। हुण इन्हां कोल उन्हां दे जवाब कोई नहीं। जिन्ना भी है, जिन्ना मिर्जवाड़ा इत्थे इकट्ठा होया सोशल मीडिया के उत्ते, तुसीं कोई एक बंदा विखा दिओ जिहड़ा कोई तसल्ली बख्श किसी नूं जवाब दे के मुतमईन कर सके। असीं नहीं करदे सवाल, चलो सानूं छड्ड दिओ यार। कोई नवां बंदा आ जांदा सोशल मीडिया के उत्ते, जिन्हों पता ही नहीं है मिर्ज़ईयत दा, मैनूं दसो उन्हां चों तुसीं किन्ने बंदे मुतमईन कर लेने आ तवीलां करके, जिहड़ियां तुसीं तवीलां घड़ियां होईयां ने, किन्ने क लोकां नूं तुसीं उन्हां चों मुतमईन कर लिया कि मिर्ज़ा कादियानी साहब ने जिहड़े अल्फाज लिखे ने शातमियत नहीं या गुस्ताखी नहीं कर सकते मुतमईन भाई। आप लोग इस कुफर का दिफा नहीं कर सकते।
ਇਹ ਕਿਤਾਬਾਂ ਤੋਂ ਇਹ ਜਿਹੜਾ ਹੁਣ ਕਿਨਾਰੀ ਹੋਣ ਦੀ ਕੰਨ ਖੜੇ ਹੋ ਜਾਂਦੇ ਨੇ ਕਿਤਾਬਾਂ ਤੋਂ, ਵਜ੍ਹਾ ਹੀ ਹੈ ਨਾ ਕਿ ਇਸ ਗੰਦ, ਇਸ ਕੁਫਰ ਤੇ ਇਸ ਸ਼ਾਤਮੀਅਤ ਦਾ ਦਿਫਾ ਮੁਮਕਿਨ ਨਹੀਂ ਹੈ। ਮਿਰਜ਼ਾ ਕਾਦੀਆਨੀ ਜੋ ਲਿਖ ਕੇ ਦੇ ਗਿਆ ਨਾ ਇਹਨਾਂ ਨੂੰ, ਉਹ ਇਹਨਾਂ ਵਾਸਤੇ ਡਿਫੈਂਡੇਬਲ ਨਹੀਂ ਹੈ। ਹੁਣ ਮਜਬੂਰੀ ਸਿਰਫ ਇੱਕ ਹੀ ਤਰੀਕਾ ਕਿ ਕਿਤਾਬਾਂ 'ਤੇ ਗੱਲ ਨਹੀਂ ਕਰਨੀ, ਮਿਰਜ਼ਾ ਕਾਦੀਆਨੀ ਦਾ ਜਿਹੜਾ ਕਿਰਦਾਰ ਹੈ ਉਹ ਡਿਸਕਸ ਨਹੀਂ ਹੋਣਾ ਚਾਹੀਦਾ, ਉਹਦਾ ਜ਼ਿਕਰ ਹੀ ਨਾ ਕਰੋ, ਉਹਦਾ ਨਾਂ ਹੀ ਨਾ ਲਓ। ਬਸ ਕੁਰਾਨ ਦੀ ਇੱਕ ਆਇਤ ਪੜ੍ਹ ਲਓ ਅਤੇ ਉਹਦੇ ਵਿੱਚੋਂ ਇੱਕ ਲਫ਼ਜ਼ ਪੜ੍ਹਨਾ ਹੈ, ਉਹਦਾ ਮਾਨੀ ਅਤੇ ਮਫਹੂਮ ਜਿਹੜਾ ਉਹ ਆਪਣੀ ਮਰਜ਼ੀ ਨਾਲ ਲੈਣਾ ਹੈ ਅਤੇ ਲੈ ਕੇ ਅਤੇ 4 ਘੰਟੇ ਦਾ ਉਹਦੇ 'ਤੇ ਮਨਾਜ਼ਰਾ ਕਰਨਾ ਹੈ। ਉਹ ਲੱਗੇ ਰਹੋ, ਤੁਸੀਂ ਵੀ ਆਪਣੇ ਮਾਨੀ ਸੁਣਾਉਂਦੇ ਰਹੋ, ਉਹਨਾਂ ਆਪਣੇ ਮਾਨੀ ਸੁਣਾਉਂਦੇ ਰਹਿਣਾ। ਉਹ ਇਹ ਜਿਹੜੇ ਹੁਣ ਇਹਨਾਂ ਦੇ ਵੱਡੇ ਵੱਡੇ ਸੋਸ਼ਲ ਮੀਡੀਆ ਐਕਟਿਵਿਸਟ ਨੇ, ਉਹਨਾਂ ਵੀ ਹੱਥ ਖੜੇ ਕਰ ਦਿੱਤੇ ਨੇ ਕਿਤਾਬਾਂ ਤੋਂ। ਜਿਹੜੇ ਜਮਾਤ ਦੇ ਪੇ ਰੋਲ ਦੇ ਉੱਤੇ ਨੇ, ਸਿਸਟਮ ਦੇ ਬੈਨੀਫਿਸ਼ਰੀ ਨੇ, ਉਹ ਵੀ ਹੱਥ ਖੜੇ ਕਰ ਗਏ ਨੇ ਉਹ ਕਿਤਾਬਾਂ ਤੋਂ ਕਿ ਸਾਡੇ ਤੋਂ ਵੀ ਕਿਤਾਬਾਂ ਦਾ ਦਿਫਾ ਨਹੀਂ ਹੁੰਦਾ। ਮਿਰਜ਼ਾ ਕਾਦੀਆਨੀ ਨੇ ਜੋ ਲਿਖਿਆ ਉਹਦਾ ਦਿਫਾ ਸਾਡੇ ਕੋਲ ਕਿਉਂਕਿ ਹੁੰਦਾ ਨਹੀਂ, ਅਤੇ ਹੁਣ ਤਰੀਕਾ ਇਹੀ ਹੈ ਕਿ ਮਿਰਜ਼ਾ ਕਾਦੀਆਨੀ ਦੀਆਂ ਕਿਤਾਬਾਂ ਨੂੰ ਸਾਈਡ 'ਤੇ ਕਰੋ, ਚੁੱਕ ਕੇ ਸਾਈਡ 'ਤੇ ਲਪੇਟ ਕੇ ਬੋਰੀ 'ਚ ਪਾ ਕੇ ਅਤੇ ਮੰਜੇ ਦੇ ਥੱਲੇ ਦੇ ਦਿਓ ਬਸ। ਇਸ ਤੋਂ ਇਲਾਵਾ ਇਹਨਾਂ ਦਾ ਹੋਰ ਕੋਈ ਹੱਲ ਨਹੀਂ ਹੈ। ਹੁਣ ਇੱਥੇ ਬਹਿ ਕੇ ਵੇਖੋ ਨਾ, ਸਾਰੀ ਦੁਨੀਆ ਦੇ ਸਾਹਮਣੇ प्रोपेगेंडा करते हैं, हमारा लिटरेचर पाकिस्तान में बैन है, हमारी किताबें पाकिस्तान में खोली जाएँ। पाकिस्तान चलो इन्हां दीयां किताबां खोल जाणगियां, लेकिन गल ये कि तुसीं जिथे तुहाडीआं किताबां बैन नहीं है ने उत्थे अपनी प्रोग्रेस ते दसो ना, उन्हां किताबां नाल तुसीं नतीजा की कढिया ਉਹ ਦੱਸੋ। ਇੰਡੀਆ ਦੇ ਵਿੱਚ ਤੁਹਾਡਾ ਜਲਸਾ ਵੀ ਹੁੰਦਾ ਹੈ, ਤੁਹਾਡੇ ਲਿਟਰੇਚਰ ਦੀ ਵੀ ਪਾਬੰਦੀ ਨਹੀਂ ਹੈ। ਇੰਡੀਅਨ ਮੁਸਲਮਾਨ ਜਿਹੜੇ ਨੇ ਤਾਦਾਦ ਵਿੱਚ ਪਾਕਿਸਤਾਨ ਤੋਂ ਜ਼ਿਆਦਾ ਨੇ। ਸਿਰਫ ਮੁਸਲਮਾਨਾਂ ਦੀ ਤਾਦਾਦ ਜਿਹੜੀ ਇੰਡੀਆ ਦੇ ਵਿੱਚ, ਉਹ ਪਾਕਿਸਤਾਨ ਦੀ ਮਜਮੂਈ ਆਬਾਦੀ ਜਿਹੜੀ ਹੈ ਉਹਦੇ ਨਾਲੋਂ ਵੀ ਜ਼ਿਆਦਾ ਹੈ। ਅਤੇ ਉੱਥੇ ਕੋਈ ਆਪਣੀ ਪ੍ਰੋਗਰੈਸ ਵੀ ਦੱਸੋ ਨਾ, ਕੋਈ ਨਤੀਜਾ ਦੱਸੋ ਕਿ ਜਿੱਥੇ ਤੁਹਾਡੀਆਂ ਕਿਤਾਬਾਂ 'ਤੇ ਪਾਬੰਦੀ ਨਹੀਂ ਹੈ, ਖੁੱਲ੍ਹਾ ਤੁਸੀਂ ਉਹਨਾਂ ਦੀ ਇਸ਼ਾਅਤ ਵੀ ਕਰ ਸਕਦੇ ਹੋ, ਤੁਹਾਡੇ ਜਲਸੇ ਵੀ ਹੁੰਦੇ ਨੇ, ਤੁਸੀਂ ਉੱਥੇ ਤਬਲੀਗ भी खोल के कर सकते हो। इंडिया में कितने लोग जो हैं उनको आप लोगों ने इस लिटरेचर के ज़रिए कायल कर लिया है मर्दियत के ऊपर। कोई प्रोग्रेस बताओ दुनिया में। यूरोप में नहीं है ना पाबंदियाँ, वहाँ पे बता दो कि कितने लोगों को आप लोगों ने कायल कर लिया है। वो कुछ दिखाओ भी तो सही ना करके कि वेखो पाकिस्तान 'ਚ पाबंदी है, ਇਹਦੀ वजह तो साड़ी तबलीग नहीं फैल रही, लेकिन जितने पाबंदी नहीं है उत्थे असीं तबलीग अपनी फैला ली है। मरकज़ जहाँ पे मिर्ज़ा कादियानी पैदा हुआ है, तुम्हारा वो दारुल अमान, उसकी प्रोग्रेस बता दो, एक कादियान की प्रोग्रेस बता दो हमें। चलो सारा इंडिया तो बहुत बड़ा है ना, एक कादियान की सानू प्रोग्रेस दस दो कि मिर्ज़ा कादियानी उत्थे पैदा होया सी, वो मिर्ज़ा कादियानी की जन्म भूमि है जी, उत्थे असीं एड्डी तबलीग कीती है कि असीं कादियान सारा जिहड़ा मरज़ई कर लिया। तुहाडे ते पल्ले उत्थे भी कुछ नहीं है। अज भी उत्थे तुहाडे तो सिख तादाद ज़्यादा ने, हिंदू तुहाडे तो बहुते ने, तीसरे दर्जे की तुसीं उत्थे कौम हो कादियान दे विच भी, अपने मरकज़ दे विच भी। ते तुहाडी तबलीग दा असर कित्थे हो रहा वो भी दसो ना सानू। ये सारा झूठ दजल फरेब, हमारे लिटरेचर के ऊपर पाबंदी लगी हुई है, हमारे लिटरेचर के ऊपर पाबंदी खुलनी चाहिए। लिटरेचर के ऊपर तो पाबंदी भाई इसलिए लगी हुई है कि आपका लिटरेचर लोगों को बयान करने के काबिल नहीं है। मुसलमान इस गंद को, इस गलाजत को बर्दाश्त नहीं करते, इस कुफर को बर्दाश्त नहीं करते। बावजूद इसके तुम्हारे लिटरेचर के ऊपर पाबंदी है। सोशल मीडिया के ऊपर सुन के लोगों ने ये कुफर, ये दजल, ये झूठ, ये शातमियत, ये गुस्ताखियाँ सिर्फ सोशल मीडिया के ऊपर जिन्होंने सुनी है, कई लोग मैं कहता हूँ अक्सरियत होगी जिन्होंने खुद नहीं पढ़ी होगी, लेकिन उन्होंने यहाँ पे बैठ के सुनी है, जब उन्होंने कानों को हाथ लगाए हैं, और उसका नतीजा क्या निकला है, मर्जियों को छितर पड़ रहे हैं पाकिस्तान में। तुम कहते हो कि लिटरेचर खोल दिया जाए, भैया अगर ये लिटरेचर खुल गया तो उसके बाद हाँ क्या होगा बताएं ना ज़रा, कि उसका नतीजा अपने खलीफा से लिखवा के दे दो कि हमारा लिटरेचर पाकिस्तान में खोला जाए। उसके बाद जो भी उसका जो है रद्द-ए-अमल आएगा उसके ज़िम्मेदार हम हैं। अपने खलीफा से एक हल्फी बयान दिलवाओ, हल्फिया बयान दिलवा दो, लिखवा के दे दो, या वो अपने वो MTA पे बैठ के एक बयान दे दे कि हमारा लिटरेचर पाकिस्तान में खोला जाए, इसकी इशाअत की जो है वो इजाज़त दी जाए हमें। उसके बाद उसका जो भी रिएक्शन आएगा, जो भी उसके आउटकम्स आएंगे, उसके ज़िम्मेदार हम खुद हैं। तो आ जाएँ, आके पाकिस्तान में अपना लिटरेचर खुलवा लें। मैं तो कहता हूँ सबसे पहले मैं साथ चलूँगा आपके, पार्लीमेंट के सामने जाके एहतजाज करेंगे। आओ मैं तुहाडे नाल तुरांगा, बल्कि मैं कल्ला नहीं नाल तुरांगा, पाकिस्तान ਦੇ ਜਿਹੜੇ ਬੰਦੇ ਮੌਜੂਦ ਨੇ ਉਹਨਾਂ ਨੂੰ ਮੈਂ ਨਾਲ ਲੈ ਕੇ ਜਾਵਾਂਗਾ। ਆਮਰ ਨਜ਼ੀਰ ਸਾਹਿਬ ਨੂੰ ਵੀ ਨਾਲ ਲੈ ਕੇ ਚਲਾਂਗੇ ਜਨਾਬ। ਉੱਥੇ ਆਮਰ ਨਜ਼ੀਰ ਸਾਹਿਬ ਅੱਗੇ ਹੋਣਗੇ, ਯਾ ਰਸੂਲ ਮੁਫਤੀ ਮੁਬਸ਼ਰ ਸ਼ਾਹ ਸਾਹਿਬ। ਅਸੀਂ ਆਪ ਜਾ ਕੇ ਤੁਹਾਡੇ ਨਾਲ ਖਲੋ ਕੇ ਉੱਥੇ एहतजाज ਕਰਾਂਗੇ ਕਿ ਇਹਨਾਂ ਦਾ ਲਿਟਰੇਚਰ ਖੋਲੋ। लेकिन इतनी हिम्मत भी तो दिखाओ ना, हौसला भी तो करो ना, लत्तां ते भार भी तो पाओ ना कि साडा जिहड़ा लिटरेचर तुसीं बैन किया वो अनबैन करवाना चाहते हो, तो फिर उत्थे हिम्मत करो, साडे नाल टुरो, आओ केस करते हैं जाके। उसे गवर्नमेंट ऑफ पाकिस्तान के खिलाफ रिट करेंगे वहाँ पे तुम्हारे साथ मिल के।
कि ये लिटरेचर जो है वो अनबैन होना चाहिए। बल्कि मैं कहता हूँ अनबैन सिर्फ नहीं होना चाहिए, जिस तरह पाकिस्तान में पैनाफ्लैक्स लगे होते हैं ना, रोड के ऊपर बिल बोर्ड लगे होते हैं, मिर्ज़ा कादियानी ਦੀਆਂ ਤਹਿਰੀਰਾਂ बिल बोर्ड ਦੇ ਉੱਤੇ ਲਿਖ ਕੇ ਉੱਤੇ ਸਾਹਮਣੇ ਚੌਕ ਦੇ ਵਿੱਚ ਲਿਖੀਆਂ ਜਾਣੀਆਂ ਚਾਹੀਦੀਆਂ ਨੇ, ਉੱਤੇ ਲੱਗੀ ਹੋਣੀ ਚਾਹੀਦੀ ਹੈ। हज़रत ईसा इब्ने मरियम अलैहिस्सलाम ਦੇ ਬਾਰੇ जो लिखिया है ना, ਉਹ ਤੁਹਾਡਾ ਮਿਰਜ਼ਾ ਕਾदियानी ਦਾ ਜਿਹੜਾ ਜੁਮਲਾ ਹੈ ਨਾ, ਉਹ ਲਿਖ ਕੇ ਉੱਤੇ ਬਿਲ ਬੋਰਡ ਦੇ ਉੱਤੇ ਲਿਖਿਆ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਮੇਰਾ ਪੁੱਤਰ ਫਿਰ ਜਿਹੜਾ ਰੱਬੇ ਵਾਲੇ ਪਾਸੇ ਸੜਕਾਂ ਜਾਂਦੀਆਂ ਨੇ ਨਾ, ਇੱਥੇ ਫਿਰ ਪਹਿਰੇ ਤੁਸੀਂ ਆਪ ਦੇਣੇ ਨੇ, ਆਪਣੇ ਖਲੀਫਾ ਨੂੰ ਖੜਾ ਕਰਨਾ ਜੇ ਉੱਥੇ। ਤੇ ਜਿਹੜੀਆਂ ਉੱਥੇ ਦੱਬੀਆਂ ਹੋਈਆਂ ਨੇ ਅਮਾਨਤਨ ਲਾਸ਼ਾਂ, ਇਹਨਾਂ ਦੀ ਹਿਫਾਜ਼ਤ ਵੀ ਤੁਸੀਂ ਆਪ ਹੀ ਕਰਨੀ ਹੈ, ਜ਼ਿੰਮੇਵਾਰੀ ਤੁਹਾਡੀ ਆਪਣੀ ਹੋਣੀ ਹੈ। ਹਿੰਮਤ ਕਰੋ, ਲੱਤਾਂ ਦੇ ਭਾਰ ਪਾਓ, ਸਾਡੇ ਨਾਲ ਟੁਰੋ, ਅਸੀਂ ਤੁਹਾਨੂੰ ਲੈ ਕੇ ਜਾਂਦੇ हैं। ये वरना ये दुनिया के साथ झूठ बोलना छोड़ दो कि हमारे लिटरेचर के ऊपर पाबंदी है, हमारे साथ ये जुल्म हो गया, हमारे साथ ज़्यादती हो गई है। तुम्हारे लिटरेचर के ऊपर पाबंदी सिर्फ इसीलिए लगी हुई है, तुम्हें बचाना चाहते हैं। पाकिस्तान में कत्लो गारत नहीं चाहते, अमन चाहते हैं हम। जी आमिर भाई कुछ कहना चाह रहे। ਅਸਲ 'ਚ ਜਿਹੜੀਆਂ ਤਹਿਰੀਰਾਂ ਨੂੰ ਉਹ ਕਹਿੰਦੇ ਨੇ ਕਿ ਇਹ ਤਹਿਰੀਰਾਂ ਪੜ੍ਹ ਕੇ ਸੁਣਾਉਂਦੇ ਨੇ, ਇਹ ਸ਼ਰਾਰਤ ਕਰਨੇ ਆਉਂਦਾ। ਸੈਣੀ ਸਾਹਿਬ ਤੁਹਾਡੀ ਬਰਾੜ ਤੇ ਸ਼ਰਾਰਤ ਕਰਨ ਆਉਂਦਾ ਜੇ। ਤੁਸੀਂ ਇਹ ਚਾਹੁੰਦੇ ਹੋ ਕਿ ਇਹਨਾਂ ਤਹਿਰੀਰਾਂ ਨੂੰ ਬੈਨਰਾਂ ਦੇ ਉੱਤੇ ਲਿਖ ਕੇ ਲਾਇਆ ਜਾਏ ਕਿ ਮਿਰਜ਼ਾ ਕਾदियानी ਨੇ ਸੈਯਦਨਾ ਇਮਾਮ ਹੁਸੈਨ ਦੇ ਬਾਰੇ ਕੀ ਫਰਮਾਇਆ ਹੈ, ਸੈਯਦਨਾ ਹਸਨ ਦੇ ਬਾਰੇ, ਬਸ਼ੀਰੁद्दीन महमूद अहमद ਇਹਨਾਂ ਦੇ 2 ਨੰਬਰ ਖਲੀਫਾ ਨੇ ਕੀ ਆਖਿਆ ਹੈ। ਤੁਸੀਂ ਇਹ ਚਾਹੁੰਦੇ ਹੋ ਕਿ ਉਹਨਾਂ ਨੂੰ ਬੈਨਰਾਂ ਦੇ ਉੱਤੇ बिल बोर्ड लिख के उत्ते लाया जाए कि मिर्ज़ा कादियानी का रूहानी ख़ज़ाइन जिल्द 12 सफ़ा 231, जो गाली तू देगा वही मुझसे सुनेगा। रूहानी ख़ज़ाइन जिल्द 14, इन्नमा नरुद्दु सब्ब साबीना अला वजूहिहिम, ए उत्ते लिख के हवालियां दे नाल लाया जाए। कसीदा एजाज़ अहमदी, 100 हुसैन मेरी जेब में हैं, 100 हुसैन अस्त दर गिरे बानम, हैं ए लिख के लाया जाए। दुरे समीन दा हवाला ਇਹ ਲਿਖ ਕੇ ਲਾਇਆ ਜਾਏ ਇਜਾਜ਼ ਅਹਿਮਦੀ ਦਾ ਕਸੀਦਾ ਕਿ ਮਿਰਜ਼ਾ ਕਾदियानी ਨੇ ਰੂਹਾਨੀ ਖਜ਼ਾਨ ਜਿਲਦ 19 ਇਜਾਜ਼ ਅਹਿਮਦੀ ਦੇ ਵਿੱਚ 193 ਸਫੇ ਤੇ ਲਿਖਿਆ ਹੈ ਕਿ ਤੁਹਾਡਾ ਜ਼ਿਕਰ ਹੁਸੈਨ ਹੈ, ਇਹ ਜ਼ਿਕਰ ਹੁਸੈਨ ਹਰ ਵੇਲੇ ਕਰਦੇ ਰਹਿੰਦੇ ਹੋ, ਇਹ ਤੇ ਇਸਲਾਮ ਤੇ ਬੜੀ ਭਾਰੀ ਮੁਸੀਬਤ ਹੈ। ਉਹ ਇਹ ਤੇ ਇਸਲਾਮ ਦੇ ਭਾਰੀ ਮੁਸੀਬਤ ਹੈ ਤੇ ਕਸਤੂਰੀ ਦੀ ਖੁਸ਼ਬੂ ਦੇ ਕੋਲ ਗੂੰ ਦਾ ਢੇਰ ਹੈ। ਸਫਾ 193 ਇਜਾਜ਼ ਅਹਿਮਦੀ, ਇਹ ਬੈਨਰ ਦੇ ਉੱਤੇ ਲਿਖ ਕੇ ਲਾਇਆ ਹੋਵੇ कि बकौल मिर्ज़ा कादियानी, मैं लोग कहते हैं कि मैं खुद को हसन और हुसैन से अफजल कहता हूँ। हाँ मैं कहता हूँ, मेरा खुदा साबित कर देगा मैं उनसे अफजल। और देखो मुझे तो हर वक्त खुदा की तईद मिल रही है। और हुसैन याद कर लो, तुम अभी तक करबला को याद करके रोते हो। ए बैनर ते लिख के लाया जाएगा। ਤੇ ਜਿਹੜੇ ਇੱਥੇ ਕਹਿੰਦੇ ਨੇ ਕਿ ਸ਼ਰਾਰਤਾਂ ਪਿਆ ਕਰਦਾ ਹੈ, ਉੱਥੇ ਤੇ ਸੁਆਹ ਸਿਰ ਚ ਪਾਣਗੇ, ਉਹ ਅਸੀਂ ਮਰ ਗਏ, ਅਸੀਂ ਸੜ ਗਏ, ਇਹਨਾਂ ਨੂੰ ਅੱਗ ਲਾ ਦਿਓ, ਇਹਨਾਂ ਕਿਤਾਬਾਂ ਨੇ ਸਾਡੀਆਂ ਨਹੀਂ ਹੈ, ਇਹਨਾਂ ਦੇ ਬੈਨਰ ਨੂੰ ਆਪ ਅੱਗ ਲਾ ਦੇਣੀ ਹੈ। ਆਮਰ ਭਾਈ ਇਹ ਮੁਹਰਮ ਦੇ ਦੌਰਾਨ ਇਹ ਤਹਿਰੀਰਾਂ ਲਿਖ ਕੇ ਲਾਣੀਆਂ ਚਾਹੀਦੀਆਂ ਨੇ ਜੀ। ਤੇ ਜਿਹੜੇ ਛੁਰੀਆਂ ਮਾਰਦੇ, ਜਿਹੜੀ ਰੋਡ ਤੋਂ ਜਲੂਸ ਗੁਜ਼ਰ ਰਿਹਾ ਹੋਵੇ ਨਾ, ਜਿਹੜਾ ਜਲੂਸ ਦਾ ਰੂਟ ਹੋਵੇ, ਉੱਥੇ ਆ ਬੈਨਰ ਲੱਗੇ ਹੋਣ ਤੇ ਜਲੂਸ ਫਿਰ ਇਮਾਮ ਬਾਰਗਾਹ ਨਹੀਂ ਤੇ ਜਾਣਾ, ਇੱਧਰ ਨੂੰ ਤੁਰਨਾ ਜੇ। ਫਿਰ ਉਹਨਾਂ ਆਖਣਾ ਕਿੱਧਰ ਗਿਆ ਮਰਜ਼ਾਵੜਾ, ਕੀ ਕਹਿੰਦੇ ਨੇ ਮਰਜ਼ਵਾੜਾ, ਉਹ ਜਿਹੜਾ ਮੁਰੱਬੀ ਉਸ ਕਿੱਧਰ ਗਿਆ, ਉਧਰ ਹੀ ਚੱਲਨੇ ਆ, ਉੱਥੇ ਹੀ ਚੱਲ ਕੇ ਛੁਰੀਆਂ ਮਾਰਨੇ ਆ। ਆਪਣੇ ਆਪ ਨੂੰ ਛੁਰੀਆਂ ਮਾਰਨ ਦੀ ਕਿਹੜੀ ਲੋੜ ਹੈ, ਉਹ ਤੇ ਸਿੱਧੇ ਤੁਹਾਡੇ ਘਰ ਨੂੰ ਆਣਗੇ। ਯਕੀਨ ਮੰਨੋ ਕਦੇ ਇਹ ਮੁਹਰਮ ਦੇ ਦੌਰਾਨ ਇਹ ਪੋਸਟਰ ਦੇ ਬੈਨਰ ਲੱਗਣ ਤੇ ਪੂਰੇ ਪਾਕਿਸਤਾਨ ਵਿੱਚ ਵਾਲੇ ਤਸ਼ੀ ਮਾਤਮ ਜਿਹੜਾ ਹੈ ਨਾ ਰੱਬਾ ਵੀ ਕਰਨਗੇ। ਇਹ ਮੈਂ ਲਿਖ ਕੇ ਦੇਣਾ ਤੁਹਾਨੂੰ। ਹਾਂ ਇਹ ਜਿਹੜੇ ਕਹਿੰਦੇ ਨੇ ਕਿ ਜੀ ਉਹ ਇੱਥੇ ਤੇ ਦਲੇਰੀ ਨਾਲ ਟਿਕਟਾਕ ਤੇ ਬਹਿ ਕੇ ਤੇ ਕਹਿਣਾ ਆਸਾਨ ਹੈ ਨਾ ਕਿ ਇਬਨੇ ਮਰੀਮ ਕੇ ਜ਼ਿਕਰ ਕੋ ਛੋੜੋ ਉਸਸੇ ਬਿਹਤਰ ਗੁਲਾਮ ਅਹਿਮਦ ਹੈ। ਉਹ ਕ੍ਰਿਸਚਨ ਹੀ ਨਹੀਂ ਉੱਥੇ ਮਹਾਨ, ਉਹਨਾਂ ਦਾ ਇੱਕ ਕ੍ਰਿਸਚਨ ਸੀ, ਉਹਨੇ ਜਾ ਕੇ ਪਤਾ ਦਰਖਾਸਤ ਦਿੱਤੀ ਹੈ ਹਾਈ ਕੋਰਟ ਨੂੰ ਕਿ ਅਸੀਂ ਇਹਦੇ ਤੇ ਪਰਚਾ ਕਰਵਾਉਣਾ ਚਾਹੁੰਦੇ। ਜਦੋਂ ਇਹਨਾਂ ਦੇ ਖਲੀਫਾ ਨੇ ਆਖਿਆ ਕਿ ਈਸਾ ਅਲੈਹਿਸਲਾਮ ਨੇ ਉਦੋਂ ਸ਼ਰਾਬ ਪੀਤੀ ਸੀ, ਜਦੋਂ ਇਹ ਗੱਲ ਆਖੀ ਸੀ ਨਾ ਦੁਬਾਰਾ ਆਉਣ, ਉਹਨਾਂ ਜਾ ਕੇ ਦਰਖਾਸਤ ਦਿੱਤੀ ਇਹਦੇ ਤੇ 295 FIR ਕਟਵਾਉਣ ਦੀ। ਤੁਹਾਨੂੰ ਤਾਂ ਕ੍ਰਿਸਚਨ ਹੀ ਨਾ ਛੱਡਣ, ਤੁਸੀਂ ਮੁਸਲਮਾਨਾਂ ਦਾ ਕੇਸ ਸਾਹਮਣਾ ਕਰਨਾ ਹੈ। ਮੈਂ ਇੱਕ ਮਿੰਟ ਆਇਆ ਜ਼ਰਾ ਗੱਲ ਕਰ।
ਬਿਲਕੁਲ ਇਸੇ ਤਰ੍ਹਾਂ ਗੱਲ ਹੈ ਨਾ। ਵੇਖੋ ਕਿਸੇ ਦੀ ਵੀ ਮਜ਼ਹਬੀ ਜਿਹੜੀ ਸ਼ਖਸੀਆਤ ਨੇ ਜਿਹੜੀਆਂ ਉਹਨਾਂ ਦੇ ਵਾਸਤੇ ਮੁਕੱਦਸ ਨੇ, ਉਹ ਇਹ ਜਿਹੜੀਆਂ ਬਕਵਾਸਾਤ ਮਿਰਜ਼ਾ ਕਾਦੀਆਨੀ ਨੇ ਲਿਖੀਆਂ ਹੋਈਆਂ, ਹੁਣ ਹਿੰਦੂਆਂ ਦੇ ਬਾਰੇ ਜਿਹੜੀਆਂ ਲਿਖੀਆਂ ਨੇ ਜਾਂ ਸਿੱਖਾਂ ਦੇ ਬਾਰੇ ਜਿਹੜੀਆਂ ਲਿਖੀਆਂ ਨੇ, ਉਹ ਵੇਖੋ ਕੋਈ ਬੰਦਾ ਬਰਦਾਸ਼ਤ ਕਰ ਸਕਦਾ? ਉਹ ਐਸੀ ਦੁਨੀਆ ਦੀ ਬਦਬਖਤ ਕੌਮ ਹੈ, ਤੁਸੀਂ ਇਹਨਾਂ ਦਾ ਹਿਸਾਬ ਲਾਓ ਕਿ ਕ੍ਰਿਸ਼ਨ ਜਿਹੜਾ ਉਹ ਨਬੀ ਸੀ, ਨਾਉਜ਼ੁਬਿल्ला, ਅੱਲਾ ਮਾਫ ਕਰੇ, ਕ੍ਰਿਸ਼ਨ ਨੂੰ ਨਬੀ ਬਣਾਉਣ ਡਏ ਨੇ ਤੇ ਬਾਬਾ ਗੁਰੂ ਨਾਨਕ ਨੂੰ ਮੁਸਲਮਾਨ ਸਾਬਤ ਕਰਨ ਡਏ ਨੇ, ਔਰ ਜਿਹੜਾ ਅੱਲਾ ਦਾ ਮੁਕਰਬ ਨਬੀ ਹਜ਼ਰਤ ਈਸਾ ਇਬਨ ਮਰੀਮ अलैहिस्सलाम ਉਹਨੂੰ ਕਹਿੰਦੇ ਨੇ ਉਹ ਨਾਉਜ਼ੁਬਿल्ला ਕਾਫਰ ਸੀ। ਹਜ਼ਰਤ ਈਸਾ ਜਿਹੜੇ ਨੇ ਉਹ ਮੁਸਲਮਾਨ ਹੈ ਹੀ ਨਹੀਂ ਸਨ। ਐਡੀ ਬਦਬਖਤ ਤੇ ਗੰਦੀ ਤੇ ਗਲੀਜ਼ ਕੌਮ ਹੈ, ਜਦੋਂ ਇਹ ਤਰੀਰਾਂ ਮੁਸਲਮਾਨਾਂ ਦੇ ਸਾਹਮਣੇ ਆਣੀਆਂ ਨੇ ਕਿ ਕ੍ਰਿਸ਼ਨ ਨੂੰ ਤੁਸੀਂ ਨਬੀ ਬਣਾਉਣਾ ਹੈ, ਹਜ਼ਰਤ ਈਸਾ ਇਬਨ ਮਰੀਮ अलैहिस्सलाम ਨੂੰ ਤੁਸੀਂ ਕਾਫਰ ਕਹਿਣਾ ਹੈ, ਬਾਬਾ ਗੁਰੂ ਨਾਨਕ ਨੂੰ ਤਾਂ ਤੁਸੀਂ ਮੁਸਲਮਾਨ ਸਾਬਤ ਕਰਨਾ ਹੈ, ਉਹਨੂੰ ਤੁਸੀਂ ਕਹਿਣਾ ਕਿ ਉਹ ਮੁਸਲਮਾਨ ਸੀ ਤੇ ਉਹਦੇ ਚੋਲੇ ਤੇ ਆਇਤਾਂ ਲਿਖੀਆਂ ਸਨ, ਲੇਕਿਨ ਜਿਹਨੂੰ ਅੱਲਾ ਨੇ ਕੁਰਾਨ ਦੇ ਵਿੱਚ ਨਬੀ ਕਿਹਾ ਉਹਦੇ ਬਾਰੇ ਤੁਸੀਂ ਕਹਿੰਦੇ ਹੋ ਕਿ ਉਹ ਨਾਉਜ਼ੁਬਿल्ला ਮੁਸਲਮਾਨ ਹੀ ਨਹੀਂ ਸੀ। ਤੇ ਉਹ ਜ਼ੈਦ ਭਾਈ ਉਹ ਮਿਰਜ਼ਾ ਕਾਦੀਆਨੀ ਦੇ ਦਾਵਾ ਜਾਤ ਨੇ ਨਾ ਕਿ ਗੁਰੂ ਨਾਨਕ ਹੋਣੇ ਦਾ ਵੀ ਦਾਵਾ ਹੈ, ਕ੍ਰਿਸ਼ਨ ਹੋਣੇ ਦਾ ਵੀ ਦਾਵਾ ਹੈ, ਇਹ ਤਾਂ ਉਹ ਕਹਿੰਦੇ ਨੇ ਮੁਸਲਮਾਨ ਸਨ। लेकिन नवीद भाई गल तो है ना कि मुसलमानों वास्ते तो काबिल कबूल नहीं ना सारा गंद ते गलाजत। नहीं जो मर्जी कहना रहे मिर्जा कादियानी, तुसी इन्हां दी बदबख्ती चेक करो ना। अल्लाह ताला ने कैसी लानत पाई है इन्हां दे उत्ते कि जेड़ा अल्लाह दा नबी जिन्हों कुरान नबी कहंदा है ਉਹਨੂੰ ਇਹ ਕਾਫਰ ਸਾਬਤ ਕਰਦੇ ਨੇ, ਤੇ ਜਿਨ੍ਹਾਂ ਦਾ ਜ਼ਿਕਰ ਹੀ ਕੋਈ ਨਹੀਂ ਹੈ, ਨਾ ਬਾਬਾ ਗੁਰੂ ਨਾਨਕ ਦਾ ਤੇ ਨਾ कृष्ण ਦਾ, ਉਹਨਾਂ ਨੂੰ ਇਹ ਨਬੀ ਸਾਬਤ ਕਰਨ ਦੇ ਤੁਲੇ ਹੋਏ ਨੇ ਤੇ ਮੁਸਲमान साबित करने ਦੇ तुले हुए ने। ये अल्लाह की लानत नहीं है। अगर अल्लाह की तरफ से ये बदबख्ती नहीं है तो और क्या है कि इस कदर अल्लाह ताला ने इनको कुफ्र में बढ़ा दिया है कि अल्लाह ताला के सच्चे अम्बिया को इनको जो है वो काफिर कहना पड़ रहा है, नाउज़ुबिल्लाह, अल्लाह माफ़ करे। और वो जो हाँ फ़ज़ादहुमुल्लाहु मरदा कि जो अल्लाह के नबी हैं उनको नाउज़ुबिल्लाह काफिर कहना पड़ रहा है, और वो जो बुत परस्त हैं उनको ये अल्लाह का नबी साबित कर रहे हैं। और बेशर्मी और बेहयाई की हद ये है कि इनके जमात के वो जिनके बारे में ये कहते हैं कि वो अल्लाह की तरफ से मामूर हैं, खलीफा जो है वो खलीफा अल्लाह की तरफ से मामूर किया हुआ है, वो बैठ के कह रहे हैं हज़रत ईसा के बारे में कि नाउज़ुबिल्लाह हज़रत ईसा शराब पीते थे, जिनकी गवाही कुरान दे रहा है उनको ये नाउज़ुबिल्लाह कभी उनके ऊपर शराब का इल्ज़ाम लगाते हैं, कभी उनके ऊपर औरतों के साथ नाजायज़ ताल्लुकात का इल्ज़ाम लगाते हैं, कभी उनके ऊपर झूठ बोलने का इल्ज़ाम लगाते हैं। मतलब हर वो गंदा और गलीज़ इल्ज़ाम जो है वो हज़रत ईसा इब्न मरियम अलैहिस्सलाम की ज़ात के ऊपर मिर्ज़ा ग़ुलाम अहमद कादियानी ने लगाया हुआ है कि यहूदियों ने भी इतना, मेरा ख्याल है, गंद यहूदियों ने नहीं उछाला होगा हज़रत ईसा के बारे में, मरियम अलैहिस्सलाम के बारे में, उससे बढ़ के जो है वो इन्होंने यहूदियों ने इतने इल्ज़ामात नहीं लगाए जितने इल्ज़ामात मिर्ज़ा ग़ुलाम का अभी जो सामा भाई ने वो शराब वाला वो उस दिन मैंने इनको पेश भी किया है, शाहरुख नाम का मिर्ज़ाई है, उसने मुझे चैलेंज किया है अपना ज़ैद भाई आज से तकरीबन 6-7 दिन पहले कि भाई तुम कहते हो कि ईसा सलातो उन्होंने यसू की किया। मैंने कहा मैं तुम्हें कहता अगर तुम्हें ईसा सलातो लिखा हुआ दिखा दो, मैं अभी जमात पे भी लानत डालूंगा और मिर्ज़ा कादियानी पे भी, मेरे पास उसकी रिकॉर्डिंग में मौजूद है। मैं तो एक सेकंड ला ठक्का वाला जाके सामने ला देता, मैं कह ले जना नस के मैंने गाल और बदबख्त ने अलैहिस्सलाम भी लिखा हुआ है आगे। हाँ बिल्कुल लिखा हुआ है कि यूरोप में जितनी भी शराब नोशी की आदत है वो नाउज़ुबिल्लाह इस्लाम की वजह से फैली है, या तो उनकी किसी बीमारी की वजह से, किसी पुरानी आदत की वजह से वो शराब पीते थे, नाउज़ुबिल्लाह। नहीं वो जेड़ा उस दिन मैं वेखदा सी पिया वो ते अपने ते लानत पा के दौड़ गया सी कि मेरे ते लानत मैं एवें खावां ते ਇਹ ਚਵਲ ਮਾਰ ਬੈਠਾ ਮੈਂ, ਇਹ ਤੇ ਹਰ ਬੰਦੇ ਦੀ ਨੇ ਗੁਸਤਾਖੀ ਕੀਤੀ। ਉਹ ਵੇਖਿਆ ਸੀ ਉਹ ਆਪਣੇ ਤੇ ਉਹਨੇ ਜਮਾਤ ਤੇ ਲਾਨਤ ਪਾਣ ਦੇ ਬਜਾਏ ਆਪਣੇ ਤੇ ਲਾਨਤ ਪਾ ਕੇ ਦੁੜਕੀ ਲਾਤੀ ਨਾਸੀ ਗਿਆ। ਅਸਲ ਚੀਜ਼ ਇਹ ਹੈ ਕਿ ਇਹ ਮਿਰਜ਼ਾ ਕਾदियानी ਦੀਆਂ ਇਬਾਰਾਤ ਔਰ ਤਹਿਰੀਰਾਤ ਇਹ ਅਨਡਿਫੈਂਡੇਬਲ ਨੇ। ਵੱਲਾ ਜੇ ਕਿਰੋਂ ਸਾਹ ਬੰਦ ਹੋਇਆ ਹੁੰਦਾ ਨਾ ਮਿਰਜ਼ਾਈਆਂ ਦਾ, ਕਿਨੂੰ ਮਾੜਾ ਜਾਂ ਕੋਈ ਫਿਕਰਾ ਕਿਨੂੰ ਸੁਣ ਲੈਣ ਨਾ ਕੋਈ ਬੰਦਾ, ਸੈਣੀ ਸਾਹਿਬ ਰਾਤੀ ਪੋਲਾ ਜਾ ਕੇ ਨਹੀਂ ਇਹ ਇਸ ਤਰ੍ਹਾਂ ਨਹੀਂ ਹੈ, ਉਹ ਈਸਾਈਆਂ ਨੂੰ ਕੋਈ ਜਵਾਬ ਦਿੱਤਾ। ਮੈਂ ਕਿਹਾ ਖਲੋ ਜਾਓ। ਅੱਛਾ ਇਹ ਸਾਰਿਆਂ ਮਿਰਜ਼ਾਈਆਂ ਨੇ ਸੈਣੀ ਸਾਹਿਬ ਦਾ ਸਿਰਫ ਇੱਕ ਫਿਕਰਾ ਰਾਤੀ ਫੜੀ ਰੱਖਿਆ, ਸੈਣੀ ਸਾਹਿਬ ਨੇ ਮੂੰਹ ਤੋੜ ਜਵਾਬ ਦਿਆ। ਸੈਣੀ ਸਾਹਿਬ ਨੇ ਉਹ ਮੈਂ ਵੀ ਆਖਾਂ ਤੇ ਚੌਹਾਨ ਸਾਹਿਬ ਵੀ ਆਖਣਾ ਵੀ ਕ੍ਰਿਸ਼ਨਾ ਦਾ ਤੇ ਜ਼ਿਕਰ ਹੀ ਕੋਈ ਨਹੀਂ ਹੈ। ਦਾਫਿਲ ਬਲਾ ਵਿੱਚ किताब च कृष्णा का किरे जिक्र ही कोई नहीं है
ਬਲਕਿ ਉਹਨੇ ਬਕਾਇਦਾ ਆਪਣਾ ਇਤਕਾਦ ਸਾਬਤ ਕੀਤਾ, ਆਪਣੇ ਆਪਣੇ ਮੁਤਕਦਾਤ ਉਹਨੇ ਬਿਆਨ ਕੀਤੇ ਨੇ। ਉਹਨੇ ਕੋਈ ਸਾਈਆਂ ਨੂੰ ਜਵਾਬ ਨਹੀਂ ਦਿੱਤਾ ਔਰ ਉਹਨੇ ਸਾਫ਼ ਆਖਿਆ ਕੁਰਾਨ ਦੇ ਵਿੱਚ ਈਸਾ अलैहिस्सलाम ਦਾ ਨਾਂ ਹਸੂਰ ਨਾ ਰੱਖਣ ਦੀ ਇਹ ਵਜ੍ਹਾ ਹੈ। ਤੇ ਇਹਨੂੰ ਕੋਈ ਬੰਦਾ ਕਹਿ ਸਕਦਾ ਹੈ ਸਾਈਆਂ ਨੂੰ ਜਵਾਬ ਦਿੱਤੇ ਹੈ? ਉਹ ਜ਼ੈਦ ਭਾਈ ਇਹਦਾ ਜਵਾਬ ਦਿਓ ਨਾ। ਹੁਣ ਉਹ ਡਾਕਟਰ ਨੇ ਤੇ ਕਿਹਾ ਸੀ ਹਾਂ ਜੇ ਕਿਸੇ ਮਸ਼ਹੂਰ ਸਨ ਤੇ ਇਹ ਤੇ ਉਹ ਦੀ ਬੋਲਤੀ ਬੰਦ ਹੋ ਗਈ ਸੀ। ਇਹ ਵੀ ਡਾਕਟਰ ਜ਼ਕਰੀਆ ਨੇ ਇਹ ਵਾਲਾ ਵੀ ਯਾਰ ਬੋਲਤੀ ਬੰਦ ਹੀ ਹੋਣੀ ਸੀ ਨਾ ਨਵੀਦ ਭਾਈ। ਦੇਖੋ ਇਹ ਲਿਟਰੇਚਰ ਜਿਹੜਾ ਹੈ ਨਾ ਇਹ ਨਹੀਂ ਡਿਫੈਂਡ ਕਰਨ ਦੇ ਕਾਬਿਲ। ਇਹਦੇ ਤੇ ਮੈਂ ਤੁਹਾਨੂੰ ਥੱਲੇ ਕਮੈਂਟ ਤੁਸੀਂ ਮੇਰੇ ਪੜ੍ਹੇ ਸੀ, ਮੈਂ ਬਾਰ-ਬਾਰ ਇਹੀ ਲਿਖ ਰਿਹਾ ਸੀ ਕਿ ਡਾਕਟਰ ਸਾਹਿਬ ਜਲੇਬੀਆਂ ਬਣਾ ਰਹੇ ਨੇ, ਪੇਸਟ ਡਾਕਟਰ ਸਾਹਿਬ ਨੇ ਜਲੇਬੀਆਂ ਦਾ ਬਣਾ ਲਿਆ, ਡਾਕਟਰ ਸਾਹਿਬ ਲੱਗੇ ਪਏ ਨੇ ਜਲੇਬੀਆਂ ਬਣਾਉਣ। ਹੁਣ ਥੋੜੀ ਦੇਰ ਤੱਕ ਜਲੇਬੀਆਂ ਮੁੱਕ ਜਾਣੀਆਂ ਨੇ ਤੇ ਡਾਕਟਰ ਸਾਹਿਬ ਨੇ ਦੁਕਾਨ ਬੰਦ ਕਰਨੀ ਹੈ। ਫਿਰ ਹੋਰ ਹੱਲ ਕੋਈ ਨਹੀਂ ਡਾਕਟਰ ਸਾਹਿਬ ਕੋਲ। ਬਾਰ-ਬਾਰ ਕੀ ਕਹਿ ਰਿਹਾ ਸੀ ਤੁਸੀਂ? ਘਬਰਾ ਗਏ ਹੋ। ਮੈਂ ਥੱਲੇ ਲਿਖਿਆ ਤੇਰਾ ਕੱਦ ਕਾਟ ਇਤਨਾ ਨਹੀਂ ਕਿ ਤੇਰੀ ਔਕਾਤ ਨਹੀਂ ਕਿ ਤੇਰੇ ਕੋਲੋਂ ਘਬਰਾ ਜਾਵੇ, ਆਪਣੇ ਟਾਈਮ ਤੇ ਬੋਲ। ਉਹਨੇ ਆਪਣੇ ਵੱਲੋਂ ਕੋਸ਼ਿਸ਼ ਪੂਰੀ ਕੀਤੀ ਹੈ, ਲੇਕਿਨ ਉਹ ਦੇਖੋ ਨਾ ਮਸਲਾ ਇਹੀ ਹੁੰਦਾ ਨਵੀਦ ਭਾਈ, ਜਿਹੜਾ ਬੰਦਾ ਆਉਂਦਾ ਨਾ ਨਵਾਂ ਉਹਦੇ ਕੋਲ ਹੁੰਦਾ ਇੱਕ ਹਵਾਲਾ, ਠੀਕ ਹੈ, ਉਹ ਇੱਕ ਹਵਾਲਾ ਲੈ ਕੇ ਜਾਂਦਾ, ਇਹ ਅੱਗੇ ਉਹਦੀ ਤਾਵੀਲ ਤਬੂਲ ਕਰਕੇ ਨਾ ਤੇ ਕਹਾਣੀ ਘੜ ਕੇ ਉਹਨੂੰ ਮੁਤਮਿਨ ਕਰਨ ਦੀ ਕੋਸ਼ਿਸ਼ ਕਰਦੇ ਨੇ, ਠੀਕ ਹੈ। ਹੁਣ ਚੁੱਕਿ ਉਸ ਬੰਦੇ ਨੇ ਅੱਗੇ ਨਹੀਂ ਪੜ੍ਹਿਆ ਹੁੰਦਾ, ਉਹ ਇੱਕ ਹਵਾਲੇ ਦੇ ਉੱਤੇ ਉਹ ਵੀ ਉਹਨੇ ਜਿੰਨਾ ਕੁ ਜ਼ੋਰ ਮਾਰਨਾ ਹੁੰਦਾ ਉਹ ਇੱਕ ਹਵਾਲੇ 'ਤੇ ਮਾਰਦਾ, ਇਹ ਅੱਗੋਂ ਉਹਨੂੰ ਕਹਾਣੀਆਂ ਕੁੜੀਆਂ ਸੁਣਾ ਲੈਂਦੇ ਨੇ, ਘੜ ਘੁੜ ਕੇ ਕਹਾਣੀ ਅੱਗੋਂ ਸੁਣਾਉਣ ਦੀ ਕੋਸ਼ਿਸ਼ ਕਰਦੇ ਨੇ। ਉਹ ਬੰਦਾ ਜ਼ਾਹਿਰੀ ਗੱਲ ਹੈ ਜਿਹਦੇ ਕੋਲ ਅੱਗੇ ਹਵਾਲਾ ਕੋਈ ਨਹੀਂ, ਉਹ ਫਿਰ ਉੱਥੇ ਫਸ ਫੁਸ ਕੇ ਜਿੰਨੀ ਗੱਲ ਕਰਨਾ ਚਾਹੁੰਦਾ ਕਰ ਲੈਂਦਾ। ਤੇ ਜਿਹੜੇ ਬੰਦੇ ਨੇ ਅੱਗੇ ਸਾਰੇ ਹਵਾਲੇ ਰੱਖੇ ਹੁੰਦੇ ਨੇ ਉਹ ਇੱਕ ਹਵਾਲੇ ਦੀ ਤਵੀਲ ਕਰਦੇ ਨੇ, ਉਹ ਅਗਲਾ ਫੜ ਕੇ ਮੂੰਹ 'ਚ ਦੇ ਦਿੰਦਾ ਕਿ ਇਹ ਵੇਖੋ ਇਹ ਕੀ ਲਿਖਿਆ। ਹੁਣ ਅਗਲੇ ਦਿਨ ਜਿਹੜਾ ਹੋਇਆ ਅਨੀਸ ਨਾਲ ਤੁਸੀਂ ਵੇਖੋ ਨਾ, ਅਨੀਸ ਨੇ ਕੀ ਕਿਹਾ ਜਦੋਂ ਸੀਕਰ ਨੇ ਪਹਿਲੀ ਵੀਡੀਓ ਪਲੇ ਕੀਤੀ, ਉਹਨੇ ਕੀ ਕਿਹਾ? ਸਲਿਪ ਆਫ ਟੰਗ। ਠੀਕ ਹੈ, ਜਦੋਂ ਉਸੇ ਬੰਦੇ ਦੀਆਂ ਕੰਟੀਨਿਊਸਲੀ 3-4 ਵੀਡੀਓ ਪਲੇ ਹੋਈਆਂ ਨੇ, ਉੱਥੇ ਤੇ ਕਹਿ ਹੀ ਨਹੀਂ ਸਕਦਾ ਨਾ ਕਿ ਸਲਿਪ ਆਫ ਟੰਗ ਹੈ। ਇੱਕ ਬੰਦਾ ਬਾਰ-ਬਾਰ ਗਾਲਾਂ ਕੱਢ ਰਿਹਾ, ਠੀਕ ਹੈ, ਉੱਥੇ ਕੀ ਕਹਿ ਸਕਦੇ ਨੇ? ਮੂੰਹ ਬੰਦ ਹੋ ਗਿਆ, ਜਵਾਬ ਹੀ ਕੋਈ ਨਹੀਂ ਸੀ ਕਿ ਭਾਈ ਸਲਿਪ ਆਫ ਟੰਗ ਰੋਜ਼ ਹੁੰਦੀ ਹੈ। ਰੋਜ਼ ਹੀ ਮਤਲਬ ਇੱਕ ਬੰਦਾ ਆ ਕੇ ਅੰਬੀਆ ਨੂੰ, ਉਮਹਾਤੁਲ ਮੋਮਿਨੀਨ ਨੂੰ, ਸਾਹਬੇ ਰਸੂਲ ਨੂੰ ਗਾਲਾਂ ਕੱਢਣ ਡਿਆ ਡੇਲੀ ਆ ਕੇ, ਤੇ ਸਲਿਪ ਆਫ ਟੰਗ ਹੈ। ਫਿਰ ਉਹ ਮੈਂ ਉਹਦਾ ਥੱਲੇ ਉਹ ਵੀ ਦਿਖਾਇਆ, ਕਮੈਂਟ ਵੀ ਵਿਖਾਇਆ, ਉੱਤੇ ਰਾਜਾ ਅਤਾਉਲ ਮਨਾਨ ਉਹਨੂੰ ਬਹਿ ਕੇ ਕੀ अपना क्लीन चिट दे रहा। जज्बात में आके इन्होंने कोई बात कर दी थी तो उसके ऊपर उन्होंने माफ़ी भी मांगी है। राजा ताउल मनान उत्ते बोलन रहा, थले कॉमेंट के विच लिख रहा कि मुझे तो जिसने अच्छा थले कॉमेंट की लिखन रहा, मेरे को हल तक स्क्रीन शॉट पिया, राजा ताउल मनान नूं जुत्तियां मार रहा बेसिकली। वो राजा ताउल मनान उत्ते सफाइयां दे रहा, थले वो लिखन रहा मैंने तो सिर्फ शापर डबल करके दिया था। बिल्कुल वो बिल्कुल उसने थले लिखा होया है। अच्छा अपना ज़ैद भाई ओपन आइज दी ब्रॉड ते जवाद ते डॉक्टर ज़करिया नाल मेरा इस टॉपिक ते मुनाजरा होया सी और सीकर भी कोल बैठा सी, पता नहीं तुसीं सुनिया सी या नहीं। इन्ना चो एक बंदे ने नहीं क्या कि मिर्ज़ा गुलाम कादियानी दे इस फतवे नूं मुलफज़ात जिल्द सोहम सफ़ा 208 वाले नूं मनने आ कि भाई जिहड़ा रसूल पाक दे शान च तकलक कलमा भी अदा करदा है वो वल्दुल ज़ना और हरामी है। वो मैं पूछा है लोकी है जिहड़े गालां कढ रहे ने नाउज़ बिल्ला नबी पाक नूं, हरामी हैं या नहीं ने? कुछ नहीं बोले, उत्थे नहीं बोले। उस्ताद जी आमिर भाई वो शहीद भट्ट साहब भी लांदे ने ब्रॉड ते उत्थे चक्कर लाओ ना। अच्छा थोड़े दिन पहले एक मुनाजरा होया है बड़े महान किस्म के मुरब्बियां दे मुबैन सुनिया किसी ने? ओदी थोड़ी जी झलकी इत्थे ज़िया भाई ने करी सुनाई सी लेकिन कंप्लीट मैं सुनिया मैं 2 या 3 दिन पहले होया मुनाजरा। बड़े दलाइल दिते गए ने कुरान और हदीस तो, खास तौर पर कुरान पाक दी आयतां। नासर दा नहीं, नासर तो पहले एक होया मुनाजरा ओ वरियाम दी ब्रॉड ते पता नहीं फिर मैं हां आओ बिल्कुल वेख्या आहो ओ काब दा ओदा आहो जेड़े दोवें कुरान दी आयतां पढ़दे पे। कुरान दी आयत नहीं पढ़ रहे सन, तर्जुमा पढ़ रहे सन उन्हां दा। आयते मैं वीडियो इत्थे प्ले कीती सी, ओ मैं वीडियो इत्थे प्ले कीती सी। ओ मेरे खुदाया ਉਹ ਕੁਰਾਨ ਪਾਕ ਦੀ ਆਇਤ ਗਲਤ ਪੜ੍ਹ ਕੇ ਉਹਨੂੰ ਕਹਿ ਰਿਹਾ ਵੇਖ ਇਹਨੂੰ ਪੜ੍ਹਨਾ ਨਹੀਂ ਆਂਦਾ ਤੇ ਆਪੇ ਫਿਰ ਗਲਤ ਪੜ੍ਹ ਕੇ ਕਹਿੰਦਾ ਤੂੰ ਪੜ੍ਹ ਹੁਣ।
ਉਹ ਵਰਿਆਮ ਤੇ ਮੇਰਾ ਹਾਲ ਹੈ ਕਿ ਉਹਨਾਂ ਨੇ ਪਾਇਆ ਆਪਣਾ ਬੋਝ ਪਾਇਆ ਨੇ ਤੇ ਬਨੀ ਇਸਰਾਈਲ ਵਾਲਿਆਂ ਨੂੰ ਅੱਜ ਨਸਾ ਦਿੱਤਾ ਨਾਸਰ ਨੇ, ਹਾਲਾਂਕਿ ਆਪ ਉਹ ਮਿਰਜ਼ਾ ਗੁਲਾਮ ਕਾਦੀਆਨੀ ਦੇ ਖਿਲਾਫ ਗੱਲਾਂ ਕਰਦਾ ਸਾਰੀਆਂ। ਅੱਛਾ ਇਹ ਯੂਸਫੀ ਸਾਹਿਬ ਇਹ ਗੱਲ ਸੁਣੀ ਨੇ ਨਾਸਰ ਦੀ ਕਿ ਬਈ ਈਸਾ ਸਲਾਤੁ ਸਲਾਮ ਕੋਈ ਸ਼ਖਸੀਅਤ ਨਹੀਂ ਸਨ, ਕੋਈ ਸ਼ਖਸ ਹੈ ਜਾਂ ਗੁਜ਼ਰਿਆ ਹੀ ਨਹੀਂ, ਕੋਈ ਯਾਨੀ ਕਿ ਬੰਦਾ ਹੈ ਜਾਂ ਆਇਆ ਹੀ ਨਹੀਂ, ਨਾ ਨਬੀ ਤੇ ਨਾ ਕੁਛ, ਉਹ ਇੱਕ ਕਰੈਕਟਰ ਸੀ। ਉਹ ਮੈਂ ਕਿਹਾ ਉਹ ਕਰੈਕਟਰ ਸੀ ਤੂੰ ਕਹਿ ਰਿਹਾ ਹੈ, ਤੇ ਮਿਰਜ਼ਾ ਕਹਿੰਦਾ ਮੈਂ ਉਸ ਦੀ ਮਸੀਲ ਹਾਂ। ਉਹਨੇ ਵੀ ਕਰੈਕਟਰ ਦੀ ਮਸੀਲ ਕਿਵੇਂ ਅਸਲੀ ਹੋ ਗਈ ਇਹ ਦੱਸ। ਉਹ ਜਿਹੜਾ ਨਾ ਬਰਾਤ ਦਾ ਐਲਾਨ ਕਰਤਾ ਉਹਨੇ ਖਿਲਾਫਤ ਤੋਂ ਵੀ। ਉਹ ਜਦੋਂ ਵੀ ਖਲੀਫੇ ਦਾ ਗੱਲ ਕਰਦਾ ਤੁਹਾਡੇ ਖਲੀਫੇ ਉਹ ਭਾਈ ਉਹਨੇ ਤੇ ਇਹ ਵੀ ਕਿਹਾ ਕਿ ਉਹਨੇ ਆਪਣੇ ਖਲੀਫੇ ਨੂੰ ਜਾ ਕੇ ਪੁੱਛੋ। ਉਹਨੇ ਤੇ ਇਹ ਵੀ ਕਿਹਾ ਬਈ ਉਹ ਭਾਈ ਸਾਹਿਬ ਉਹਨੇ ਤੇ ਇੰਨਾ ਵੀ ਕਿਹਾ ਕਿ ਮੇਰੇ ਕੋਲ ਮਿਰਜ਼ਾ ਗੁਲਾਮ ਕਾਦੀਆਨੀ ਤੋਂ ਜ਼ਿਆਦਾ ਨੌਲੇਜ ਹੈ ਕੁਰਾਨ ਦਾ। ਇਹ ਵੀ ਉਹਦੇ ਮੇਰੇ ਕੋਲ ਰਿਕਾਰਡਿੰਗ ਮੌਜੂਦ ਹੈ। ਇਹ ਗੱਲ ਤੇ ਠੀਕ ਹੈ। ਅੱਛਾ ਇਹ ਗੱਲ ਉਹਦੀ ਠੀਕ ਹੈ ਮਿਰਜ਼ਾ ਕਾਦੀਆਨੀ। ਹਾਂ ਜੀ ਨਾਸਰ ਨੇ ਕਹੀ ਇਹ ਗੱਲ। ਅੱਛਾ ਆਮਰ ਭਾਈ ਹੁਣ ਪਤਾ ਕੀ ਚੱਲ ਰਿਹਾ, ਉਹ ਜਿਹੜਾ ਨਾਸਰ ਹੈ ਨਾ ਨਾਸਰ ਅਹਿਮਦ ਉਹਦਾ ਹੁਣ ਜਿਹੜਾ ਨਾ ਉਹ ਬਿਆਨੀਆ ਹੋ ਗਿਆ ਕੁਰਾਨਿਸਟ ਵਾਲਾ ਕਿ ਕੁਰਾਨ ਜਿਹੜਾ ਮੇਰੇ ਉੱਤੇ ਨਾਜ਼ਲ ਹੋਣ ਡਿਆ, ਤੇ ਉਹ ਸੇਮ ਉਹੀ ਬਿਆਨੀਆ ਜਿਹੜਾ ਨਾ ਕੁਰਾਨਿਸਟ ਵਾਲਾ ਤੇ ਹਜ਼ਰਤ ਈਸਾ ਇਬਨ ਮਰੀਮ ਵਾਲਾ ਜਿਹੜਾ ਕਿ ਕਰੈਕਟਰ ਸੀ ਇੱਕ, ਤੇ ਕੋਈ ਮਤਲਬ ਫਿਜ਼ੀਕਲ ਕੋਈ ਸ਼ਖਸੀਅਤ ਨਹੀਂ ਸੀ। ਇਹ ਸਾਰਾ ਟੋਟਲ ਬਿਆਨੀਆ ਉਹ ਕੁਰਾਨਿਸਟ ਵਾਲਾ ਪੇਸ਼ ਕਰ ਰਿਹਾ ਅੱਜ ਕੱਲ੍ਹ ਨਾ। ਤੇ ਉਹ ਕੁਰਾਨ ਦੇ ਬਾਰੇ ਉਹਦੇ ਨਾਲ ਹਰ ਮਰੀਦ ਹੈ ਨਾ ਉਹ ਕਾਬ ਉਹਦਾ ਬੜਾ ਹੋਣਹਾਰ ਮਰੀਦ ਹੈ, ਉਹ ਉਹਦੇ ਨਾਲ ਹੈ, ਉਹ ਉਹਦੀ ਤਾਇਦ ਕਰਦਾ। ਨਹੀਂ ਹਲੇ ਹੋਰ ਵੀ ਰਲਣੇ ਨੇ, ਹਲੇ ਹੋਰ ਵੀ ਰਲਣਗੇ। ਇਹ ਤਲਤ ਮਲਕ ਦਾ ਵੀ ਇਹੀ ਕੁਰਾਨਿਸਟ ਵਾਲਾ ਪ੍ਰੋਗਰਾਮ ਹੈ ਸਾਰਾ। ਤਲਤ ਮਲਕ ਦੇ ਵਿੱਚ ਵੀ ਅੱਧੀ ਕੁ USB ਅੱਧਾ ਜਿਹੜਾ ਉਹ ਡਾਟਾ ਇੰਸਟਾਲ ਹੋ ਗਿਆ, ਅੱਧੀ ਕੁ ਬਾਕੀ ਹੋਣ ਡਈ ਹੈ। ਨਾਸਰ ਅਹਿਮਦ ਜਿਹੜਾ ਉਹ ਮੈਮੋਰੀ ਫੁੱਲ ਹੋ ਗਈ ਹੈ, ਤੇ ਬਾਕੀ ਜਿਹੜੇ ਨੇ ਇਹਨਾਂ ਦੇ ਪੱਲੇ ਬਣਾਏ ਇਹੀ ਹੈ। ਇੰਡੀਆ ਦੀ ਨਾ ਜਦੋਂ ਕਿਸਾਨਾਂ ਦੀ ਤਹਿਰੀਕ ਚੱਲ ਰਹੀ ਸੀ ਨਾ ਬੜੀ ਜ਼ੋਰਾਂ ਸ਼ੋਰਾਂ ਤੇ ਉਹ ਇੱਕ ਜਗ੍ਹਾ ਤੇ ਪੁਲਿਸ ਨੇ ਨਾਕਾ ਲਾਇਆ ਸੀ ਤੇ ਉਹ ਜ਼ਿਲ੍ਹਾ ਨਹੀਂ ਸੀ ਕ੍ਰਾਸ ਕਰਨ ਦੇ ਰਿਹਾ, ਗਾਲਬਨ ਸ਼ਾਇਦ ਦਿੱਲੀ ਦਾ ਹੋਣਾ। ਤੇ ਉਹ ਉਹਨਾਂ ਨੇ ਕਿਸਾਨਾਂ ਨੇ ਇੱਕ ਬੰਦਾ ਨਾ ਹੌਲਾ ਜਿਹਾ ਚੁੱਕ ਕੇ ਨਾ ਤੇ ਪੁਲਿਸ ਵਾਲੀ ਸਾਈਡ ਤੇ ਨਾ ਬੈਰਲ ਤੋਂ ਪਾਰ ਸੱਟਣ ਦੀ ਕੋਸ਼ਿਸ਼ ਕੀਤੀ ਕਿ ਉਧਰ ਜਾਏਗਾ ਤੇ ਚਲੋ ਇਹ ਕੋਸ਼ਿਸ਼ ਕਰੇਗਾ। ਉਹਨਾਂ ਨੇ ਪੁਲਿਸ ਵਾਲੇ ਪਾਸੇ ਸੱਟਿਆ ਤੇ ਪੁਲਿਸ ਨੇ ਚੁੱਕ ਕੇ ਫਿਰ ਇੱਧਰ ਸੱਟ ਦਿੱਤਾ। ਉਹ ਫਿਰ ਚੁੱਕ ਕੇ ਉਹਨਾਂ ਨੇ ਛੱਡਿਆ। ਕੋਈ 5-7 ਵਾਰੀ ਇਹੀ ਗੇਮ ਹੁੰਦੀ ਰਹੀ, ਉਹ ਉਧਰ ਸੱਟਣ ਉਹਨੂੰ ਉਧਰ ਸੱਟ ਦੇਣ। ਉਹ ਤੋਂ ਤਰਲੇ ਲਵੇ ਉਹ ਮੈਨੂੰ ਥੱਲੇ ਲਾ ਦਿਓ ਇੱਕ ਪਾਸੇ, ਤੁਹਾਡੀ ਮਿਹਰਬਾਨੀ ਮੈਂ ਮਰ ਜਾਵਾਂਗਾ। ਤੇ ਉਹ ਤਲਤ ਮਲਕ ਦਾ ਤੇ ਉਹ ਹਿਸਾਬ ਹੋਇਆ, ਨਾ ਉਹ ਮੰਨਦੇ ਨੇ ਨਾ ਉਹ ਇਹ ਮੰਨਦੇ ਨੇ। ਇਹ ਚੁੱਕ ਕੇ ਉਧਰ ਸੱਟ ਦਿੰਦੇ ਨੇ, ਉਹ ਚੁੱਕ ਕੇ ਇੱਧਰ ਸੱਟ ਦਿੰਦੇ ਨੇ। ਤਲਤ ਮਲਕ ਦਾ ਵਿਚਾਰਾ ਵਿੱਚ ਘਰ ਫਸਿਆ। ਨਾਸਰ ਨੂੰ ਮੈਂ ਕੁਐਸਚਨ ਪੁੱਛਿਆ, ਮੈਂ ਕਿਹਾ ਤੂੰ ਕਹਿਣਾ ਪਹਿਲੇ ਵੀ ਇਹ ਗੱਲਾਂ ਕਰਦਾ ਸੀ, ਮੈਂ ਕਿਹਾ ਤੂੰ ਕਹਿਣਾ ਕਿ ਬਈ ਇਹ ਕਰੈਕਟਰ ਨਹੀਂ ਹੈ ਇਹ ਵੇ ਜੋ ਹੈ, ਤੇ ਅੱਲਾਹ ਤੇ ਕਹਿੰਦਾ ਕਿ ਅੱਲਾਹ ਯਸਤਫੀ ਮਿਨਲ ਮਲਾਇਕਾ ਤੇ ਰੁਸਲ व मिनन नास। ਕਹਿੰਦਾ ਨਾਸ ਦਾ ਮਤਲਬ ਕੀ ਹੈ? ਮੈਂ ਕਿਹਾ ਨਾਸ ਦਾ ਮਤਲਬ ਕੀ ਹੈ? ਕਹਿੰਦਾ ਨਾਸ ਦਾ ਮਤਲਬ ਨਾਸ ਹੈ। ਮੈਂ ਕਿਹਾ ਨਾਸ ਉਹ ਠੀਕ ਹੈ, ਲੇਕਿਨ ਇਹਦਾ ਮਤਲਬ ਕੀ ਹੈ ਕਿ ਇਹਦਾ ਮੀਨਿੰਗ ਕੀ ਬਣਦਾ ਹੈ? ਉਹ ਨਾਸ ਹੈ। ਮੈਂ ਕਿਹਾ ਤੂੰ ਕਹਿਣਾ ਉਹ ਕਰੈਕਟਰ ਹੀ ਨਹੀਂ ਸੀ, ਉਹਨੂੰ ਤੂੰ ਕਹਿਣਾ ਕਿ ਈਸਾ ਸਲਾਮ ਰਸੂਲ ਵੀ ਹਨ, ਤੇ ਰਸੂਲ ਤੇ ਅੱਲਾਹ ਕਹਿੰਦਾ ਕਿ ਮਲਾਇਕਾ ਤੇ ਜਿਹੜਾ ਹੈ ਤੇ ਇਨਸਾਨਾਂ ਚੋਂ ਨੇ। ਕਹਿੰਦਾ ਨਹੀਂ ਇਹਦਾ ਮਤਲਬ ਇਨਸਾਨ ਨਹੀਂ ਹੈ। ਮੈਂ ਕਿਹਾ ਵਾਹ ਜੀ ਕਿਆ ਬਾਤ ਹੈ, ਬੜੀ ਜ਼ਬਰਦਸਤ ਗੱਲ ਹੈ। ਮੈਂ ਕਿਹਾ ਮਤਲਬ ਕਿੱਥੋਂ ਲਿਆਂਦੀ? ਨਵੀਂ ਫਿਲਾਸਫੀ ਜਿਹੜੀ ਹੈ ਨਵੀਦ ਭਾਈ, ਉਹਦੀ ਨਵੀਂ ਫਿਲਾਸਫੀ ਇਹ ਹੈ ਕਿ ਰਸੂਲ ਜਿਹੜਾ ਨਾ ਉਹਦਾ ਕੰਮ ਹੈ ਸਿਰਫ ਪੈਗਾਮ ਪਹੁੰਚਾਉਣਾ। ਮੈਂ ਅਗਰ ਕੋਈ ਕੁਰਾਨ ਦੀ ਆਇਤ ਪੜ੍ਹ ਕੇ ਤੇ ਤੁਹਾਨੂੰ ਉਹਦਾ ਮਫਹੂਮ ਸਮਝਾਵਾਂ ਨਾ ਤੇ ਮੈਂ ਵੀ ਰਸੂਲ ਹਾਂ। ਨਹੀਂ ਉਹਨੇ ਦਾਵਾ ਕਰ ਦਿੱਤਾ ਨਾ, ਤੁਹਾਨੂੰ ਨਹੀਂ ਪਤਾ? ਉਹਨੇ ਕਿਹਾ ਜੀ ਅੱਲਾਹ ਮੈਨੂੰ ਉਤਰਿਆਂ ਤਰੀਕਿਆਂ ਨਾਲ ਜਿਹੜਾ ਕੁਰਾਨ ਵਿੱਚ ਹੈ ਵਹੀ ਦੇ ਤਰੀਕੇ, ਤੇ ਉਤਰਿਆਂ ਤਰੀਕਿਆਂ ਨਾਲ ਅੱਲਾਹ ਮੈਨੂੰ ਵਹੀ ਕਰਦਾ। ਉਹਨੇ ਅੱਗੇ ਵੀ ਤਾਂ ਕਿਹਾ ਨਾ ਜਿਸ ਜਗ੍ਹਾ ਤੇ ਇਬਨ ਮਰੀਮ ਦਾ ਜ਼ਿਕਰ ਹੋਇਆ ਨਾ ਉਸ ਜਗ੍ਹਾ ਤੇ ਕੋਈ ਸ਼ਖਸੀਅਤ ਨਹੀਂ ਹੈ, ਪਰ ਜਿੱਥੇ ਉਹ ਖਾਣਾ ਖਾਣ ਦਾ ਜ਼ਿਕਰ ਹੋਇਆ ਨਾ ਉੱਥੇ ਸ਼ਖਸੀਅਤ। ਹਾਂ ਬਿਲਕੁਲ, ਮੈਂ ਹੀ ਗੱਲ ਪੁੱਛੀ ਉਹਦੀ। ਮੈਂ ਕਿਹਾ ਮੈਂ ਕੱਲ ਮੁੱਦੇ ਨੂੰ ਵੀ ਕਿਹਾ, ਮੈਂ ਕਿਹਾ ਠੀਕ ਹੈ ਤੂੰ ਮੈਨੂੰ ਵੀ ਜਵਾਬ ਦੇਣਾ ਹੈ ਕਿ ਬਈ ਜਿਹੜਾ ਕਰੈਕਟਰ ਹੁੰਦਾ ਉਹ ਖਾਣਾ ਵੀ ਖਾਂਦਾ ਹੈ, ਉਹ ਫੋਤ ਵੀ ਹੁੰਦਾ ਹੈ, ਉਹ ਕਿਸੇ ਦਾ ਬੇਟਾ ਵੀ ਹੁੰਦਾ ਹੈ। ਇਹ ਗੱਲ ਸਾਰੀਆਂ ਤੂੰ ਨੇ ਪ੍ਰੂਵ ਕਰਨੀਆਂ ਨੇ। ਇਹਨਾਂ ਕੋਲ ਇੰਨਾ ਨਹੀਂ ਜੀ, ਇਹਨਾਂ ਨੂੰ ਫਸਾਣਾ 2 ਮਿੰਟ ਦਾ ਕੰਮ ਹੈ, ਲੇਕਿਨ ਉਹ ਵੀ ਕਿਸੇ ਤੀਸਰੀ ਬਰਾੜ ਤੇ ਬੈਠਣ ਤਾਂ ਨਹੀਂ, ਤੇ ਆਪਣੀ ਬਰਾੜਾਂ ਦੇ ਬੋਲਣ ਹੀ ਨਹੀਂ ਦਿੰਦੇ, ਸਿੱਧਾ ਜਾ ਕੇ ਥੱਲੇ ਸੁੱਟ ਦਿੰਦੇ। ਕਿਸੇ ਨੇ ਲਿਖਿਆ, ਜੋਗੀ ਨੇ ਲਿਖਿਆ ਮੁਦੱਸਰ ਜੱਟ ਸਟੋਰੀ, ਤੇ ਉਹ ਮੁਦੱਸਰ ਜੱਟ ਇਹਨਾਂ ਦਾ ਵੀ ਬੜਾ ਮਹਾਨ ਮੁਰੱਬੀ ਹੈ। ਉਸਨੇ ਇਹ 2-4 ਦਿਨ ਪਹਿਲੇ ਵੀ ਕੀਤੀ ਹੈ, ਉਸਨੇ 2-4 ਦਿਨ ਪਹਿਲੇ ਵੀ ਬੜੀ ਗੁਸਤਾਖੀ ਕੱਲ ਉਹਨੇ ਕਿਹਾ ਮੇਰੇ ਫਲਾਣੀ ਜਗ੍ਹਾ ਤੇ ਚੜੇ, ਜਿਹੜਾ 5 ਮਿੰਟ ਬਾਅਦ ਇਕਰਾਰ ਕਰਦਾ ਹੈ, 5 ਮਿੰਟ ਬਾਅਦ ਇਨਕਾਰ ਕਰਦਾ ਹੈ। ਉਹ ਮਿਰਜ਼ਾ ਗੁਲਾਮ ਕਾਦੀਆਨੀ ਨੂੰ ਕਿਹਾ ਨਾ ਮੈਂ, ਉਹਨੇ ਕਿਹਾ ਇਹ ਕਿਹੜਾ ਨਬੀ ਜਿਹੜਾ 5 ਮਿੰਟ ਬਾਅਦ ਇਕਰਾਰ ਕਰਦਾ ਤੇ 5 ਮਿੰਟਾਂ ਬਾਅਦ ਇਨਕਾਰ ਕਰਦਾ, ਇਹੋ ਜਿਹਾ ਨਬੀ ਮੇਰੀ ਫਲਾਣੀ ਜਗ੍ਹਾ ਤੇ ਚੜੇ। ਜੱਟ ਜਿਹੜਾ ਨਾ ਯੂਸਫੀ ਭਾਈ WhatsApp ਦੇ ਗਰੁੱਪਾਂ 'ਚ ਆਇਆ ਨਾ ਨਵਾਂ ਤੇ ਇਹ ਬੜਾ ਇਹਦਾ ਸਟੈਮਨਾ ਹੁੰਦਾ ਸੀ। ਇਹਨੇ ਖਲੋ ਕੇ ਚਿੱਤਰ ਖਾਣੇ ਹਰ ਗੱਲ ਦੇ ਉੱਤੇ ਨਾ, ਚੰਗੇ ਟਿਕਾ ਕੇ ਚਿੱਤਰ ਖਾ ਰਹੇ। ਫਿਰ ਇਹਨੇ ਜੁੱਤੀਆਂ ਸੁੱਤੀਆਂ ਖਾ ਕੇ ਕਹਿਣਾ ਜੱਟ ਖਲੋਤਾ।
ਨਹੀਂ ਉਹਨੇ ਖਲੋਤਾ ਉਹਨੇ ਕੱਲ ਪਤਾ ਨਹੀਂ ਕੱਲ ਜਾਂ ਪਤਾ ਨਹੀਂ ਅੱਜ ਦੀ ਰਿਕਾਰਡਿੰਗ ਹੈ ਗਾਲਬਨ। ਉਹਨੇ ਕਿਹਾ ਮੇਰੀ ਫਲਾਣੀ ਜਗ੍ਹਾ ਤੇ ਚੜੇ ਜਿਹੜਾ 5 ਮਿੰਟਾਂ ਉਹ ਇਹ ਗਲਤੀ ਕਾ ਜ਼ਾਲਾ ਉੱਥੇ ਡਿਸਕਸ ਹੋ ਰਿਹਾ ਸੀ ਨਾ, ਉਹ ਪੜ੍ਹ ਕੇ ਸੁਣਾ ਰਹੇ ਸਨ। ਉਹਨੇ ਕਿਹਾ ਇਹ ਕਿਹੜਾ ਲੱਭੀ ਹੈ ਜਿਹੜਾ 5 ਮਿੰਟਾਂ 'ਚ ਇਕਰਾਰ ਕਰਦਾ ਤੇ ਉਹਨਾਂ 5 ਮਿੰਟਾਂ 'ਚ ਫਿਰ ਇਨਕਾਰ ਕਰ ਦਿੰਦਾ, ਇਹ ਮੇਰੀ ਫਲਾਣੀ ਜਗ੍ਹਾ ਤੇ ਚੜੇ ਇਹੋ ਜਿਹਾ। ਉਹਨੇ ਬਕਾਇਦਾ ਨਾਂ ਲੈ ਕੇ ਕਿਹਾ, ਹੁਣ ਮੈਂ ਤੇ ਆਮਿਰ ਭਾਈ ਦੇ ਸਾਹਮਣੇ ਨਾਂ ਨਹੀਂ ਨਾ ਲੈਣਾ। ਮੇਰੇ ਤਾਂ ਕਦਿਆਂ ਨਹੀਂ ਚੰਗੀ 12 ਦਰੀ ਬਣਾਈ, ਇੱਕ ਦਰੀ ਚੋਂ ਵੜਦਾ ਦੂਜੀ ਚੋਂ ਨਿਕਲ ਜਾਂਦਾ। बहरहाल आमिर भाई ने मेरे ख्याल को हवाला लाया है, को डिस्कस करना चाह रहे हैं। मेरा जी आमिर भाई बोलो। ख्याल है वे मेरा जाती ख्याल है से यार